ईमान रखता हूं कि आज का जो इंटरव्यू है वो बहुत ही खूबसूरत होगा और हमारी जिंदगियों के लिए और आप सबों की जिंदगियों के लिए नाकाबिले फरामोश बातें होंगी। लेकिन इससे पहले मैं आज के अपने मेहमान का तारुफ करवाऊं। आप बहुत ज्यादा लोग पहले से ही उन्हें जानते हैं क्योंकि वो कोई छुपी हुई हस्ती है नहीं, इसलिए मैं आज उनका तारुफ पंजाबी भाषा में ही करवाना चाहूंगा, पंजाबी जुबान में करवाना चाहूंगा। और आज का जो इंटरव्यू एक्सक्लूसिव इंटरव्यू होगा वो पंजाबी जुबान में होगा क्योंकि पंजाबी जुबान मेरी भी मां बोली है ते जिन्हां दा मैं इंटरव्यू लैन जा रहा वां उन्हां दी भी मां बोली है। दोनों पंजाबां दे विच इकट्ठा काम करने वाला, साझा काम करने वाला, भावें चढ़दा पंजाब होवे भावें लहंदा पंजाब होवे, दोनों पंजाबां दे विच, दोनों हिस्सियां दे विच, दोनों देशां दे विच यकसा इक्को जी मकबूलियत, इक्को जिहा विचार रखते हुए अज जिन्होंने मैं दावत दी ताकि वो तुहाडे सामने अपने विचार साझे करन ते अपनी जिंदगी जिहड़ी खुदावंद दे विच वो गुजार रहे ने वो साडे तक आके शेयर करन। मेरी मुराद पादरी हरप्रीत दियोल सिंह जेड़े इंडिया तो ने उन्हां तो है और एक खोजेवाल तो इन्हां दा ताल्लुक है और इन्हां दे पिता नूं खुदावंद ने इन्हां दे वालद नूं इन्हां दे फादर नूं खुदा ने बुलाया सिख धर्म दे विचों ताकि वो प्रभु दी आके सेवा करन ते ओ बूटा लाया होया अज बड़ा वड्डा कद आवर दरख्त बन के पूरी दुनिया दे विच काम कर रहे ने। सो मैं तुहानू सारियां दे विच उन्हां भाईयां नूं पास्टर साहब नूं खुशामदीद कहना वा, वेलकम कहना वा। जे असी अज नहीं वेख सकते कि वो साडे सामने ने और असी उन्हां दे सामने नहीं हो सकते, लेकिन स्क्रीन ते राही असी एक दूजे दे सामने वा, हजारां दी तादाद विच लोग सानू वेख रहे ने। सो आओ बड़े ऑनर दे नाल, बड़ी इज्जत दे नाल असी पादरी हरप्रीत सिंह नूं दावत दांगे कि वो आन ते अपने विचार साडे नाल साझे करनगे। खुदावंद दे सेवक, खुदावंद दे दास पादरी हरप्रीत साहब, खुदावंद यसू मसीह दे जलाली नाज भाई साहब असी तुहानू जी आयां नूं कहने आ, वेलकम कहने आ ते तुहानू जय मसीह दी कहने आ। मोस्ट वेलकम जी। ओपन डोर चर्च खोजेवाल ਵੱਲੋਂ ਹਰਪ੍ਰੀਤ ਸਿੰਘ ਦਿਓਲ ਵੱਲੋਂ ਤੇ ਪੂਰੇ ਸਾਡੇ ਭਾਰਤ ਵੱਲੋਂ ਜਿੱਥੇ ਵੀ ਦੇਸ਼ ਵਿਦੇਸ਼ਾਂ 'ਚ ਵਸਦੇ ਸਾਡੇ ਵਿਸ਼ਵਾਸੀ ਅੱਜ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਵਿੱਚੋਂ ਜੋ ਪ੍ਰਭੂ ਨੇ ਇੱਕ ਬਦਾਰੀ ਦਾ ਕੰਮ ਸ਼ੁਰੂ ਕੀਤਾ ਉਹਨੂੰ ਦੇਖਣ ਲਈ ਅੱਜ ਟੈਲੀ ਸਕਰੀਨ ਦੇ ਮੋਹਰੇ ਬੈਠੇ ਨੇ ਜਾਂ ਸਫ਼ਰ ਕਰ ਰਹੇ ਨੇ, ਉਹਨਾਂ ਸਾਰਿਆਂ ਨੂੰ ਹਰਪ੍ਰੀਤ ਸਿੰਘ ਦਿਓਲ ਵੱਲੋਂ ਪਿਆਰ ਦੇ ਨਾਲ ਭਰੀ ਸ਼ਹਿਦ ਨਾਲੋਂ ਮਿੱਠੀ ਤੇ ਨਿਹਾਲ ਕਰਦੀ ਜੈ ਮਸੀਹ ਦੀ ਪ੍ਰਵਾਨ ਕਰੋ ਜੀ। Praise the Lord ਭਾਈ ਸਾਹਿਬ, ਥੈਂਕ ਯੂ ਵੈਰੀ ਮਚ। ਔਰ ਜਦੋਂ ਤੁਸੀਂ ਸ਼ਹਿਦ ਦੀ ਮਿੱਠੀ ਆਂਦੇ ਹੋ ਨਾ, ਯਕੀਨ ਜਦੋਂ ਸੀਨੇ ਠੰਡ ਪੈ ਜਾਂਦੀ ਹੈ ਕਿ ਕਮ ਸੇ ਕਮ ਮਿੱਠੀਆਂ ਮਿੱਠੀਆਂ ਗੱਲਾਂ ਦੀ ਅੱਜ ਤੁਹਾਡੇ ਕੋਲ ਸਿੱਖਾਂਗੇ। ਅੱਜ ਤੁਹਾਡੇ ਨਾਲ ਅਸੀਂ ਆਪਣੀਆਂ ਗੱਲਾਂ ਤੁਹਾਡੇ ਨਾਲ ਕਰਾਂਗੇ ਤੇ ਤੁਸੀਂ ਸਾਡੇ ਨਾਲ ਕਰੋਗੇ। ਦੋਵੇਂ ਪੰਜਾਬ ਭਾਵੇਂ ਚੜ੍ਹਦਾ ਪੰਜਾਬ ਹੋਵੇ ਤੇ ਭਾਵੇਂ ਲਹਿੰਦਾ ਪੰਜਾਬ ਹੋਵੇ, ਦੋਵੇਂ ਪੰਜਾਬ ਤੁਹਾਨੂੰ ਪਿਆਰ ਕਰਦੇ ਨੇ ਭਾਈ ਸਾਹਿਬ ਔਰ ਤੁਹਾਡੇ ਬਾਰੇ ਸੁਣਨਾ ਚਾਹਦੇ ਸਨ। ਇਸ ਲਈ ਤੁਹਾਨੂੰ ਅਸਾਂ ਅੱਜ ਤਕਲੀਫ ਦਿੱਤੀ ਹੈ, ਇਸ ਲਈ ਤੁਹਾਨੂੰ ਅਸਾਂ ਆਖਿਆ ਸੀ, ਰਿਕੁਐਸਟ ਕੀਤੀ ਸੀ ਕਿ ਆਓ ਆਪਣੇ ਵਿਚਾਰ ਸਾਨੂੰ ਆ ਕੇ ਦੱਸੋ ਤੇ ਆਪਣੀ ਜ਼ਿੰਦਗੀ ਦੇ ਬਾਰੇ ਸਾਨੂੰ ਦੱਸੋ। ਸੋ ਅਸੀਂ ਆਪਣੇ ਭਾਈ ਨੂੰ ਆਫੀਸ਼ੀਅਲੀ ਵੈਲਕਮ ਕਰ ਚੁੱਕੇ ਹਾਂ ਤੇ ਮੈਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਨੂੰ ਟਾਈਮ ਦਿੱਤਾ ਕਿ ਅਸੀਂ ਤੁਹਾਡੇ ਨਾਲ ਬਹਿ ਕੇ ਅੱਜ ਗੱਲਾਂ ਕਰ ਸਕੀਏ। ਅੱਜ ਬਹੁਤ ਜ਼ਿਆਦਾ ਟਾਈਮ ਸਾਡੇ ਕੋਲ ਹੋਏਗਾ ਤੇ ਮੈਂ ਨਾਜ਼ਰੀਨ ਤੁਹਾਨੂੰ ਦੱਸਦਾ ਜਾਵਾਂ ਇਸ ਇੰਟਰਵਿਊ ਦੌਰਾਨ ਦੇ ਵਿੱਚ ਅਸੀਂ ਤੁਹਾਡੀਆਂ ਲਾਈਵ ਕਾਲਸ ਵੀ ਲਾਂਗੇ ਔਰ ਜਦੋਂ ਅਸੀਂ ਤੁਹਾਡੀਆਂ ਕਾਲਸ ਲਾਂਗੇ ਤੇ ਫਿਰ ਪਾਦਰੀ ਸਾਹਿਬ ਤੁਹਾਡੇ ਲਈ ਦੁਆ ਵੀ ਕਰ ਸਕਣਗੇ। ਤੇ ਮੈਂ ਪਾਦਰੀ ਸਾਹਿਬ ਤੁਹਾਡੇ ਅੱਗੇ ਰਿਕੁਐਸਟ ਕਰਦਾ ਵਾਂ ਜ਼ਰਾ ਅੱਜ ਆਪਣੇ ਖਾਨਦਾਨ ਦੇ ਬਾਰੇ ਤੇ ਸਾਨੂੰ ਦੱਸੋ, ਆਪਣੀ ਫੈਮਿਲੀ ਦੇ ਬਾਰੇ ਸਾਨੂੰ ਦੱਸੋ, ਕਿਵੇਂ ਤੁਸੀਂ ਕਿਵੇਂ ਤੁਹਾਡੇ ਵਾਲਿਦ ਨੇ ਪ੍ਰਭੂ ਨੂੰ ਕਬੂਲ ਕੀਤਾ ਔਰ ਕਿਵੇਂ ਇੱਕ ਸਿੱਖ ਧਰਮ ਦੇ ਵਿੱਚੋਂ ਉਹ ਮਸੀਹ ਦੇ ਕੋਲ ਆਏ। ਥੈਂਕ ਯੂ ਸਾਰੇ ਵਿਊਅਰਸ ਜਿੰਨੇ ਵੀ ਸਾਨੂੰ ਇਸ ਵੱਖ-ਵੱਖ ਮਾਧਿਅਮ ਦੇ ਰਾਹੀਂ ਦੇਖ ਰਹੇ ਆ ਤੇ ਸਪੈਸ਼ਲੀ ਮੈਂ ਥੈਂਕਸ ਕਰਦਾ ਡਾਕਟਰ ਸਾਹਿਬ ਦਾ, ਜਮੀਲ ਨਾਸਿਰ ਸਾਹਿਬ ਦਾ, ਉਹਨਾਂ ਦੀ ਪੂਰੇ ਟੀਮ ਦਾ, ਪਰਿਵਾਰ ਦਾ ਕਿ ਜਿਹੜੇ ਇੱਕ ਇਸ ਵੱਡੇ ਉਪਰਾਲੇ ਦੇ ਨਾਲ ਵੱਖ-ਵੱਖ ਸੇਵਕਾਂ ਨੂੰ ਜੋੜ ਕੇ ਤੇ ਪ੍ਰਭੂ ਦੀ ਮਹਿਮਾ ਨੂੰ ਵੱਡਾ ਕਰ ਰਹੇ ਆ। ਮੈਂ ਤੁਹਾਡੇ ਸਾਰੇ ਸ਼ਬਦਾਂ ਦਾ ਸਤਿਕਾਰ ਕਰਦਾ ਤੇ ਮੈਨੂੰ ਬਹੁਤ ਖੁਸ਼ੀ ਆ ਕਿ ਅੱਜ ਅਸੀਂ ਇੱਕ ਜਿਉਂਦੇ ਪਰਮੇਸ਼ਵਰ ਦੇ ਨਾਮ ਦੇ ਵਿੱਚ ਇਕੱਠੇ ਹੋਏ ਆ ਤੇ ਉਸਨੇ ਕਿੱਦਾਂ ਸਾਨੂੰ ਵੱਖ-ਵੱਖ ਥਾਵਾਂ ਤੋਂ ਇਕੱਠੇ ਕਰਕੇ ਇੱਕ ਕੀਤਾ ਆ। ਔਰ ਇੱਥੇ ਮੈਂ ਸਾਰਾ ਕੁਝ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਚਨ ਜਿਹੜਾ ਬਾਈਬਲ ਦਾ ਸਾਰਿਆਂ ਦੇ ਨਾਲ ਸਾਂਝਾ ਕਰਨਾ ਚਾਹੁੰਦਾ।
ਉਹ ਹਿਜ਼ਕੀਏਲ ਦੇ ਵਿੱਚ ਜਾ ਕੇ ਅਸੀਂ ਦੇਖਦੇ ਹਾਂ, ਹਿਜ਼ਕੀਏਲ 11 ਚੈਪਟਰ ਦੀ 17 ਤੋਂ 21 ਆਇਤ ਦੇ ਵਿੱਚ ਲਿਖਦਾ ਕਿ ਮੈਂ ਵੱਖ-ਵੱਖ ਜਾਤੀਆਂ ਚੋਂ, ਉਮਤਾਂ ਚੋਂ ਸਾਨੂੰ ਇਕੱਠੇ ਕਰ ਲਵਾਂਗਾ, ਔਰ ਉਸਨੇ ਸਾਨੂੰ ਇਕੱਠੇ ਕਰਕੇ ਬੁਲਾਇਆ। ਇਹ ਉਸਦੀ ਸਾਮਰਥ ਆ ਕਿ ਅੱਜ ਅਸੀਂ ਜੇ ਇਕੱਠੇ ਹੋਏ ਆ। ਔਰ ਸਪੈਸ਼ਲੀ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਜਿੰਨੇ ਭੈਣਾਂ ਭਰਾ ਅੱਜ ਸਾਨੂੰ ਦੇਖਣਗੇ ਔਰ ਜਦੋਂ ਪ੍ਰੇਅਰਸ ਹੋਣਗੀਆਂ ਤੇ ਡਾਕਟਰ ਸਾਹਿਬ ਦੇ ਨਾਲ ਮਿਲ ਕੇ ਅਸੀਂ ਦੁਆ ਕਰਾਂਗੇ, ਤੇ ਮੇਰਾ ਇਹ ਪੱਕਾ ਭਰੋਸਾ ਕਿ 100% ਅੱਜ ਤੁਹਾਡੀ ਆਜ਼ਾਦੀ ਦਾ ਦਿਨ ਹੈ ਯਿਸੂ ਮਸੀਹ ਦੇ ਜ਼ਿੰਦਾ ਨਾਮ ਵਿੱਚ। ਆਮੀਨ ਆਮੀਨ। ਜੀ ਪਾਦੀ ਸਾਹਿਬ, ਤੁਸੀਂ ਸਾਨੂੰ ਜਰਾ ਆਪਣੇ ਫਾਦਰ ਦੇ ਬਾਰੇ ਦੱਸੋ ਕਿ ਕਿਵੇਂ ਉਹ ਪ੍ਰਭੂ ਦੇ ਵਿੱਚ ਆਏ, ਕਿਉਂਕਿ ਮੈਨੂੰ ਪਤਾ ਹੈ ਕਿ ਤੁਹਾਡੇ ਫਾਦਰ ਇੱਕ ਜ਼ਿਮੀਦਾਰ ਸਨ ਔਰ ਜ਼ਿਮੀਦਾਰੇ ਹੁੰਦਿਆਂ ਹੋਇਆ ਉਹਨਾਂ ਕਿੰਜ ਭਾਰਤ ਦੇਸ਼ ਨੂੰ ਛੱਡਿਆ ਤੇ ਆਸਟ੍ਰੇਲੀਆ ਜਾ ਕੇ ਵਸੇ, ਕਿਵੇਂ ਉਹਨਾਂ ਦੀ ਕਨਵਰਜਨ ਹੋਈ, ਕਿਵੇਂ ਉਹ ਸਾਰੀ ਉਹ ਕਹਾਣੀ ਸਾਨੂੰ ਜਰਾ ਮੁਖਤਸਰ ਜੀ ਦੱਸੋ। ਇੱਕ ਗੱਲ ਡਾਕਟਰ ਸਾਹਿਬ ਮੈਂ ਦਰੁਸਤ ਕਰਨੀ ਚਾਹੁੰਦਾ, ਤੁਹਾਡਾ ਸਵਾਲ ਬਹੁਤ ਵਧੀਆ, ਜਿਹੜਾ ਤੁਸੀਂ ਕਨਵਰਸ਼ਨ ਦੀ ਗੱਲ ਕੀਤੀ ਆ, ਇੱਥੇ ਮੈਂ ਥੋੜਾ ਜਿਹਾ ਬਹੁਤਾ ਜ਼ਿਆਦਾ ਮੈਂ ਇਹਨੂੰ ਲੈਣਾ ਨਹੀਂ ਮੰਗਦਾ, ਕਰਕੇ ਬਾਈਬਲ ਜਿਹੜਾ ਆ, ਯਿਸੂ ਮਸੀਹ ਜਿਹੜਾ ਆ, ਉਹ ਕਿਸੇ ਨੂੰ ਬਦਲਣ ਵਾਸਤੇ ਨਹੀਂ ਪਰ ਉਹਨੂੰ ਜ਼ਿੰਦਗੀ ਦੇਣ ਵਾਸਤੇ, ਯਿਸੂ ਦੀ ਲਾਈਫ ਹੈ। ਪ੍ਰੇਜ਼ ਲਾਰਡ। ਸੋ ਇਹ ਜਿਹੜੀਆਂ ਚੀਜ਼ਾਂ ਨੇ ਕਿ ਆਪਾਂ ਕਈ ਵਾਰੀ ਗੱਲ ਕਰਦੇ ਹਾਂ ਕਿ ਵੱਖ-ਵੱਖ ਧਰਮਾਂ ਤੋਂ ਜਾਂ ਵੱਖ-ਵੱਖ ਜਾਤੀਆਂ ਤੋਂ, ਸੋ ਮੈਂ ਇਹ ਕਹਿਣਾ ਚਾਹੁੰਦਾ ਅਸੀਂ ਥੋੜਾ ਜਿਹਾ ਹਟ ਕੇ ਰਵਾਂਗੇ, ਕਿਉਂਕਿ ਸਾਡਾ ਕੰਮ ਯਿਸੂ ਮਸੀਹ ਦੇ ਨਾਮ ਨੂੰ ਉੱਚਾ ਕਰਨਾ ਹੈ ਤੇ ਨਾ ਕਿ ਅਸੀਂ ਧਰਮਾਂ ਦੇ ਵਿੱਚ ਪੈਣਾ ਹੈ, ਕਿਉਂਕਿ ਪਰਮੇਸ਼ਵਰ ਨੇ ਕੋਈ ਧਰਮ ਨਹੀਂ ਬਣਾਇਆ, ਉਹਨੇ ਇਨਸਾਨ ਬਣਾਇਆ। ਇਸ ਕਰਕੇ ਇਨਸਾਨ ਜੰਮਿਆ, ਇਨਸਾਨ ਨੇ ਮਰਨਾ, ਇਨਸਾਨ ਦਾ ਨਿਆਂ ਹੋਣਾ। ਸੋ ਆਪਾਂ ਜਿਹੜਾ ਆ ਲਾਈਫ ਦੇ ਨਾਲ ਡਾਕਟਰ ਸਾਹਿਬ ਚੱਲਣਾ। ਮੈਂ ਗੁਸਤਾਖੀ ਮਾਫ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਬੜੇ ਵੱਡੇ ਪੱਧਰ ਤੇ ਬੈਠ ਕੇ ਦੇਖਣਗੇ ਇਸ ਪ੍ਰੋਗਰਾਮ ਨੂੰ, ਕਿਉਂਕਿ ਜੋ ਬਣ ਰਿਹਾ ਸਾਰੀ ਜ਼ਿੰਦਗੀ ਚੱਲਦਾ ਰਹਿਣਾ। ਸੋ ਸਭ ਤੋਂ ਪਹਿਲਾਂ ਮੈਂ ਇਸ ਕਰਕੇ ਮਾਫੀ ਚਾਹੁੰਦਾ, ਕਿਉਂਕਿ ਮੈਨੂੰ ਥੋੜਾ ਜਿਹਾ ਤੁਹਾਡਾ ਸਵਾਲ ਦਰੁਸਤ ਕਰਨਾ ਪਿਆ। ਮੈਂ ਤੁਹਾਨੂੰ ਬੜਾ ਪ੍ਰੇਮ ਕਰਦਾ ਤੇ ਤੁਸੀਂ ਬੜੇ ਸੀਨੀਅਰ ਹੋ। ਸੋ ਬੇਨਤੀ ਇਹ ਹੈ ਕਿ ਜਦੋਂ ਵੀ ਅਸੀਂ ਇਕੱਠੇ ਹੁੰਦੇ ਆ ਤੇ ਸਾਡੇ ਇਕੱਠੇ ਹੋਣ ਤੋਂ ਬਾਣੀ ਕਹਿੰਦੀ ਆ ਕੋਈ ਵਿਵਾਦ ਨਾ ਨਿਕਲੇ। ਸੋ ਆਪਾਂ ਇਹੋ ਜਿਹੀ ਗੱਲ ਕਰਨੀ ਹੈ, ਇਹੋ ਜਿਹਾ ਪ੍ਰੇਮ ਲੋਕਾਂ ਦੇ ਵਿੱਚ ਲੈ ਕੇ ਜਾਣਾ ਜਿਹੜਾ ਯਿਸੂ ਮਸੀਹ ਨੇ ਸਾਡੇ ਨਾਲ ਕੀਤਾ ਹੈ। ਸੋ ਤੁਹਾਡੇ ਜਿਹੜੇ ਪਿਤਾ ਨੇ ਉਹ ਕਿਵੇਂ ਖੁਦਾਵੰਦ ਨੂੰ ਉਹਨਾਂ ਕਬੂਲ ਕੀਤਾ? ਮੇਰਾ ਸਿੱਧਾ ਜਿਹਾ ਸਵਾਲ ਹੈ ਕਿ ਉਹਨਾਂ ਦੀ ਲਾਈਫ ਕਿਵੇਂ ਹੋਰ ਸਾਡਾ ਕਰ ਦਿੰਦੇ ਆ। ਸਾਰੇ 1985 ਦੇ ਵਿੱਚ ਮੇਰੇ ਫਾਦਰ ਸਾਹਿਬ ਆਸਟ੍ਰੇਲੀਆ ਗਏ ਸੀਗੇ। ਕੁਝ ਕਾਰਨਾਂ ਕਰਕੇ ਉਹਨਾਂ ਦੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆ ਗਈ। ਉੱਥੇ ਜਾ ਕੇ ਉਹ ਬਿਮਾਰ ਹੋ ਗਏ। ਬਿਮਾਰ ਹੋਣ ਦੇ ਬਾਵਜੂਦ ਉਹਨਾਂ ਨੇ ਬਹੁਤ ਸਾਰੇ ਇਲਾਜ ਕਰਵਾਏ। जी ਤੁਹਾਡੀ ਆਵਾਜ਼ ਆ ਰਹੀ ਹੈ ਬਿਲਕੁਲ ਕਲੀਅਰ ਸਾਨੂੰ। ਬਹੁਤ ਸਾਰੇ ਇਲਾਜ ਉਹਨਾਂ ਨੇ ਕਰਾਏ ਪਰ ਉਹਨਾਂ ਨੂੰ ਉਸ ਇਲਾਜ ਦੇ ਨਾਲ ਕੋਈ ਫਰਕ ਨਹੀਂ ਪਿਆ। ਈਵਨ ਦੈਨ ਜਿਹੜੇ ਆਸਟ੍ਰੇਲੀਆ ਦੇ ਡਾਕਟਰ ਸੀਗੇ ਉਹਨਾਂ ਨੇ ਲਿਖ ਕੇ ਦੇ ਦਿੱਤਾ ਸੀਗਾ ਵੀ ਸਿੰਘ ਤੇਰੀ ਬਿਮਾਰੀ ਸਾਡੀ ਸਮਝ ਵਿੱਚ ਨਹੀਂ ਆਉਂਦੀ, ਇਸ ਕਰਕੇ ਤੂੰ ਇੰਡੀਆ ਜਾ ਕੇ ਆਪਣਾ ਇਲਾਜ ਕਰਾ ਲਾ। ਪਰ ਪ੍ਰੋਬਲਮ ਇਹ ਸੀਗੀ ਮੇਰੇ ਫਾਦਰ ਸਾਹਿਬ ਇੰਡੀਆ ਨਹੀਂ ਆ ਸਕਦੇ ਸੀ, ਕਿਉਂਕਿ ਉਹ ਬੜੀ ਮੁਸ਼ਕਲ ਦੇ ਨਾਲ ਉਹਨਾਂ ਸਮਿਆਂ ਦੇ ਵਿੱਚ ਆਸਟ੍ਰੇਲੀਆ ਗਏ ਸੀ। ਸੋ ਚਾਹੁੰਦੇ ਸੀਗੇ ਕਿ ਹਰ ਜਦੋਂ ਜੰਗ ਬੰਦਾ ਕੋਈ ਵੀ ਬਾਹਰ ਜਾਂਦਾ ਉਹ ਇਦਾਂ ਹੀ ਸੋਚਦਾ ਉੱਥੇ ਸੈਟਲ ਹੋਣਾ ਆ ਤੇ ਉੱਥੇ ਆਪਣੇ ਆਪ ਨੂੰ ਪੱਕਾ ਕਰਨਾ। ਸੋ ਉਹ ਵੀ ਇਦਾਂ ਦੀ ਸੋਚ ਦੇ ਵਿੱਚ ਸੀਗੇ। ਪਰ ਪਰਮੇਸ਼ਵਰ ਦੀ ਪਲੈਨਿੰਗ ਸੀਗੀ ਵੀ ਕੁਛ ਹੋ ਨਹੀਂ ਸਕਿਆ ਜਿੱਦਾਂ ਉਹ ਸੋਚਦੇ ਸੀਗੇ, ਕਰਕੇ ਉਹ ਪਰਮੇਸ਼ਵਰ ਨੇ ਇੱਕ ਰਸਤਾ ਹੀ ਬਣਾਇਆ ਸੀਗਾ ਕਿ ਪੰਜਾਬ ਦੇ ਵਿੱਚ ਇੱਕ ਯਿਸੂ ਮਸੀਹ ਦੇ ਨਾਂ ਦਾ ਝੰਡਾ ਜਿਹੜਾ ਸਾਰੀ ਦੁਨੀਆ ਦੇ ਵਿੱਚ ਉਹਦੀ ਮਹਿਮਾ ਨੂੰ ਉੱਚਾ ਕਰੇ, ਗੱਡਣ ਵਾਸਤੇ ਉਹਨਾਂ ਨੇ ਸੰਤ ਹਰਭਜਨ ਸਿੰਘ ਜੀ ਨੂੰ ਆਸਟ੍ਰੇਲੀਆ ਬੁਲਾਇਆ ਸੀ। ਮੈਂ ਇਹ ਸੋਚਦਾ ਹੁਣ ਪ੍ਰੇਜ਼ ਗॉड। ਔਰ ਉਹਨਾਂ ਨੇ ਮੇਰੇ ਪਰਿਵਾਰ ਨੂੰ ਸਾਨੂੰ ਉਹ ਟੈਲੀਗ੍ਰਾਮ ਉਦੋਂ ਹੁੰਦਾ ਸੀਗਾ ਤੇ ਟੈਲੀਗ੍ਰਾਮ ਦੇ ਰਾਹੀਂ ਗੱਲ ਹੁੰਦਾ ਸੀਗਾ, ਤੇ ਜਿਹੜਾ ਟੈਲੀਫੋਨ ਸੀਗਾ ਉਹ ਵੀ ਬਹੁਤ ਵਿਰਲਾ ਹੁੰਦਾ ਸੀ, ਬਹੁਤ
10 ਕਿਲੋਮੀਟਰ 5 ਕਿਲੋਮੀਟਰ ਤੇ ਜਾ ਕੇ ਕਿਤੇ ਕਿਤੇ ਟੈਲੀਫੋਨ ਮਿਲਦਾ ਸੀ, ਉੱਥੇ ਤੁਹਾਨੂੰ ਲਾਈਨਾਂ 'ਚ ਲੱਗ ਕੇ ਟੈਲੀਫੋਨ ਸੁਣਨਾ ਪੈਂਦਾ ਸੀ। ਉਹ ਮੈਨੂੰ ਬਿਲਕੁਲ ਯਾਦ ਹੈ ਉਹ ਦ੍ਰਿਸ਼, ਜਦੋਂ ਸਾਰੀ ਦਿਹਾੜੀ ਲੰਘ ਜਾਂਦੀ ਸੀਗੀ ਕਿ ਤੁਹਾਡਾ ਫੋਨ ਆਉਣਾ ਹੈ ਜੀ, ਇੱਥੇ ਆ ਕੇ ਬੈਠੋ, ਤੁਹਾਡੇ ਬੰਦੇ ਨੇ ਫੋਨ ਕੀਤਾ ਹੈ। ਅੱਜ ਕੱਲ ਤੇ ਬਹੁਤ ਸੁਣਾਉਣ ਵਾਲਾ ਫੋਨ। ਜੀ ਸੋ ਕਈ ਵਾਰੀ ਲੋਕਾਂ ਨੂੰ ਲੱਗਦਾ ਕਿ ਬਾਹਲਾ ਹੀ ਸਖਾਲਾ ਜੀ, ਦੇਖੋ ਇੱਕ ਬੰਦੇ ਨੇ ਕੋਟ ਪਾਇਆ, ਇੱਕ ਨੇ ਟਾਈ ਲਾਈ ਆ, ਟੀਵੀ ਮੂਹਰੇ ਬੈਠੇ ਆ, ਲੋਕਾਂ ਨੂੰ ਗੱਲਾਂ ਸੁਣਾਉਂਦੇ ਆ। ਇੱਥੇ ਤੱਕ ਪਹੁੰਚਣ ਵਾਸਤੇ ਇੱਕ ਬਹੁਤ ਵੱਡੀ ਮਿਹਨਤ ਹੈ। ਅੱਛਾ, ਉਹ ਜਿਹੜੀ ਮਿਹਨਤ ਭਾਈ ਸਾਹਿਬ, ਜਦੋਂ ਤੁਹਾਡੇ ਵਾਲਿਦ ਜਾਂ ਪਿਤਾ ਤੁਹਾਡੇ ਮਸੀਹ ਦੇ ਵਿੱਚ ਆ ਗਏ ਨੇ ਔਰ ਉਹ ਜਿੰਜ ਵੀ ਉਹ ਖੁਦਾਵੰਦ ਨੂੰ ਉਹਨਾਂ ਕਬੂਲ ਕੀਤਾ, ਕੁਝ ਖਾਸ ਵਾਕਿਆ ਯਾਦ ਹੈ ਤੁਹਾਨੂੰ ਕਿ ਵਜ੍ਹਾ ਕੀ ਸੀ ਜਦੋਂ ਉਹਨਾਂ ਮਸੀਹ ਨੂੰ ਕਬੂਲ ਕਰ ਲਿਆ? ਕੋਈ ਖਾਸ ਵਾਕਿਆ? ਹਾਂਜੀ, ਖਾਸ ਵਾਕਿਆ ਇਹ ਸੀਗਾ ਕਿ ਉਹਨਾਂ ਦੀ ਬਾਡੀ ਦੇ ਵਿੱਚ ਏਦਾਂ ਰਹਿੰਦਾ ਸੀ ਜਿੱਦਾਂ ਚੈਸਟ ਤੇ, ਹੱਥਾਂ ਤੇ, ਪੈਰਾਂ ਦੇ ਵਿੱਚ ਕਿਸੇ ਨੇ ਕੋਲਿਆਂ ਦੀ ਅੱਗ ਰੱਖੀ ਹੋਵੇ, ਏਦਾਂ ਹਮੇਸ਼ਾ ਉਹਨਾਂ ਦੀ ਜਲਨ ਹੁੰਦੀ ਸੀ ਬਾਡੀ ਦੇ ਵਿੱਚ। ਸੋ ਬਾਡੀ ਦੇ ਵਿੱਚ ਜਲਨ ਹੋਣ ਕਰਕੇ ਠੰਡੇ ਪਾਣੀ ਨਾਲ ਨਹਾਉਂਦੇ ਸੀ, ਸਮੁੰਦਰ ਦੇ ਕੰਢੇ ਤੇ ਜਾ ਕੇ ਬੈਠੇ ਰਹਿੰਦੇ ਸੀ, ਹੋਰ ਏਦਾਂ ਦੀਆਂ ਜੋ ਵੀ ਚੀਜ਼ਾਂ ਇੱਕ ਆਦਮੀ ਕਰ ਸਕਦਾ ਨਾ ਕਰਦੇ ਸੀਗੇ। ਸੋ ਸੁਭਾਵਿਕ ਗੱਲ ਇਹ ਹੋਈ, ਬਾਈਬਲ ਏਦਾਂ ਸਾਨੂੰ ਦੱਸਦਾ ਯਿਸੂ ਮਸੀਹ ਨੇ ਸਾਨੂੰ ਲੱਭਿਆ, ਅਸੀਂ ਯਿਸੂ ਮਸੀਹ ਨੂੰ ਨਹੀਂ ਲੱਭਿਆ। ਤੇ ਮੈਂ ਸੁਣਿਆ, ਮੈਂ ਪਾਦਰੀ ਸਾਹਿਬ ਸੁਣਿਆ ਹੈ ਕਿ ਕੋਈ 2 ਖਵਾਤੀਨ ਨੇ ਆ ਕੇ ਉਹਨਾਂ ਨੂੰ ਇਵੈਂਜਲਾਈਜ਼ ਕੀਤਾ, ਉਹਨਾਂ ਨੂੰ ਇੰਜੀਲ ਸੁਣਾਈ। ਮੈਂ ਇੱਕ ਡਾਕੂਮੈਂਟਰੀ ਦੇਖ ਰਿਹਾ था ਉਹਨਾਂ ਦੀ ਡਾਕੂਮੈਂਟਰੀ ਲਾਈਫ ਦੇਖ ਰਿਹਾ था ਕਿ ਕੋਈ 2 ਖਵਾਤੀਨ ਮੈਂ ਉੱਥੇ ਆ ਰਿਹਾ ਜੀ ਮੈਂ ਉੱਥੇ ਪਹੁੰਚ ਰਿਹਾ ਜੀ। ਪਲੀਜ਼ ਨਾਲ ਮੈਂ ਇਹ ਵੀ ਗੱਲ ਰੱਖਣੀ ਚਾਹੁੰਦਾ, ਜਿਹੜੇ ਲੋਕ ਸਾਨੂੰ ਲਾਈਵ ਦੇਖਦੇ ਆ ਉਹਨਾਂ ਦਾ ਜੀਵਨ ਹੁਣ ਕਿੱਦਾਂ ਬਦਲਣਾ ਆ, ਨਾਲ ਮੈਂ ਦੱਸਾਂਗਾ ਜੋ ਵੀ ਤੁਹਾਡੇ ਸਵਾਲ ਨੇ। ਸੋ ਅੱਜ ਵੀ ਯਿਸੂ ਮਸੀਹ ਤੁਹਾਨੂੰ ਲੱਭਦੇ ਆ, ਜਿਹੜੇ ਬਹੁਤ ਸਾਰੇ ਸਾਨੂੰ ਟੀਵੀ ਸਕਰੀਨ ਤੇ ਬੈਠੇ ਆ, ਉਹਨੇ ਏਦਾਂ ਹੀ ਲੱਭ ਲੈਣਾ। ਉਹਨੇ ਤੁਹਾਡੇ ਪਹਿਲਾਂ ਹੀ ਨਾਂ ਲਿਖੇ ਹੋਏ ਆ। ਉਹ ਕਹਿੰਦਾ ਮੈਂ ਤੁਹਾਨੂੰ ਮਾਂ ਦੀ ਕੁੱਖ ਚ ਪੈਣ ਤੋਂ ਪਹਿਲਾਂ ਹੀ ਤੁਹਾਨੂੰ ਚੁਣ ਲਿਆ। ਸੋ ਏਦਾਂ ਹੀ ਉਹਨੇ ਸਾਨੂੰ ਚੁਣ ਲਿਆ ਸੀ, ਸਾਡੇ ਫਾਦਰ ਸਾਹਿਬ ਨੂੰ ਚੁਣ ਲਿਆ ਸੀ, ਏਦਾਂ ਹੀ ਸਾਡੇ ਹੋਰ ਜਿਹੜੇ ਭੈਣਾਂ ਭਰਾ ਆ ਉਹਨਾਂ ਨੂੰ ਪਰਮੇਸ਼ਵਰ ਨੇ ਚੁਣਿਆ। ਤੇ ਹੋਇਆ ਇਹ ਕਿ ਜਿਸ ਘਰ ਦੇ ਵਿੱਚ ਮੇਰੇ ਪਿਤਾ ਜੀ ਰਹਿੰਦੇ ਸੀਗੇ, ਉਹ ਚਰਚ ਨੂੰ ਜਾਂਦਾ ਸੀਗਾ ਆਦਮੀ ਜਿਹੜਾ ਸੀਗਾ ਉਹ ਅੰਗਰੇਜ਼ ਸੀਗਾ। ਅੱਛਾ, ਉਹਨੇ ਮੇਰੇ ਫਾਦਰ ਸਾਹਿਬ ਨੂੰ ਕਿਹਾ ਕਿ ਸਿੰਘ ਕੀ ਗੱਲ ਹੈ, ਤੂੰ ਥੱਲੇ ਸੌ ਰਿਹਾ ਏ, ਤੂੰ ਬੜਾ ਪਰੇਸ਼ਾਨ ਰਹਿੰਦਾ ਏ, ਤੂੰ ਕੰਮ ਤੇ ਨਹੀਂ ਜਾਂਦਾ, ਤੂੰ ਆਪਣੇ ਕਮਰੇ ਦੇ ਵਿੱਚ ਬੰਦ ਰਹਿੰਦਾ ਹੈ। ਫਿਰ ਮੇਰੇ ਫਾਦਰ ਸਾਹਿਬ ਨੇ ਉਹਨੂੰ ਸਾਰੀ ਗੱਲ ਦੱਸੀ ਕਿ ਆਹ ਪ੍ਰੋਬਲਮ ਹੈ, ਇਸ ਕਰਕੇ ਮੈਂ ਬਹੁਤ ਦੁਖੀ ਹਾਂ। ਤੇ ਉਹਨੇ ਕਿਹਾ ਮੇਰੇ ਨਾਲ ਚਰਚ ਨੂੰ ਆਇਆ। ਮੇਰੇ ਫਾਦਰ ਸਾਹਿਬ ਨੇ ਨਾ ਚਰਚ ਨਹੀਂ ਜਾਣਾ, ਕਿਉਂਕਿ ਸਾਡੇ ਜਿਹੜੀ ਗੱਲ ਤੁਸੀਂ ਪਹਿਲਾਂ ਸ਼ੁਰੂ ਕੀਤੀ ਸੀਗੀ ਉਹਦੇ ਨਾਲ ਹੀ ਜੁੜਦਾ। ਸੋ ਸਾਡੇ ਮਨਾਂ 'ਚ, ਸਾਡੇ ਦਿਲਾਂ ਦੇ ਵਿੱਚ ਕੋਈ ਉਹ ਚੀਜ਼ਾਂ ਖੜੀਆਂ ਆ ਦਿਮਾਗ ਦੇ ਅੰਦਰ, ਸੋਚਾਂ ਦੇ ਅੰਦਰ, ਜਿਨ੍ਹਾਂ ਦਾ ਕੋਈ ਅਰਥ ਭਾਵ ਨਹੀਂ ਹੈਗਾ। ਅਸੀਂ ਇਸ ਦੁਨੀਆ ਤੇ ਆਏ ਆ, ਸਾਨੂੰ ਲਾਈਫ ਮਿਲੀ ਆ, ਅਸੀਂ ਲਾਈਫ ਇੰਜੋਏ ਕਰਨੀ ਆ। ਸੋ ਅਸੀਂ ਲਾਈਫ ਇੰਜੋਏ ਨਹੀਂ ਕਰਦੇ, ਇਸੇ ਕਰਕੇ ਅਸੀਂ ਪ੍ਰੋਬਲਮ ਦੇ ਵਿੱਚ ਰਹਿੰਦੇ ਆ। ਸੋ ਜਿੱਦਾਂ ਪਰਮੇਸ਼ਵਰ ਨੇ ਸਾਨੂੰ ਦਿੱਤੀ ਆ ਲਾਈਫ, ਉਦਾਂ ਇੰਜੋਏ ਕਰਨਾ ਬਾਈਬਲ ਸਾਨੂੰ ਸਿਖਾਉਂਦਾ ਹੈ। ਸੋ ਜਦੋਂ ਮੇਰੇ ਫਾਦਰ ਸਾਹਿਬ ਨੇ ਕਿਹਾ ਵੀ ਨਹੀਂ ਭਾਈ ਇਹ ਸੌਦਾ ਨਹੀਂ ਮਨਜ਼ੂਰ, ਮੈਂ ਚਰਚ ਨਹੀਂ ਜਾ ਸਕਦਾ, ਫਿਰ ਥੋੜੇ ਦਿਨ ਪੈ ਗਏ। ਅੱਛਾ, ਫਿਰ ਉਹਨਾਂ ਨੇ ਕਿਹਾ ਵੀ ਨਹੀਂ ਤੂੰ ਸਿੰਘ ਬਹੁਤ ਜ਼ਿਆਦਾ ਤੰਗ ਹੈ, ਤੂੰ ਆ ਇੱਕ ਵਾਰੀ ਚਰਚ ਨੂੰ, ਪਾਦਰੀ ਤੇਰੇ ਲਈ ਪ੍ਰਾਰਥਨਾ ਕਰੂਗਾ, ਤੂੰ ਠੀਕ ਹੋ ਜਾਏਗਾ। ਇੱਕ ਦਿਨ ਮੇਰੇ ਫਾਦਰ ਸਾਹਿਬ ਨੇ ਮਨ ਬਣਾ ਲਿਆ, ਉਹ ਗਏ। ਜਦੋਂ ਗਏ ਚਰਚ ਵਿੱਚ ਕੋਈ 150 ਆਦਮੀ ਕਹਿੰਦੇ ਬੈਠਾ ਸੀਗਾ, ਪ੍ਰੇ ਕਰਦਾ ਸੀ, ਅਦਰ ਟੰਗਸ ਦੇ ਵਿੱਚ ਪ੍ਰਾਰਥਨਾ ਕਰਦੇ ਸੀ, ਹੋਰ ਨਾ ਜਵਾਨਾਂ ਦੇ ਵਿੱਚ ਪ੍ਰਾਰਥਨਾ ਕਰੀ ਜਾਂਦੇ ਸੀ। ਇਹਨਾਂ ਨੂੰ ਕੋਈ ਸਮਝ ਨਹੀਂ ਆਉਂਦਾ, ਸਾਰੇ ਰੌਲਾ ਪੈਂਦੇ ਆ, ਪ੍ਰਾਰਥਨਾ ਕਰਦੇ ਆ, ਉਹਨਾਂ ਨੂੰ ਕੁਛ ਪਤਾ ਨਹੀਂ ਲੱਗਦਾ ਕੌਣ ਕੀ ਕਹਿ ਰਿਹਾ। ਜਦੋਂ ਉਹ ਪ੍ਰਾਰਥਨਾ ਕਰ ਹਟੇ ਸਾਰਾ, ਉਹਨਾਂ ਨੇ ਜਾ ਕੇ ਪਾਦਰੀ ਸਾਹਿਬ ਨੂੰ ਪੁੱਛਿਆ, ਪਾਦਰੀ ਸਾਹਿਬ ਮੈਨੂੰ ਕੋਈ ਸਮਝ ਨਹੀਂ ਆਇਆ, ਇੱਥੇ ਕੀ ਹੁੰਦਾ ਸੀਗਾ, ਇਹ ਕਿਹੜੀ ਭਾਸ਼ਾ ਬੋਲਦੇ ਆ? ਪਾਦਰੀ ਸਾਹਿਬ ਨੇ ਕਿਹਾ ਤੂੰ ਥੋੜਾ ਚਰਚ ਨੂੰ ਆਈ, ਤੈਨੂੰ ਵੀ ਮਿਲ ਜਾਊ। ਜਦੋਂ ਉਹਨੇ ਕਿਹਾ ਤੈਨੂੰ ਵੀ ਮਿਲ ਜਾਊ, ਉਸੇ ਵੇਲੇ ਇਹਨਾਂ ਦੇ ਦਿਲ ਵਿੱਚ ਜਿੱਦਾਂ ਕੋਈ ਕਿਸੇ ਚੀਜ਼ ਨੇ ਟੱਚ ਕੀਤਾ, ਏਦਾਂ ਉਹਨਾਂ ਨੂੰ ਟੱਚ ਕੀਤਾ, ਉਹਨੂੰ ਲੱਗਿਆ ਕਿ ਮੈਨੂੰ ਕੋਈ ਚੀਜ਼ ਛੂ ਰਹੀ ਹੈ। ਸੋ 8 ਹਫ਼ਤਿਆਂ ਦੇ ਵਿੱਚ ਇਹਨਾਂ ਨੇ ਐਨ ਸ਼ਿਫਾ ਪਾ ਲਈ, ਪੂਰਨ ਤੌਰ ਤੇ ਆਜ਼ਾਦੀ ਮਿਲ ਗਈ। ਆਸਟ੍ਰੇਲੀਆ ਦੇ ਵਿੱਚ ਪਾਸਟਰ ਮਿਲਟਨ ਦੇ ਦੁਆਰਾ ਮੇਰੇ ਫਾਦਰ ਸਾਹਿਬ ਨੇ ਪ੍ਰਭੂ ਯਿਸੂ ਮਸੀਹ ਨੂੰ ਜਾਣਿਆ ਸੀ। ਵਾਓ, ਪ੍ਰੇਜ਼ ਦ ਲਾਰਡ। ਤੇ ਫਿਰ ਭਾਈ ਸਾਹਿਬ ਫਿਰ ਉਹ ਛੱਡ ਕੇ ਆਸਟ੍ਰੇਲੀਆ ਪੰਜਾਬ ਆ ਗਏ ਵਾਪਸ?
ਹਾਂਜੀ, ਕਾਫੀ ਲੰਬੀ ਕਹਾਣੀ ਹੈ, ਪਰ ਆਪਾਂ ਇਹਨੂੰ ਸ਼ਾਰਟ ਵਿੱਚ ਕਰ ਲੈਂਦੇ ਆ। ਜੀ ਪਲੀਜ਼ ਤੁਸੀਂ ਜੇ ਤੁਹਾਡਾ ਮਨ ਕਰਦਾ ਜੀ ਦੱਸੋ ਸਾਨੂੰ। ਹਾਂਜੀ, ਅੱਜ ਦਾ ਦਿਨ ਤੁਹਾਡਾ ਸੌਰੀ, ਮੈਂ ਕਿਹਾ ਅੱਜ ਦਾ ਦਿਨ ਤੁਹਾਡੇ ਲਈ ਇਹ ਲੋਕ ਤੁਹਾਨੂੰ ਸੁਣ ਰਹੇ ਨੇ ਔਰ ਸੁਣਨਾ ਚਾਹ ਰਹੇ ਨੇ, ਤੁਹਾਡੀ ਉਹ ਕਹਾਣੀ ਸੁਣਨਾ ਚਾਹ ਰਹੇ ਨੇ, ਕਿਵੇਂ ਪ੍ਰਭੂ ਨੇ ਏਡਾ ਵੱਡਾ ਦਰਖਤ ਪੰਜਾਬ ਦੇ ਵਿੱਚ ਲਾਇਆ ਕਿ ਦੁਨੀਆ ਉਹ ਤੋਂ ਬਰਕਤ ਪਾ ਰਹੀ, ਉਹ ਸੁਣਨਾ ਚਾਹੁੰਦੇ ਨੇ ਲੋਕ। ਹਾਂਜੀ ਹਾਂਜੀ, ਥੈਂਕ ਯੂ ਸਾਰੇ ਜਿੰਨੇ ਵੀਵਰਸ ਆ, ਇੱਕ ਵਾਰ ਫਿਰ ਤੇ ਖਾਸ ਕਰਕੇ ਡਾਕਟਰ ਸਾਹਿਬ ਦਾ, ਜਿਨ੍ਹਾਂ ਨੇ ਅੱਜ ਮੈਨੂੰ ਇਹ ਸਮਾਂ ਦਿੱਤਾ ਕਿ ਮੈਂ ਇੱਥੇ ਆ ਕੇ ਪ੍ਰਭੂ ਦੇ ਵਚਨ ਦੇ ਨਾਲ ਨਾਲ ਗੱਲਾਂ ਕਰ ਸਕਾਂ। ਡਾਕਟਰ ਸਾਹਿਬ ਕਿ ਹਰ ਬੰਦਾ ਆਪਣੀ ਲਾਈਫ ਦੇ ਵਿੱਚ ਸੈੱਟ ਹੋਣਾ ਚਾਹੁੰਦਾ ਹੈ ਜੀ ਬਿਲਕੁਲ, ਤੇ ਉਹ ਆਪਣਾ ਭਵਿੱਖ ਆਪ ਬਣਾਉਣਾ ਚਾਹੁੰਦਾ। ਹਰ ਆਦਮੀ ਆਪਣੇ ਜੀਵਨ ਦੇ ਵਿੱਚ ਨਕਸ਼ਾ ਬਣਾਉਂਦਾ ਆ, ਵੀ ਉਹਨੇ ਮੈਪ ਰੈਡੀ ਕਰਦਾ ਮੈਂ ਕਿੱਧਰ ਨੂੰ ਜਾਣਾ। ਪਰ ਜਿੰਨੇ ਵੀ ਦੇਖ ਰਹੇ, ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਆ, ਇੱਕ ਮੈਪ ਪਰਮੇਸ਼ਵਰ ਨੇ ਸਾਡੀ ਜ਼ਿੰਦਗੀ 'ਚ ਰੈਡੀ ਕੀਤਾ ਆ। ਜੇ ਤੁਸੀਂ ਉਸ ਮੈਪ ਨੂੰ ਫੜ ਲਓਗੇ, ਤੁਸੀਂ ਜ਼ਿੰਦਗੀ 'ਚ ਕਦੇ ਨਿਰਾਸ਼ ਨਹੀਂ ਹੋਵੋਗੇ, ਕਦੇ ਧੋਖਾ ਨਹੀਂ ਖਾਓਗੇ। ਔਰ ਜਦੋਂ ਮੇਰੇ ਫਾਦਰ ਸਾਹਿਬ ਨੂੰ ਇਹ ਗੱਲ ਸਮਝ ਆਈ ਕਿ ਇੱਕ ਮੈਪ ਪਰਮੇਸ਼ਵਰ ਨੇ ਬਣਾਇਆ ਆ ਮੇਰੇ ਜੀਵਨ ਦੇ ਵਿੱਚ, ਫਿਰ ਉਹਨਾਂ ਨੇ ਪਾਦਰੀ ਸਾਹਿਬ ਨੂੰ ਜਾ ਕੇ ਕਿਹਾ, ਪਾਸਟਰ ਮਿਲਟਨ ਨੂੰ ਕਿਹਾ ਵੀ ਪਾਸਟਰ ਮਿਲਟਨ, ਮੇਰੇ ਇੰਡੀਆ ਦੇ ਵਿੱਚ ਲੋਕ ਬਹੁਤ ਦੁਖੀ ਆ, ਬਹੁਤ ਬਿਮਾਰ ਆ, ਮੈਨੂੰ ਵੀ ਦੱਸੋ ਤੁਸੀਂ ਕਿਹੜੀ ਪ੍ਰੇਅਰ ਕੀਤੀ ਆ, ਤੁਹਾਡੇ ਕੋਲ ਕਿਹੜੀ ਸ਼ਕਤੀ ਹੈ, ਕਿਹੜੀ ਤਾਕਤ ਹੈ, ਮੈਂ ਵੀ ਪੰਜਾਬ ਵਿੱਚ ਆ ਕੇ ਲੋਕਾਂ ਦਾ ਭਲਾ ਕਰ ਸਕਾਂ। ਫਿਰ ਪਾਸਟਰ ਮਿਲਟਨ ਨੇ ਮੇਰੇ ਫਾਦਰ ਸਾਹਿਬ ਨੂੰ ਕਿਹਾ, ਜੇ ਤੂੰ ਇਸ ਸ਼ਕਤੀ ਤੱਕ ਪਹੁੰਚਣਾ ਚਾਹਣਾ, ਜੇ ਤੂੰ ਇਸ ਰਾਜ ਨੂੰ ਜਾਣਨਾ ਚਾਹਣਾ, ਆਪਣਾ ਕੰਮ ਛੱਡ ਦੇ, ਬਾਈਬਲ ਲੈ ਲਾ, ਬਾਈਬਲ ਪੜ੍ਹ, ਪ੍ਰਾਰਥਨਾ ਕਰ, ਚਰਚ ਨੂੰ ਆਇਆ ਕਰ, ਵੱਧ ਤੋਂ ਵੱਧ ਇੱਥੇ ਰਹਿ, ਫਿਰ ਤੈਨੂੰ ਸਮਝ ਆਉਣੀ ਆ ਇਹ ਕੀ ਆ। ਔਰ ਮੇਰੇ ਫਾਦਰ ਸਾਹਿਬ ਨੇ ਖੁਸ਼ੀ ਦੇ ਵਿੱਚ ਸਾਰਾ ਕੰਮ ਛੱਡ ਦਿੱਤਾ। ਮੈਂ ਇੱਥੇ ਦੱਸ ਦੇਵਾਂ, ਉਸ ਸਮੇਂ ਮੇਰੇ ਫਾਦਰ ਸਾਹਿਬ ਨੂੰ 35,000 ਰੁਪਈਆ ਤਨਖਾਹ ਮਿਲਦੀ ਸੀਗੀ ਜਦੋਂ ਉਹਨਾਂ ਨੇ ਕੰਮ ਛੱਡਿਆ ਸੀਗਾ 1986 ਦੇ ਵਿੱਚ। 86 ਚ ਉਹਦੇ ਢੇਰ ਪੈਸੇ ਹੁੰਦੇ ਸਨ ਜੀ, ਉਹਦੇ ਤੇ ਬੜਾ ਹਾਂਜੀ ਢੇਰ ਹੁੰਦੇ ਸਨ ਉਹਦੀ, ਤੇ ਬਿਲਕੁਲ ਬਿਲਕੁਲ ਅਮਾਉਂਟ ਛੱਡ ਕੇ ਸਿਰਫ ਯਿਸੂ ਮਸੀਹ ਦੇ ਪਿੱਛੇ ਆ ਗਏ ਹੋ। ਹਾਂਜੀ, ਜਦੋਂ ਨਹੀਂ ਪਾਦਰੀ ਸਾਹਿਬ ਜਦੋਂ ਘਰ ਆਏ ਤੇ ਘਰਲਿਆਂ ਦਾ ਕੀ ਰਿਸਪੌਂਸ ਸੀ ਕਿ ਏਡੇ ਵੱਡੀ ਅਮਾਉਂਟ ਛੱਡ ਕੇ ਤੇ ਖਾਲੀ ਹੱਥ ਘਰ ਤੇ ਪ੍ਰਭੂ ਦੀ ਸੇਵਾ, ਘਰਲੇ ਕੀ ਆਉਂਦੇ ਸੀ? ਹਜੇ ਘਰ ਨਹੀਂ ਆਏ, ਘਰ ਆਉਣ ਨੂੰ ਟਾਈਮ ਲੱਗਣਾ ਆ। ਹਾਂਜੀ, ਲੰਮਾ ਕੰਮ ਹੈ। ਜਾਰੀ ਰੱਖੋ। 6 ਮਹੀਨੇ ਮੇਰੇ ਫਾਦਰ ਸਾਹਿਬ ਪਾਸਟਰ ਮਿਲਟਨ ਦੇ ਐਨ ਕਲੋਜ਼ ਹੋ ਗਏ। ਉਹਨਾਂ ਨੇ ਕਮਰੇ 'ਚ ਰਹਿਣਾ, ਪ੍ਰੇਅਰ ਕਰਨੀ, ਫਾਸਟਿੰਗ ਕਰਨੀ, ਬਾਈਬਲ ਪੜ੍ਹਨਾ। ਅੱਛਾ, ਇੱਕ ਹਾਸੇ ਦੀ ਗੱਲ ਹੋਰ, ਆਉਣ ਤੋਂ ਪਹਿਲਾਂ ਮੇਰੇ ਫਾਦਰ ਸਾਹਿਬ ਨੇ ਇੱਕ ਚਿੱਠੀ ਲਿਖੀ, ਟੈਲੀਗ੍ਰਾਮ ਲਿਖਿਆ, ਮੇਰਾ ਸਾਰਾ ਧਨ, ਮੇਰੀ ਜ਼ਮੀਨ, ਮੇਰੀ ਜਾਇਦਾਦ, ਮੇਰਾ ਪੈਸਾ ਜੋ ਵੀ ਆ ਸਾਰਾ ਯਿਸੂ ਮਸੀਹ ਦੇ ਨਾਲ ਲਵਾ ਦਿਓ। ਅਮੇਜ਼ਿੰਗ। ਟੈਲੀਗ੍ਰਾਮ ਆ ਗਈ। ਮੈਂ ਇੱਥੇ ਤੁਹਾਨੂੰ ਫਿਰ ਰੋਕਾਂਗਾ, ਵੈਸੇ ਜ਼ਮੀਨ ਤੁਹਾਡੀ ਹੈ ਕਿੰਨੀ ਸੀ ਉਸ ਵੇਲੇ? ਕੋਈ ਕਰੀਬ 15 ਏਕੜ। 15 ਏਕੜ ਬਹੁਤ ਜ਼ਮੀਨ ਹੈ ਜੀ। 15 ਏਕੜ ਇਹਦੇ ਇੰਜ ਕਰਕੇ ਵੇਖਣਾ ਪੈਂਦਾ ਉਹ ਉੱਥੋਂ ਤੱਕ ਜੀ। ਜਾਰੀ ਰੱਖੋ। ਸੋ ਟੈਲੀਗ੍ਰਾਮ ਮੇਰੇ ਘਰ ਆਇਆ ਤੇ ਜਦੋਂ ਟੈਲੀਗ੍ਰਾਮ ਪੜਿਆ ਉੱਤੇ ਏਦਾਂ ਲਿਖਿਆ ਸੀਗਾ, ਹਨਾ, ਤੇ ਸਾਰੇ ਕਹਿੰਦੇ ਹਰਭਜਨ ਸਿੰਘ ਦਾ ਦਿਮਾਗ ਨਹੀਂ ਠੀਕ, ਉਹਦਾ ਬਿਮਾਰੀ ਕਰਕੇ ਦਿਮਾਗ ਖਰਾਬ ਹੋ ਗਿਆ, ਕਿਉਂਕਿ ਯਿਸੂ ਮਸੀਹ ਦਾ ਕਦੇ ਨਾਂ ਹੀ ਨਹੀਂ ਸੁਣਿਆ ਸੀ। ਪੰਜਾਬ 'ਚ ਸਾਡੇ ਲਾਗੇ ਕੋਈ ਨਾਂ, ਕਦੇ ਯਿਸੂ ਮਸੀਹ ਦਾ ਨਾਂ ਨਹੀਂ ਅਸੀਂ ਸੁਣਿਆ ਸੀਗਾ ਕਿ ਯਿਸੂ ਮਸੀਹ ਦਾ ਨਾਂ ਕਿੱਥੇ ਆ। ਨਾ ਸਾਡੇ ਘਰ 'ਚ ਕੋਈ ਨਿਆਣਾ ਸੀ ਯਿਸੂ ਮਸੀਹ ਦੇ ਨਾਂ ਦਾ, ਨਾ ਕੋਈ ਸਿਆਣਾ ਸੀ, ਸਾਨੂੰ ਪਤਾ ਹੀ ਨਹੀਂ ਸੀ ਜੀਸਸ ਕ੍ਰਾਈਸਟ ਕੌਣ ਆ। ਸਾਰੇ ਏਦਾਂ ਸੋਚਦੇ ਸੀ ਦਿਮਾਗ ਨਹੀਂ ਠੀਕ, ਇਸ ਕਰਕੇ ਏਦਾਂ ਦੀ ਚਿੱਠੀਆਂ ਪਾਉਂਦਾ, ਟੈਲੀਗ੍ਰਾਮਸ ਕਰਦਾ। ਪਰ ਅੱਜ ਮੈਨੂੰ ਸਮਝ ਆਉਂਦੀ ਆ ਕਿ ਉਹ ਚਿੱਠੀ ਉਦੋਂ ਉਹਨਾਂ ਨੇ ਪਤਾ ਨਹੀਂ ਕਿਹੜੇ ਲੋਰ 'ਚ ਲਿਖੀ ਹੋਊਗੀ, ਪਰ ਅੱਜ ਸਭ ਕੁਝ ਅਸੀਂ ਆਪਣਾ ਯਿਸੂ ਮਸੀਹ ਨੂੰ ਦਿੱਤਾ। ਉਹਦੇ ਨਿਆਣੇ, ਸੰਤ ਹਰਭਜਨ ਸਿੰਘ ਦੇ ਨਿਆਣੇ ਵੀ ਅੱਜ ਯਿਸੂ ਮਸੀਹ ਦੇ ਨਾਂ ਦਾ ਪ੍ਰਚਾਰ ਕਰਦੇ ਆ, ਜ਼ਮੀਨਾਂ 'ਚ ਚਰਚ ਬਣੇ ਆ, ਸਭ ਕੁਝ ਯਿਸੂ ਮਸੀਹ ਦੇ ਨਾਂ ਹੀ ਹੋ ਗਿਆ। ਹਾਲੇਲੂਇਆ, ਹਾਲੇਲੂਇਆ। ਸੋ ਫਿਰ ਉਹ ਜਦੋਂ ਆਪਣੇ ਕਮਰੇ 'ਚ ਇੱਕ ਦਿਨ ਪ੍ਰੇਅਰ ਕਰਦੇ ਸੀ ਆਸਟ੍ਰੇਲੀਆ ਦੇ ਵਿੱਚ ਹੀ, ਤੇ ਕਮਰਾ ਸਾਰਾ ਚਾਨਣ ਨਾਲ ਭਰ ਗਿਆ, ਤੇ ਉਹਦੇ ਵਿੱਚ ਇੱਕ ਆਵਾਜ਼ ਆਈ ਕਿ ਹਰਭਜਨ ਸਿੰਘ, ਤੂੰ ਜਿਹੜੇ ਵੀ ਆਦਮੀ ਦੇ ਲਈ ਪ੍ਰਾਰਥਨਾ ਕਰੂੰਗਾ ਮੈਂ ਉਹਨੂੰ ਚੰਗਾ ਕਰੂੰਗਾ।
Praise ਔਰ God. ਮੇਰੇ ਫਾਦਰ ਸਾਹਿਬ ਫਿਰ ਬਹੁਤ ਖੁਸ਼ੀ ਦੇ ਨਾਲ ਪਾਸਟਰ ਮਿਲਟਨ ਨੂੰ ਮਿਲਣ ਗਏ, ਉਹਨੂੰ ਜਾ ਕੇ ਦੱਸਿਆ ਵੀ ਅੱਜ ਮੈਂ ਪ੍ਰੇਅਰ ਕਰਦਾ ਸੀ ਤੇ ਅੱਜ ਏਦਾਂ ਆਵਾਜ਼ ਆਈ ਆ, ਏਦਾਂ ਰੋਸ਼ਨੀ ਆਈ ਆ। ਉਦੋਂ ਹੀ ਪਾਸਟਰ ਮਿਲਟਨ ਨੇ ਹੱਥ ਰੱਖ ਕੇ ਮੇਰੇ ਫਾਦਰ ਲਈ ਪ੍ਰੇਅਰ ਕੀਤੀ ਤੇ ਉਹਨਾਂ ਨੇ ਕਿਹਾ ਇਹ ਆਵਾਜ਼ ਤੈਨੂੰ ਪ੍ਰਭੂ ਦੀ ਆਈ ਆ, ਹੁਣ ਇਹਨੂੰ ਬੰਦ ਨਾ ਹੋਣ ਦੇ, ਤਕੜਾ ਹੋ ਜਾ, ਪੰਜਾਬ ਨੂੰ ਚਲ ਜਾ ਕੇ ਯਿਸੂ ਦੇ ਨਾਂ ਦੀਆਂ ਧੁੰਮਾਂ ਪਾ ਦੇ। Hallelujah. Hallelujah. ਸੋ ਫਿਰ ਮੇਰੇ ਫਾਦਰ ਪੰਜਾਬ ਚ ਵਾਪਸ ਆ ਗਏ ਤੇ ਅੱਜ ਕੱਲ ਜਿਹੜਾ ਮਾਹੌਲ ਆ ਉਹ ਥੋੜਾ ਜਿਹਾ ਕੰਜਸਟਡ ਆ, ਲੋਕਾਂ ਵਿੱਚ ਦੂਰੀਆਂ ਬਣ ਗਈਆਂ। ਪਾਦੀ ਸਾਹਿਬ ਉਦੋਂ ਬਹੁਤ ਪਿਆਰ ਹੁੰਦਾ ਸੀਗਾ। ਅੱਛਾ ਪਾਦੀ ਸਾਹਿਬ, ਮੇਰਾ ਜਿਹੜਾ ਸਵਾਲ ਹੈ ਉਹ ਇਹ ਵੇ ਕਿ ਜਦੋਂ ਸਭ ਕੁਝ ਬੰਦਾ ਛੱਡ ਕੇ ਘਰ ਹੁੰਦਾ ਨਾ, ਕਿਉਂਕਿ ਬੜੇ ਦਰਸ਼ਕ ਵੇਖ ਰਹੇ ਨੇ, ਬੜੇ ਜਿਹੜੇ ਸਰੋਤੇ ਸੁਣ ਰਹੇ ਨੇ, ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਇਹ ਗੱਲ ਹੋਏਗੀ, ਫਿਊਚਰ ਦੇ ਵਿੱਚ ਵੀ ਹੁਣ ਵੀ ਹੋਏਗੀ, ਕਿਉਂਕਿ ਜਦੋਂ ਬੰਦਾ ਸਭ ਕੁਝ ਮਸੀਹ ਲਈ ਛੱਡ ਕੇ ਘਰ ਹੁੰਦਾ ਹੈ ਤੇ ਘਰਲਿਆਂ ਦਾ ਰਿਸਪੌਂਸ ਕੀ ਸੀ, ਘਰਦਿਆਂ ਦਾ ਰਵੱਈਆ ਕੀ ਬਣਿਆ? ਇਹ ਸਾਰੀਆਂ ਚੀਜ਼ਾਂ ਹਿਡਨ ਦੇ ਵਿੱਚ ਸੀ, ਅਜੇ ਘਰਦਿਆਂ ਨੂੰ ਨਹੀਂ ਪਤਾ ਕੀ ਹੋ ਰਿਹਾ। ਅੱਛਾ ਜੀ। ਉਹਨਾਂ ਨੇ ਕਿਸੇ ਨੂੰ ਦੱਸਿਆ ਨਹੀਂ ਸੀ। ਅਚਨਚੇਤ ਉਹ ਆ ਗਏ, ਪੰਜਾਬ ਪਹੁੰਚ ਗਏ, ਆ ਕੇ ਕੁੰਡਾ ਖੜਕਾਇਆ ਤੇ ਸਾਰੇ ਖੁਸ਼ੀ ਦੇ ਨਾਲ ਫੁੱਲੇ ਨਹੀਂ ਸਮਾਉਂਦੇ ਸੀਗੇ ਕਿ ਹਨਾ ਬਈ ਸਾਡਾ ਆਦਮੀ ਘਰ ਵਾਪਸ ਆ ਗਿਆ। ਇੱਕ ਰਾਜੀ ਖੁਸ਼ੀ, ਜਿਹੜਾ ਇੱਕ ਮਰਨ ਦੇ ਕਿਨਾਰੇ ਸੀ, ਬਹੁਤ ਬਿਮਾਰ ਸੀਗਾ, ਤੇ ਫਿਰ ਸਾਰੇ ਉਹਨਾਂ ਨੂੰ ਇਦਾਂ ਹੀ ਪੁੱਛਦੇ ਸੀ ਠੀਕ ਕਿੱਦਾਂ ਹੋਇਆ। ਵਾਓ। ਤੇ ਜਦੋਂ ਉਹਨਾਂ ਨੂੰ ਇਹ ਪੁੱਛਦੇ ਸੀ ਠੀਕ ਕਿੱਦਾਂ ਹੋਇਆ, ਫਿਰ ਉਹ ਬਾਈਬਲ ਖੋਲਦੇ ਸੀ, ਦੱਸਦੇ ਸੀ ਠੀਕ ਕਿੱਦਾਂ ਹੋਇਆ। ਵਾਓ। ਜਦੋਂ ਉਹਨਾਂ ਨੇ ਇਹ ਦੱਸਣਾ ਸ਼ੁਰੂ ਕੀਤਾ ਵੀ ਠੀਕ ਕਿੱਦਾਂ ਹੋਇਆ, ਉਦੋਂ ਪਟਾਕੇ ਪਏ। ਅੱਛਾ, ਲੋੜਾ ਆ ਗਿਆ ਫਿਰ ਦੀ। ਉਦੋਂ ਸਾਰੇ ਕਹਿੰਦੇ ਸੀਗੇ ਕਿ ਓ ਹੋ ਵੀ ਹਰਭਜਨ ਸਿੰਘ ਜੀ ਨੇ ਤਾਂ ਆਪਣਾ ਧਰਮ ਹੀ ਬਦਲ ਲਿਆ, ਉਹ ਤਾਂ ਸਾਡੇ ਚੋਂ ਬਾਹਰ ਚਲੇ ਗਿਆ। ਕੋਈ ਕਹਿੰਦਾ ਸੀ ਸਾਡਾ ਨੱਕ ਵਢਾ ਦਿੱਤਾ, ਕੋਈ ਕਹਿੰਦਾ ਸੀ ਕੁਛ ਕਰਤਾ, ਕੋਈ ਕੁਛ ਕਰਤਾ। ਸੋ ਹਰ ਤਰ੍ਹਾਂ ਦੀਆਂ ਆਵਾਜ਼ਾਂ, ਬਹੁਤ ਸਾਡੇ ਲਈ ਬੜਾ ਔਖਾ ਹੋ ਗਿਆ ਬਾਹਰ ਨਿਕਲਣਾ, ਬਾਹਰ ਖੇਡਣ ਜਾਣਾ। ਸੋ ਬਹੁਤ ਟਫ ਜਿਹੜਾ ਸੀਗਾ ਉਸ ਵੇਲੇ ਸਿਚੁਏਸ਼ਨ ਕ੍ਰੀਏਟ ਹੋ ਗਈ ਸਾਡੇ ਵਾਸਤੇ। ਅਸੀਂ ਇੱਕ ਬਾਈਂਡ ਹੋ ਗਏ, ਕਿਸੇ ਪਾਸੇ ਜਾ ਨਹੀਂ ਸਕਦੇ ਸੀਗੇ। ਪਰ ਜਦੋਂ ਪਰਮੇਸ਼ਵਰ ਕਿਸੇ ਕੰਮ ਨੂੰ ਸ਼ੁਰੂ ਕਰਦੇ ਆ, ਧਰਤੀ ਦਾ ਕੋਈ ਆਦਮੀ ਉਹਨੂੰ ਬੰਦ ਨਹੀਂ ਕਰ ਸਕਦਾ। Praise the Lord. ਸੋ ਇਹ ਪਰਮੇਸ਼ਵਰ ਦੇ ਵੱਲੋਂ ਸੀ। ਉਦੋਂ ਸਾਨੂੰ ਵੀ ਨਹੀਂ ਪਤਾ ਸੀਗਾ, ਅਸੀਂ ਵੀ ਆਪਣੇ ਪਿਤਾ ਦੇ ਖਿਲਾਫ ਸੀਗੇ। ਖਿਲਾਫ ਕਿਉਂ ਸੀਗੇ? ਕਰਕੇ ਉਹ ਲੋਕਾਂ ਲਈ ਪ੍ਰੇਅਰ ਕਰਦੇ ਸੀ, ਲੋਕੀ ਠੀਕ ਹੁੰਦੇ ਸੀ। ਇੱਕ ਲਈ ਪ੍ਰੇਅਰ ਕੀਤੀ, ਉਹ ਠੀਕ ਹੋ ਗਿਆ, ਉਹਨੇ 2 ਲੈ ਕੇ ਆਉਣੇ। 2 ਲਈ ਪ੍ਰੇਅਰ ਕੀਤੀ, ਉਹ ਠੀਕ ਹੋ ਗਿਆ, ਉਹਨੇ 4 ਲੈ ਕੇ ਆਉਣੇ। 4 ਲਈ ਪ੍ਰੇਅਰ ਕੀਤੀ, ਠੀਕ ਹੋ ਗਏ, 8 ਲੈ ਕੇ ਆਉਣੇ। ਇੱਕ ਦਿਨ ਸ਼ਾਮ ਦਾ ਵਕਤ ਸੀਗਾ, ਸਾਰਾ ਪਰਿਵਾਰ ਬੈਠਾ ਰੋਟੀ ਖਾਣ ਦੇ ਲਈ ਇਕੱਠੇ ਹੋ ਕੇ। ਉਸ ਦਿਨ ਮੈਨੂੰ ਯਾਦ ਆ ਕਿਸੇ ਨੇ ਰੋਟੀ ਨਹੀਂ ਖਾਧੀ, ਕਿਉਂਕਿ ਸਾਡੇ ਘਰ ਵਿੱਚ ਜਿਹੜੀਆਂ ਲੇਡੀਜ਼ ਸੀਗੀਆਂ, ਜਿੰਨੀਆਂ ਵੀ ਸਾਂਝਾ ਪਰਿਵਾਰ ਸੀਗਾ, ਉਹਨਾਂ ਨੇ ਕਿਹਾ ਅਸੀਂ ਨਹੀਂ ਇਸ ਘਰ ਦੇ ਵਿੱਚ ਰਹਿਣਾ। ਸਾਨੂੰ ਇਹ ਨਹੀਂ ਪਤਾ ਲੱਗਦਾ ਇਹ ਘਰ ਆ ਕਿ ਹੋਟਲ ਆ। 100 ਕੱਪ ਚਾਹ ਦਾ ਬਣਦਾ, ਸਾਰੀ ਦਿਹਾੜੀ ਅਸੀਂ ਭਾਂਡੇ ਧੋਂਦੀਆਂ ਰਹਿੰਦੀਆਂ। ਸੋ ਸਪੈਸ਼ਲੀ ਮੇਰੀ ਮਦਰ। ਲੰਗਰ ਲੱਗਾ ਆ ਮਸੀਹ ਦਾ, ਪ੍ਰਭੂ ਦਾ ਮੇਲਾ ਲੱਗਾ ਰਹਿੰਦਾ ਸੀ ਘਰ, 24 ਘੰਟੇ ਲੋਕਾਂ ਦਾ ਆਉਣਾ ਜਾਣਾ, ਕਿਉਂਕਿ ਤੁਹਾਨੂੰ ਪਤਾ ਦੁਖੀ ਲੋਕ ਕਿੰਨੇ ਆ। ਸੋ ਹਰ ਬੰਦਾ ਸੁੱਖ ਭਾਲਦਾ। ਅੱਛਾ ਪਾਦੀ ਸਾਹਿਬ, ਉਦੋਂ ਤੁਸੀਂ ਜਿਹੜੇ ਹੋ ਜ਼ਾਤੀ ਤੌਰ ਤੇ, ਮਤਲਬ ਤੁਸੀਂ ਉਦੋਂ ਕਿੰਨੇ ਕੁ ਵੱਡੇ ਸੋ? ਤੁਹਾਡੀ ਉਮਰ ਕਿੰਨੀ ਸੀ ਉਸ ਵੇਲੇ? ਉਸ ਸਮੇਂ ਤੁਹਾਡੀ ਉਮਰ ਕਿੰਨੀ? ਮੈਂ 9 ਸਾਲ ਦਾ ਸੀਗਾ। ਅੱਛਾ, ਤੁਸੀਂ ਉਸ ਵੇਲੇ 9 ਸਾਲ ਦੇ ਸੋ। ਤੇ ਤੁਹਾਡੇ ਹੋਰ ਕਿੰਨੇ ਭੈਣ ਭਾਈ ਨੇ? ਤੁਹਾਡੇ ਖਾਨਦਾਨ ਵਿੱਚ ਕਿੰਨੇ ਤੁਸੀਂ ਭੈਣ ਭਾਈ ਹੋ? ਮੇਰੇ ਤੋਂ ਵੱਡੇ ਮੇਰੇ ਸਿਸਟਰ ਆ। ਤੁਹਾਡੇ ਤੋਂ ਵੱਡੇ ਤੁਹਾਡੇ ਸਿਸਟਰ ਸੋ, 2 ਭੈਣ ਭਾਈ ਹੋ ਤੁਸੀਂ? ਇੱਕ ਭਾਈ ਦੇ। ਸੋ ਉਹ ਥੋੜੇ ਤੁਹਾਡੇ ਤੋਂ ਵੱਡੇ ਸਨ, ਤੁਸੀਂ 9 ਸਾਲ ਦੇ ਸੋ। ਤੇ ਇਹ ਇੱਕ ਮੁਸ਼ਕਲ ਨਹੀਂ ਸੀ ਹੁੰਦਾ ਕਿ ਇੱਕ ਨਵਾਂ ਧਰਮ, ਨਵਾਂ ਤੌਰ ਤਰੀਕਾ, ਔਰ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਮੇਲਾ ਹੀ ਲੱਗਾ ਹੁੰਦਾ ਸੀ, ਜਿਵੇਂ ਲੰਗਰ ਲੱਗਾ ਹੋਇਆ, ਲੋਕ ਆ ਕੇ ਸ਼ਿਫਾ ਪਾ ਰਹੇ ਨੇ, ਤੇ ਉਸ ਤੋਂ ਬਾਅਦ ਤੁਹਾਡੇ ਵਾਲਿਦ ਨੇ ਉੱਥੇ ਚਰਚ ਕਿੰਜ ਪਲਾਂਟ ਕੀਤਾ? ਕਰੀਬ 2-2.5 ਸਾਲ ਉਹਨਾਂ ਨੇ ਘਰ ਵਿੱਚ ਹੀ ਪ੍ਰੇਅਰ ਕੀਤੀ ਆ, ਕਿਉਂਕਿ ਸਾਡੇ ਕੋਲ ਬਹੁਤ ਖੁੱਲੀ ਜਗ੍ਹਾ ਹੁੰਦੀ ਸੀਗੀ। ਘਰ ਵੀ ਕਾਫੀ ਵੱਡਾ ਪਰਮੇਸ਼ਵਰ ਦੀ ਕਿਰਪਾ ਦੇ ਨਾਲ। ਸੋ ਉਹਦੇ ਵਿੱਚ ਇੱਕ ਬਹੁਤ ਖੁੱਲੀ ਜਗ੍ਹਾ ਹੁੰਦੀ ਸੀ ਇੱਕ ਸਾਈਡ ਦੇ ਉੱਤੇ, ਉੱਥੇ ਉਹ ਪ੍ਰੇਅਰ ਕਰਦੇ ਹੁੰਦੇ ਸੀ। ਲੋਕ ਉੱਥੇ ਆ ਕੇ ਪ੍ਰੇਅਰ ਸੁਣਦੇ ਹੁੰਦੇ ਸੀਗੇ। ਫਿਰ ਜਿਵੇਂ ਦੇਖਿਆ ਕਿ ਲੋਕ ਬਹੁਤ ਜ਼ਿਆਦਾ ਵੱਧ ਰਹੇ ਆ, ਫਿਰ ਸਾਰਿਆਂ ਨੇ ਇੱਕ ਫੈਸਲਾ ਕੀਤਾ ਵੀ ਘਰ ਵਿੱਚ ਇੰਨੇ ਲੋਕਾਂ ਦਾ ਆਉਣਾ ਜਾਣਾ ਠੀਕ ਨਹੀਂ ਆ।
ਸੋ ਮੇਰੇ ਫਾਦਰ ਸਾਹਿਬ ਨੂੰ ਇੱਕ ਖੇਤ ਵਿੱਚ ਇੱਕ ਵੱਖਰੀ ਜਗ੍ਹਾ ਦੇ ਦਿੱਤੀ ਵੀ ਉੱਥੇ ਤੂੰ ਆਪਣਾ ਜਿੰਨਾ ਤੈਨੂੰ ਚਾਹੀਦਾ ਬਣਾ ਲਾ, ਤੇਰਾ ਆਦਮੀ ਕੋਈ ਘਰ ਨਹੀਂ ਆਉਣਾ ਚਾਹੀਦਾ। ਫਿਰ ਉਹਨਾਂ ਨੇ ਉੱਥੇ ਚਰਚ ਬਣਾਇਆ। ਸੋ ਉਹ ਜ਼ਮੀਨ ਜਿਹੜੀ ਸੀ ਉਹ ਤੁਹਾਡੇ ਆਪਣੀ ਜ਼ਾਤੀ ਸੀ ਜਾਂ ਤੁਸੀਂ ਖਰੀਦੀ ਸੀ ਦੁਬਾਰਾ ਚਰਚ ਲਈ ਜਾਂ ਆਪਣੀ ਜੱਦੀ ਸੀਗੀ, ਆਪੀ ਡੋਨੇਟ ਕੀਤੀ? ਉਹ ਜੱਦੀ ਜ਼ਮੀਨ ਸੀਗੀ। तो जद्दी जमीन तुसा खुदा दे दे दी? हाँ जी, हाँ जी, जद्दी जमीन खुदा ਲਈ ਦੇ ਦਿੱਤੀ। ਸੋ ਉਸ ਵੇਲੇ ਜਦੋਂ ਤੁਸੀਂ 9 ਸਾਲ ਦੇ ਸੋ ਤੇ ਤੁਹਾਡਾ ਰਵੱਈਆ ਕੀ ਸੀ ਉਸ ਵੇਲੇ ਜਦੋਂ ਚਰਚ ਬਣ ਰਿਹਾ ਸੀ ਔਰ ਤੁਸੀਂ ਵੱਧ ਰਹੇ ਸੋ? ਤੁਹਾਡੀ ਸੋਚ ਕੀ ਸੀ, ਤੁਹਾਡਾ ਰਵੱਈਆ ਉਸ ਟਾਈਮ ਕੀ ਸੀ? ਯਾਦ ਹੈ ਕੁਝ ਚੀਜ਼ਾਂ? ਹਾਂਜੀ ਹਾਂਜੀ, ਬਹੁਤ ਯਾਦ ਹੈ। ਤੁਸੀਂ ਉਸ ਵਕਤ ਕਿਹੜੀ ਜਗ੍ਹਾ ਦੇ ਉੱਤੇ ਖਲੋਂਦੇ ਸੋ, ਮਤਲਬ ਤੁਹਾਡਾ ਈਮਾਨ ਕੀ ਸੀ, ਤੁਸੀਂ ਕਿਵੇਂ ਵੱਧ ਰਹੇ ਸੋ ਉਸ ਵੇਲੇ? ਕਿਉਂਕਿ ਇਸ ਵੇਲੇ ਤੁਸੀਂ ਉਹ ਜਿਹੜੀ ਮਸ਼ਲ ਸੀ ਨਾ ਉਹ ਤੁਹਾਡੇ ਵਾਲਦ ਨੇ ਤੁਹਾਨੂੰ ਦੇ ਦਿੱਤੀ, ਤੁਹਾਡੇ ਬਾਪ ਨੇ ਤੁਹਾਨੂੰ ਦੇ ਦਿੱਤੀ। ਤੁਸੀਂ ਹੁਣ ਅੱਗੇ ਬਹੁਤ ਵੱਡੀ ਸੇਵਾ ਲੈ ਕੇ ਜਾ ਰਹੇ ਹੋ ਕਿਉਂਕਿ ਪ੍ਰਭੂ ਲੋਕਾਂ ਨੂੰ ਤਿਆਰ ਕਰਦਾ ਹੈ। ਤੇ ਤੁਸੀਂ 9 ਸਾਲ ਦੇ ਸੋ ਜਦੋਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੰਮ ਹੋ ਰਿਹਾ ਸੀ ਤੇ ਤੁਹਾਨੂੰ ਤਿਆਰੀ ਮਿਲਦੀ ਸੀ, ਤੁਹਾਡਾ ਉਸ ਵਕਤ ਐਟੀਟਿਊਡ ਕੀ ਸੀ, ਰਵੱਈਆ ਕੀ ਸੀ? ਹਾਂਜੀ, ਉਸ ਵੇਲੇ ਮੇਰੇ ਫਾਦਰ ਸਾਹਿਬ ਵੱਲੋਂ ਸਾਨੂੰ ਬਹੁਤ ਪ੍ਰੇਰਨਾ ਸੀਗੀ। ਉਹ ਸਾਨੂੰ ਬਹੁਤ ਵਚਨ ਸਿਖਾਉਂਦੇ ਹੁੰਦੇ ਸੀਗੇ, ਅਸੀਂ ਦੇਖਦੇ ਸੀਗੇ ਉਹ ਕਿੱਦਾਂ ਪ੍ਰੇਅਰ ਕਰਦੇ ਆ। ਉਹ ਇੱਕ ਗੱਲ ਸੀਗਾ, ਉਹਨਾਂ ਨੇ ਇੱਕ ਕਾਨੂੰਨ ਬਣਾਇਆ ਸੀਗਾ, ਸਾਨੂੰ ਪ੍ਰੇਅਰ ਨਾਲ ਬਿਠਾਉਂਦੇ ਹੁੰਦੇ ਸੀ ਵੀ ਪ੍ਰੇਅਰ ਤੁਹਾਨੂੰ ਕਰਨੀ ਪੈਣੀ ਮੇਰੇ ਨਾਲ ਬੈਠ ਕੇ। ਅਸੀਂ ਪ੍ਰੇਅਰ ਉਦੋਂ ਮੈਂ 9 ਸਾਲ ਦਾ ਹੀ ਸੀਗਾ ਜਦੋਂ ਮੈਨੂੰ ਪਵਿੱਤਰ ਆਤਮਾ ਮਿਲ ਗਿਆ ਸੀਗਾ ਦਾਨ। ਵਾਓ, ਪ੍ਰੇਜ਼ ਲਾਰਡ। ਸੋ ਇਹ 9 ਸਾਲ ਦੇ ਵਿੱਚ ਤੁਹਾਨੂੰ ਇਹ ਐਕਸਪੀਰੀਅੰਸ ਹੋ ਗਿਆ? 9 ਸਾਲ ਦਾ ਸੀਗਾ ਜਦੋਂ ਮੈਂ ਗੈਰ ਭਾਸ਼ਾ ਵਿੱਚ ਆਪਣੇ ਫਾਦਰ ਸਾਹਿਬ ਨਾਲ ਪ੍ਰੇਅਰ ਕਰਨ ਲੱਗ ਪਿਆ ਸੀਗਾ ਬੈਠ ਕੇ। ਕਿਉਂਕਿ ਬੜੇ ਜਵਾਨ ਤੁਹਾਨੂੰ ਵੇਖ ਰਹੇ ਨੇ, ਬੜੇ ਯੰਗ ਦੇਖ ਰਹੇ ਨੇ, ਬੜੇ ਬੱਚੇ ਵੀ ਤੁਹਾਨੂੰ ਦੇਖ ਰਹੇ ਨੇ, ਔਰ ਤੁਸੀਂ ਇਹ ਥੋੜਾ ਤਜਰਬਾ ਦੱਸ ਸਕਦੇ ਹੋ ਕਿ ਤੁਹਾਨੂੰ ਕਿੰਜ ਪਵਿੱਤਰ ਆਤਮਾ ਨੇ 9 ਸਾਲ ਦੀ ਉਮਰ ਦੇ ਵਿੱਚ ਛੂ ਲਿਆ ਔਰ ਤੁਹਾਨੂੰ ਸਟ੍ਰੇਂਜ ਟੰਗ ਗੈਰ ਭਾਸ਼ਾ ਨਾਲ ਤੁਹਾਨੂੰ ਨਵਾਜ਼ ਦਿੱਤਾ? ਹਾਂਜੀ, ਉਦੋਂ ਜਦੋਂ ਪਹਿਲਾਂ ਆਦਮੀ ਪਵਿੱਤਰ ਆਤਮਾ ਦੇ ਨਾਲ ਭਰਦਾ ਆ, ਜੇ ਤੋਂ ਸਿਆਣਾ ਆ ਫਿਰ ਉਹਨੂੰ ਸਮਝ ਆਉਂਦੀ ਆ ਇਹ ਪਵਿੱਤਰ ਆਤਮਾ ਆ। ਜੇ ਉਹ ਥੋੜਾ ਜਿਹਾ ਜਿੱਦਾਂ ਨਿਆਣਾ ਆ ਤੇ ਫਿਰ ਕਈ ਵਾਰੀ ਉਹਨੂੰ ਨਹੀਂ ਪਤਾ ਹੁੰਦਾ ਇਹ ਕੀ ਹੋ ਰਿਹਾ ਆ। ਉਹਦਾ ਜਿਹੜਾ ਗਾਈਡ ਉਹਨੂੰ ਕਰਦਾ ਆ ਉਹੀ ਉਹਨੂੰ ਦੱਸਦਾ ਕਿ ਤੂੰ ਹੁਣ ਆ ਕਰ ਰਿਹਾ, ਤੂੰ ਹੁਣ ਪਵਿੱਤਰ ਆਤਮਾ ਦੇ ਨਾਲ ਭਰ ਗਿਆ ਆ, ਤੂੰ ਗੈਰ ਭਾਸ਼ਾ ਬੋਲ ਰਿਹਾ, ਇਹ ਵਰਦਾਨ ਇਹਨੂੰ ਸੰਭਾਲ ਕੇ ਰੱਖਣਾ ਆ। ਏਦਾਂ ਉਹ ਸਾਰੀ ਟੀਚਿੰਗ ਮਿਲਦੀ ਰਹੀ ਨਾਲ। ਸੋ ਇੱਕ ਹੋਰ ਚੀਜ਼ ਹੈ, ਜਦੋਂ ਤੁਸੀਂ ਪਵਿੱਤਰ ਆਤਮਾ ਦੇ ਨਾਲ ਭਰ ਗਏ ਹੋ ਤੇ ਤੁਹਾਡੀ ਜਿਹੜੀ ਲਾਈਫ ਦੇ ਵਿੱਚ ਸਪਿਰਚੁਅਲ ਚੇਂਜਿੰਗ ਦੀ ਆਈ ਹੈ, ਉਸ ਵਕਤ ਤੁਹਾਡੀ ਐਜੂਕੇਸ਼ਨ ਕੀ ਸੀ ਔਰ ਤੁਸੀਂ ਕਿੰਜ ਤੁਸੀਂ ਆਪਣੀ ਐਜੂਕੇਸ਼ਨ ਨੂੰ ਜਾਰੀ ਰੱਖਿਆ ਹੋਇਆ ਸੀ? ਐਕਚੁਅਲੀ ਇਦਾਂ ਸੀਗਾ ਕਿ ਉਦੋਂ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਗਏ ਸੀ ਪੰਜਾਬ ਦੇ। ਤੁਹਾਨੂੰ ਪਤਾ, ਮੈਂ ਉਧਰ ਚੀਜ਼ਾਂ ਨੂੰ ਟੱਚ ਨਹੀਂ ਕਰਨਾ ਚਾਹੁੰਦਾ। ਸੋ ਹਾਲਾਤ ਬਹੁਤ ਜ਼ਿਆਦਾ ਖਰਾਬ ਸੀਗੇ ਉਸ ਵੇਲੇ। ਬਾਹਰ ਨਿਕਲਣਾ, ਇੱਧਰ ਉੱਧਰ ਘੁੰਮਣਾ ਉਹ ਬਿਲਕੁਲ ਬੈਨ ਸੀਗਾ। ਸੋ ਮੇਰਾ ਜਿਹੜਾ ਖੇਡਣ ਦਾ ਟਾਈਮ ਸੀਗਾ, ਮੈਂ ਬਹੁਤ ਜ਼ਿਆਦਾ ਕੋਈ ਇੰਜੋਏ ਨਹੀਂ ਕੀਤਾ ਆਪਣੀ ਲਾਈਫ ਦੇ ਵਿੱਚ, ਸਟਰਗਲ ਬਹੁਤ ਜ਼ਿਆਦਾ ਕੀਤਾ। ਸੋ 1990 ਦੇ ਵਿੱਚ ਮੇਰਾ ਬੈਪਟਾਈਜ਼ ਹੋ ਗਿਆ ਸੀ। 90 ਤੁਸੀਂ ਬੈਪਟਾਈਜ਼ ਹੋ ਗਏ ਸਨ। ਸੋ ਬਪਤਿਸਮਾ ਤੇ ਪਾਕ ਰੂ ਤੁਹਾਨੂੰ ਖੇਡਣ ਤੋਂ ਮਨਾ ਤਾਂ ਨਹੀਂ ਸੀ ਕਰਦਾ? ਮਨਾ ਨਹੀਂ ਕਰਦਾ ਸੀ, ਪਰ ਹਾਲਾਤ ਮਨਾ ਕਰਦੇ ਸੀ। ਅੱਛਾ, ਹਾਲਾਤ ਮਨਾ ਕਰਦੇ। ਸੋ ਇਹਦਾ ਮਤਲਬ ਨਾ ਤੁਸੀਂ ਉਹ ਕੜਮਾਸ ਘੋੜੀ ਖੇਡੀ, ਨਾ ਪਿੱਠੂ ਗੋਲ ਗਰਮ ਖੇਡਿਆ, ਨਾ ਕੁਝ ਹਾਕੀ ਖੇਡੀ, ਨਾ ਕ੍ਰਿਕਟ ਖੇਡਿਆ, ਨਾ ਕਬੱਡੀ ਖੇਡੀ, ਕੋਈ ਗੇਮ ਹੀ ਨਹੀਂ ਖੇਡੀ? ਨਹੀਂ, ਇੰਨਾ ਫਰੀडम ਦੇ ਨਾਲ ਨਹੀਂ ਖੇਡਿਆ, ਪਰ ਕਈ ਚੀਜ਼ਾਂ ਆਪਾਂ ਖੇਡਦੇ ਆ ਆਪਾਂ, ਕਿਉਂਕਿ ਉਹ ਇੱਕ ਬਾਡੀ ਦੇ ਨਾਲ ਥੱਕ ਜਾਂਦਾ ਹੀ ਆ, ਉਹ ਚੀਜ਼ਾਂ ਨੇ ਜਾਣਾ ਹੀ ਜਾਣਾ। ਜਿੱਦਾਂ ਭਾਈ ਸਾਹਿਬ ਤੁਹਾਡਾ ਕੱਦ ਹੈ, ਜਿੱਡੇ ਤੁਸੀਂ ਜਣੇ ਜੱਟ ਹੋ, ਤੁਸੀਂ ਤੇ ਯਕੀਨ ਕਰੋ ਕਬੱਡੀ ਖੇਡੋ ਤੇ ਬੜਾ ਸੋਹਣਾ ਲੱਗਿਓ। ਲੇਕਿਨ ਖੁਦਾ ਦਾ ਸ਼ੁਕਰ ਹੈ, ਉਹ ਗੱਲ ਠੀਕ ਆ। ਆਪਾਂ ਥੋੜਾ ਚਿਰ ਦੇਖੋ, ਕਬੱਡੀ ਸਾਡੇ ਲਈ ਫੇਵਰਟ ਆ। ਅੱਜ ਵੀ ਅਸੀਂ ਜੇ ਕਬੱਡੀ ਜਿਹੜੀ ਆ ਉਹਨੂੰ ਤਰਜੀਹ ਦਿੰਦੇ ਆ ਕਿ ਕਿਤੇ ਹੋਵੇ ਸੋਹਣਾ ਮੈਚ, ਅਸੀਂ ਜ਼ਰੂਰ ਦੇਖਦੇ ਆ, ਕਿਉਂਕਿ ਇਹ ਚੀਜ਼ਾਂ ਅਸੀਂ ਕਰ ਸਕਦੇ ਹਾਂ, ਉਹ 'ਚ ਕੋਈ ਗੁਨਾਹ ਨਹੀਂ ਹੈਗਾ। ਪਰ ਮੈਂ ਐਕਚੁਅਲੀ ਗੱਲ ਕਰ ਰਿਹਾ ਕਿ ਹਾਂਜੀ, ਮੈਂ ਐਕਚੁਅਲੀ ਗੱਲ ਕਰ ਰਿਹਾ ਕਿ ਤੁਸੀਂ ਉਸ ਚੀਜ਼ ਬਾਰੇ ਐਕਸਪੀਰੀਅੰਸ ਪੁੱਛ ਰਹੇ ਆ। ਉਹ ਇੱਕ ਦਾਇਰੇ ਦੇ ਵਿੱਚ ਤੁਹਾਨੂੰ ਮੈਨੂੰ ਰਹਿਣਾ ਪਿਆ ਸੀਗਾ, ਔਰ ਉਸ ਦਾਇਰੇ ਦੇ ਵਿੱਚ ਜੇ ਆਪਾਂ ਰਹਿੰਦੇ ਆ ਫਿਰ ਆਪਾਂ ਉਹਦੇ ਵਿੱਚ ਹੋਰ ਵੱਧਦੇ ਜਾਂਦੇ ਆ। ਅੱਛਾ, ਕਈ ਵਾਰੀ ਨਾ ਭਾਈ ਸਾਹਿਬ ਹੁੰਦਾ ਹੈ ਜੇ ਕਿ ਬੰਦਾ ਨਾ ਮਸੀਹ ਨੂੰ ਕਬੂਲ ਕਰ ਲੈ ਨਾ ਤੇ ਆਪਣੀ ਲਾਈਫ ਖੁਦਾ ਨੂੰ ਦੇ ਦੇਵੇ ਤੇ ਲੋਕ ਸਮਝਦੇ ਨੇ ਕਿ ਬਸ ਇਹ ਆਈਸੋਲੇਟ ਹੋ ਕੇ ਇੱਕ ਜਗ੍ਹਾ ਤੇ ਰਹਿ ਕੇ ਨਾ ਹੱਥ ਨਹੀਂ ਮਿਲਾਣਾ, ਕਿ ਨਾ ਹੱਸਣਾ ਨਹੀਂ, ਬੋਲਣਾ ਨਹੀਂ, ਸੋ ਆਪਣੀ ਸੋਸ਼ਲ ਲਾਈਫ ਖਤਮ ਕਰ ਲੈਂਦੇ ਨੇ ਕਈ ਵਾਰੀ। ਤਾਂ ਕੋਈ ਲੇਕਿਨ ਤੁਸੀਂ ਅੱਛਾ ਦੱਸ ਰਹੇ ਹੋ ਕਿ ਤੁਸੀਂ ਤੁਹਾਡੀ ਸੋਸ਼ਲ ਲਾਈਫ ਨਾਲ ਜਾਰੀ ਰਹੇਗੀ। ਮੈਂ ਏਦਾਂ ਮੰਨਦਾ ਆ ਕਿ
ਬਹੁਤ ਥਾਵਾਂ ਦੇ ਉੱਤੇ ਤੁਸੀਂ ਜਦੋਂ ਤੁਸੀਂ ਸਪਿਰਿਚੁਅਲ ਰੈਲਮ ਦੇ ਵਿੱਚ ਜ਼ਿਆਦਾ ਵੱਧਦੇ ਆ ਨਾ, ਬਹੁਤ ਸਾਰੇ ਥਾਵਾਂ ਦੇ ਵਿੱਚ ਤੁਹਾਡਾ ਜਾਣਾ ਠੀਕ ਨਹੀਂ ਹੁੰਦਾ, ਕਿਉਂਕਿ ਉੱਥੋਂ ਤੁਹਾਨੂੰ ਨੈਗੇਟਿਵ ਵੇਵਸ ਮਿਲਦੀਆਂ, ਔਰ ਜਿੰਨਾ ਤੁਸੀਂ ਮਿਹਨਤ ਕਰਕੇ ਪੋਜ਼ਿਟਿਵ ਵੇਵਸ ਨੂੰ ਪ੍ਰਾਪਤ ਕੀਤਾ ਹੁੰਦਾ, ਉਹ ਫਿਰ ਤੁਹਾਨੂੰ ਨੈਗੇਟਿਵ ਵੇਵਸ ਦੇ ਨਾਲ ਉਹ ਤੁਹਾਨੂੰ ਪਿੱਛੇ ਕਰ ਦਿੰਦੇ ਆ। ਸੋ ਤੁਸੀਂ ਆਪੇ ਹੀ ਫੈਸਲਾ ਕਰ ਲੈਂਦੇ ਵੀ ਆਪਾਂ ਇਹਨਾਂ ਚੀਜ਼ਾਂ ਦੇ ਵਿੱਚ ਪਾਰਟਿਸਿਪੇਟ ਨਹੀਂ ਕਰਨਾ, ਕਰਕੇ ਤੁਸੀਂ ਰੂਹਾਨੀਅਤ ਦੇ ਵਿੱਚ ਰਹਿ ਸਕੋ। ਥੈਂਕ ਯੂ ਭਾਈ ਸਾਹਿਬ ਤੁਹਾਡੀ ਐਜੂਕੇਸ਼ਨ ਕੀ ਔਰ ਕਿਵੇਂ ਤੁਸੀਂ ਆਪਣੀ ਤਾਲੀਮ ਹਾਸਲ ਕੀਤੀ ਦਾ ਸਾਨੂੰ ਥੋੜਾ ਜਿਹਾ ਇੱਥੇ ਵੀ ਆਪਣੇ ਸਰੋਤਿਆਂ ਨੂੰ ਔਰ ਆਪਣੇ ਵੇਖਣ ਵਾਲਿਆਂ ਨੂੰ ਦੱਸੋਗੇ? ਪਹਿਲਾ ਕਰੰਥੀਆ 2 ਦੇ ਵਿੱਚ ਇਦਾਂ ਲਿਖਿਆ ਆ, ਕਹਿੰਦਾ ਮੈਂ ਸੰਸਾਰ ਦੇ ਮੂਰਖਾਂ ਨੂੰ ਚੁਣ ਲਿਆ। ਓ ਹਾਲੇਲੂਇਆ। ਸੋ ਇਸ ਕਰਕੇ ਆਪਾਂ ਸਿੱਧੀਆਂ ਗੱਲਾਂ ਕਰੀਏ। ਸੋ ਪਰਮੇਸ਼ਰ ਨੇ ਮੂਰਖਾਂ ਨੂੰ ਚੁਣਿਆ ਤੇ ਆਪਾਂ ਬੁੱਧੀਮਾਨ ਨਹੀਂ ਬਣਨਾ, ਮੂਰਖ ਬਣ ਕੇ ਉਹਦੇ ਕੰਮਾਂ ਨੂੰ ਕਰਨਾ। ਨਹੀਂ ਇਹ ਗੱਲ ਵਧੀਆ ਹੈ। ਤੁਸੀਂ ਵੇਖੋ ਨਾ, ਮੈਂ ਇਸ ਲਈ ਇਹ ਗੱਲਾਂ ਕਰ ਰਿਹਾ ਕਿ ਖੁਦਾ ਤੁਹਾਨੂੰ ਟ੍ਰੇਨਿੰਗ ਦਿੱਤੀ ਹੈ ਔਰ ਖੁਦਾ ਨੇ ਤੁਹਾਨੂੰ ਟ੍ਰੇਨਿੰਗ ਦੇ ਕੇ ਇੱਕ ਵੱਡੇ ਮੰਚ ਤੇ ਖੜਾ ਕੀਤਾ ਹੈ। ਵੱਡੇ ਮੰਚ ਤੇ ਖੜੇ ਕਰਨ ਦੇ ਲਈ ਇਨਸਾਨ ਨੂੰ ਟ੍ਰੇਨਿੰਗ ਦੇ ਵਿੱਚ ਖੁਦਾ ਲੈ ਕੇ ਜਾਂਦਾ ਹੈ, ਤੇ ਉਹ ਖੁਦਾ ਨੇ ਤੁਹਾਨੂੰ ਟ੍ਰੇਨਿੰਗ ਕਿਵੇਂ ਖੁਦਾ ਨੇ ਤੁਹਾਨੂੰ ਟ੍ਰੇਨ ਕੀਤਾ ਤਾਂ ਕਿ ਵੱਡੇ ਮੰਚ ਤੇ ਤੁਸੀਂ ਆ ਸਕੋ। ਵੇਖੋ ਨਾ, ਤੁਸੀਂ ਆਪਣੇ ਵਾਲਦ ਨੇ ਤੁਹਾਨੂੰ 9 ਸਾਲ ਦੀ ਉਮਰੇ ਟ੍ਰੇਨ ਕੀਤਾ ਤੇ ਤੁਸੀਂ ਫਿਰ ਇਹ ਸਿਲਸਿਲਾ ਜਾਰੀ ਰੱਖਿਆ। ਕਿੰਨੀ ਦੇਰ ਤੁਹਾਡਾ ਜਿਹੜੇ ਪਿਤਾ ਸਨ, ਤੁਹਾਡੇ ਫਾਦਰ ਸਨ, ਤੁਹਾਡੇ ਨਾਲ ਰਹੇ 9 ਸਾਲ ਤੋਂ ਬਾਅਦ? ਯਾਨੀ ਕਦੋਂ ਦਾ ਦੇਹਾਂਤ ਕਦੋਂ ਹੋਇਆ, ਡੈਥ ਉਹਨਾਂ ਦੀ ਕਦੋਂ ਹੋਈ? 2011 ਦੇ ਵਿੱਚ। ਉਦੋਂ ਤੁਸੀਂ ਕਿੰਨੇ ਸਾਲ ਦੇ ਸੀ ਉਦੋਂ ਤੁਸੀਂ? 2011 ਦੇ ਵਿੱਚ। ਹੁਣ ਤੁਸੀਂ 2020 ਚੱਲਦਾ, ਕਰੀਬ 7 ਸਾਲ ਹੋ ਗਏ ਉਹਨਾਂ ਦੀ ਡੈਥ ਹੋਈ। ਤੁਹਾਡੀ ਉਮਰ ਕਿੰਨੀ ਸੀ ਉਸ ਵੇਲੇ ਤਕਰੀਬਨ? 7 ਸਾਲ ਪਹਿਲਾਂ ਤੁਸੀਂ ਦੇਖੋ ਕੋਈ ਕਰੀਬ ਯਾਦ ਹੈ ਤੁਹਾਨੂੰ? ਤੁਹਾਡੇ ਮੁੱਛਾਂ ਦਾੜੀ ਨਿਕਲ ਆਈ? ਨਹੀਂ ਇੰਨਾ, ਨੋ 7 ਸਾਲ ਪਹਿਲਾਂ ਦੀ ਗੱਲ ਹੈ ਸਰ, ਕੋਈ ਏਡੀ ਪੁਰਾਣੀ ਗੱਲ ਨਹੀਂ ਹੈਗੀ। ਨਜ਼ਦੀਕ ਹੀ ਹੈ, ਸਿਰਫ 7 ਈਅਰ। ਹਾਂਜੀ, 7 ਸਾਲ ਪਹਿਲਾਂ। ਸੋ ਇਹਦਾ ਮਤਲਬ ਤੁਹਾਡੀ ਫਿਰ ਟ੍ਰੇਨਿੰਗ ਦੀ ਫਿਰ ਕਾਫੀ ਲੰਮੀ ਉਹਨਾਂ ਦਿੱਤੀ ਤੁਹਾਨੂੰ। ਮੈਂ 7 ਸਾਲ ਉਹਨਾਂ ਦੇ ਨਾਲ ਰਹਿ ਕੇ ਹੀ ਸੇਵਕਾਈ ਕੀਤੀ ਆ। ਮੈਂ 2003 ਦੇ ਵਿੱਚ ਸੇਵਕਾਈ ਸ਼ੁਰੂ ਕੀਤੀ ਸੀ। 2003 ਤੋਂ। ਇਹਦਾ ਮਤਲਬ ਹੈ ਕਿ ਕਾਫੀ ਅਰਸਾ ਤੁਸੀਂ ਆਪਣੇ ਵਾਲਿਦ ਨਾਲ ਰਹੇ ਹੋ। ਮੈਨੂੰ ਤੁਸੀਂ ਇੱਕ ਦਫਾ ਜਦੋਂ ਤੁਸੀਂ ਕੈਨੇਡਾ ਦੇ ਵਿੱਚ, ਪਾਦੀ ਸਾਹਿਬ ਤੁਸੀਂ ਕੈਨੇਡਾ ਦੇ ਵਿੱਚ ਹੋ ਤੇ ਤੁਸੀਂ ਇੱਕ ਅਸੀਂ ਜਗ੍ਹਾ ਤੇ ਬੈਠ ਕੇ ਕੁਝ ਗੱਲਬਾਤ ਕਰ ਰਹੇ ਸਾਂ, ਤੁਸੀਂ ਇੱਕ ਟੈਸਟੀਮਨੀ ਸ਼ੇਅਰ ਕੀਤੀ ਸੀ ਕਿ ਤੁਸੀਂ ਜਦੋਂ ਇੱਕ ਜਗ੍ਹਾ ਤੇ ਗਏ ਔਰ ਤੁਹਾਡੇ ਵਾਲਿਦ ਤੁਹਾਨੂੰ, ਤੁਹਾਡੇ ਡੈਡੀ ਤੁਹਾਨੂੰ ਭੇਜਦੇ ਸਨ ਕਿ ਜਾ ਸੇਵਕਾਈ ਲਈ, ਫਿਰ ਤੁਸੀਂ ਇੱਕ ਕਰੂਸੇਡ ਦੇ ਵਿੱਚ ਗਏ। ਤੁਸੀਂ ਦੱਸ ਰਹੇ ਸੋ ਕਿ ਉਹ ਕਰੂਸੇਡ ਦੇ ਵਿੱਚ ਇੱਕ ਬੰਦੇ ਨੇ ਅਚਾਨਕ ਬੁਲਾਇਆ ਮੈਨੂੰ ਔਰ ਮੈਂ ਪਿੱਛੇ ਛੁਪਣਾ ਸਾਂ, ਫਿਰ ਮੈਂ ਅੱਗੇ ਆਇਆ। ਔਰ ਉਹ ਕੀ ਕਹਾਣੀ ਸੀ, ਅਗਰ ਤੁਸੀਂ ਦੁਬਾਰਾ ਦੁਹਰਾ ਸਕੋਗੇ? ਓਕੇ, ਉਹ ਸੀਗੀ ਮੇਰੀ ਲਾਈਫ ਦੀ ਕਾਲਿੰਗ ਸੀਗੀ। ਜਦੋਂ ਮੈਨੂੰ ਕਾਲ ਆਉਂਦੀ ਸੀਗੀ ਕਿ ਮੈਂ ਸੇਵਕਾਈ 'ਚ ਜਾਵਾਂ, ਕਿਉਂਕਿ ਮੈਂ ਆਪਣੇ ਫਾਦਰ ਸਾਹਿਬ ਦੇ ਕਹਿਣ ਤੇ ਸੇਵਕਾਈ ਦੇ ਵਿੱਚ ਨਹੀਂ ਆਇਆ। ਮੈਂ ਬਹੁਤ ਵਾਰੀ ਆਪਣੇ ਫਾਦਰ ਸਾਹਿਬ ਨੂੰ ਇਹ ਗੱਲ ਕਹੀ ਸੀ ਕਿ ਇਹ ਬਹੁਤ ਟਫ ਜੌਬ ਆ, ਮੈਂ ਤੁਹਾਨੂੰ ਦੇਖ ਲਿਆ, ਬਹੁਤ ਨੇੜਿਓਂ ਦੇਖ ਲਿਆ, ਕਿਉਂਕਿ ਮੇਰੇ ਫਾਦਰ ਸਾਹਿਬ ਬਹੁਤ ਲੰਮਾ ਸਮਾਂ ਫਾਸਟਿੰਗ ਦੇ ਵਿੱਚ ਰਹਿੰਦੇ ਸੀ, ਮੂੰਹ 'ਚ ਪਾਣੀ ਨਹੀਂ ਪਾਉਂਦੇ ਸੀ, 8-8 10-10 ਦਿਨ ਦੇ, ਏਦਾਂ 40-40 ਦਿਨ ਦੇ ਫਾਸਟ ਉਹ ਕਰਦੇ ਹੁੰਦੇ ਸੀ। ਮੇਰੀ ਮਦਰ ਉਹਨਾਂ ਨੂੰ ਹਿਲਾ ਕੇ ਦੇਖਦੀ ਸੀ ਰਾਤ ਨੂੰ, ਬਈ ਬੰਦਾ ਜਿੰਦਾ ਹੀ ਆ, ਇਹਦੇ ਸਾਹ ਚੱਲਦੇ ਹੀ ਆ, ਕਿਉਂਕਿ ਉਹਨਾਂ ਨੇ ਬੜਾ ਇੱਕ ਬਹੁਤ ਵੱਡੀ ਜਿਹੜੀ ਨਾ ਘਾਲਣਾ ਘਾਲ ਕੇ ਇੱਕ ਆਪਣੇ ਆਪ ਨੂੰ ਖਤਮ ਕਰਕੇ ਬਹੁਤ ਚੀਜ਼ਾਂ ਦੇ ਵਿੱਚੋਂ ਦੀ ਉਹ ਲੰਘੇ ਆ ਜਿਹੜੀਆਂ ਮੈਂ ਬਿਆਨ ਨਹੀਂ ਕਰ ਸਕਦਾ। ਸੋ ਜਦੋਂ ਮੇਰੀ ਕਾਲਿੰਗ ਆਉਂਦੀ ਸੀ ਮੈਂ ਤੋਂ ਭੱਜਦਾ ਸੀਗਾ, ਕਰਕੇ ਮੈਂ ਚਾਹੁੰਦਾ ਨਹੀਂ ਸੀਗਾ ਮੈਂ ਇੱਕ ਪਾਸਟਰ ਬਣਾ ਜਾਂ ਮੈਂ ਇੱਕ ਸੇਵਕ ਬਣਾ, ਕਿਉਂਕਿ ਮੈਂ ਸੇਵਕਾਂ ਨੂੰ ਵੀ, ਬਹੁਤ ਸੇਵਕਾਂ ਨੂੰ ਪੰਜਾਬ ਦੇ ਨੂੰ ਦੇਖਿਆ, ਬਹੁਤ ਨੇੜਿਓਂ ਜਾ ਕੇ ਦੇਖਿਆ, ਉਹਨਾਂ ਦੀ ਜ਼ਿੰਦਗੀ ਨੂੰ ਦੇਖਿਆ। ਸੋ ਬਹੁਤ ਜ਼ਿਆਦਾ ਸੇਵਕਾਈ ਇੰਨੀ ਸੌਖੀ ਨਹੀਂ ਆ, ਬਹੁਤ ਟਫ ਜੌਬ ਹੈ ਸਰ। ਇਹ ਸਖਾਲਾ ਕੰਮ ਨਹੀਂ ਆ ਸੇਵਕ ਬਣਨਾ, ਪਰ ਸਹੀ ਸੇਵਕ ਬਣਨਾ ਬਹੁਤ ਟਫ ਆ। ਉਦਾਂ ਸੇਵਕ ਬਣਨਾ ਬਹੁਤ ਸਖਾਲਾ ਆ। ਔਰ ਮੈਨੂੰ ਘੱਟੋ ਘੱਟ 5 ਵਾਰੀ ਕਾਲ ਆਈ ਆ ਕਿ ਮੈਂ ਪ੍ਰਭੂ ਦੀ ਸੇਵਕਾਈ ਦੇ ਲਈ ਖੜਾ ਹੋਵਾਂ। ਸਹੀ। ਤੇ ਜਿਹੜੇ ਚੰਗੇ ਪ੍ਰੀਚਰ ਸੀਗੇ ਉਹਨਾਂ ਨੇ ਆ ਕੇ ਮੈਨੂੰ ਕਾਲ ਦਿੱਤੀ ਕਿ ਪਾਸਟਰ ਤੁਹਾਡਾ ਬੇਟਾ ਜਿਹੜਾ ਆ ਉਹਦੀ ਕਾਲ ਆ, ਉਹਨੇ ਗਾਂ ਸੇਵਕਾਈ ਕਰਨੀ ਆ, ਅਸੀਂ ਉਹਨੂੰ ਦੱਸਣਾ ਚਾਹੁੰਦੇ ਆ। ਪਰ ਮੈਂ ਬਹੁਤ ਛੇਤੀ ਬਲੀਵ ਨਹੀਂ ਕੀਤਾ ਸੀਗਾ ਸਾਰਿਆਂ ਦੇ ਉੱਤੇ। ਜਦੋਂ ਮੈਂ ਸੁਣਦਾ ਸੀ ਥੋੜੇ ਚਿਰ ਬਾਅਦ ਉਹਨੂੰ ਛੱਡ ਦਿੰਦਾ ਸੀਗਾ। ਮੈਂ ਲਾਸਟ ਵਾਰੀ ਦਾ ਵਾਕਿਆ ਤੁਹਾਡੇ ਨਾਲ ਸਾਂਝਾ ਕਰ ਦਿੰਦਾ ਜੀ, ਪਲੀਜ਼।
ਕਿਉਂਕਿ ਤੁਹਾਨੂੰ ਪਤਾ ਹੀ ਆ ਮੇਰੀ ਫੈਮਿਲੀ ਵਿਦੇਸ਼ਾਂ ਦੇ ਵਿੱਚ ਜ਼ਿਆਦਾ ਰਹਿੰਦੀ ਆ, ਅਮਰੀਕਾ 'ਚ ਵੀ ਮੇਰੀ ਫੈਮਿਲੀ ਰਹਿੰਦੀ ਆ, ਇੰਗਲੈਂਡ 'ਚ ਵੀ ਰਹਿੰਦੇ ਆ, ਕੈਨੇਡਾ 'ਚ ਵੀ ਰਹਿੰਦੇ ਆ। ਤੇ ਮੇਰਾ ਵਿਚਾਰ ਸੀਗਾ ਕਿ ਮੈਂ ਉਹਨਾਂ ਦੇ ਕੋਲ ਮੂਵ ਹੋ ਜਾਵਾਂਗਾ, ਉਹਨਾਂ ਦੇ ਕੋਲ ਚਲ ਜਾਵਾਂਗਾ। ਤੇ ਉਦੋਂ ਮੈਂ ਕੋਸ਼ਿਸ਼ ਹੀ ਕਰਦਾ ਸੀਗਾ ਕਿ ਮੈਂ ਇੱਥੋਂ ਪੰਜਾਬ ਛੱਡ ਕੇ ਬਾਹਰ ਚਲਿਆ ਜਾਵਾਂ। ਤੇ ਇੱਕ ਬਹੁਤ ਕਈ ਵਾਰੀ ਆਪਾਂ ਆਪਣੀ ਜ਼ਿੰਦਗੀ ਦੇ ਪੰਨੇ ਖੋਲਦੇ ਨਹੀਂ ਆ ਤੇ ਬਈ ਲੋਕ ਸਾਡਾ ਮਜ਼ਾਕ ਉਡਾਉਗੇ, ਪਰ ਮੇਰਾ ਖਿਆਲ ਆਪਾਂ ਨੂੰ ਆਪਣੀ ਜ਼ਿੰਦਗੀ ਦੇ ਪੰਨੇ ਖੋਲਣੇ ਚਾਹੀਦੇ ਆ ਤਾਂ ਕਿ ਅਸੀਂ ਲੋਕਾਂ ਨੂੰ ਸਮਝ ਆ ਜਾਏ ਯਾਰ ਕਿ ਸੱਚੀ ਏਦਾਂ ਕੁਝ ਸਾਡੀ ਲਾਈਫ ਦੇ ਵਿੱਚ ਤਾਂ ਲੁਕਾਉਣਾ ਨਹੀਂ ਹੈ। ਪਾਦੀ ਸਾਹਿਬ, ਸੇਵਕ ਵੀ ਜਿਹੜੇ ਨੇ, ਸਰਵੈਂਟ ਆਫ ਗॉड ਜਿਹੜੇ ਨੇ, ਪਾਸਟਰ ਜਿਹੜੇ ਨੇ, ਉਹ ਵੀ ਇਨਸਾਨ ਨੇ, ਫਰਿਸ਼ਤੇ ਨਹੀਂ ਹੈ, ਉਹ ਵੀ ਇਨਸਾਨ ਨੇ। ਬਿਲਕੁਲ। ਤੇ ਕੋਈ ਪਾਸਟਰ ਮੇਰੇ ਘਰ ਆ ਕੇ ਬੈਠੇ ਸੀਗੇ, ਮੇਰੇ ਫਾਦਰ ਨਾਲ ਗੱਲਬਾਤ ਕਰਦੇ ਸੀ ਤੇ ਮੈਂ ਵੀ ਆਇਆ ਉੱਥੇ। ਤੇ ਉਹਨਾਂ ਨੇ ਮੈਨੂੰ ਕਿਹਾ ਵੀ ਚੱਲ ਬਈ ਤੈਨੂੰ ਘੁਮਾ ਕੇ ਲਿਆਉਣੇ ਆ। ਮੈਂ ਕਿਹਾ ਕਿੱਥੇ ਜਾ ਰਹੇ ਹੋ? ਤੇ ਉਹਨਾਂ ਨੇ ਕਿਹਾ ਕਿ ਅਸੀਂ ਨਾ ਲਖਨਊ ਜਾ ਰਹੇ ਹਾਂ, ਬਾਈ ਏਅਰ ਜਾ ਰਹੇ ਹਾਂ। ਸੋ ਮੇਰਾ ਬੜਾ ਮਨ ਸੀਗਾ ਕਿ ਚਲੋ ਯਾਰ ਘੱਟੋ ਘੱਟ ਜਹਾਜ਼ ਹੀ ਦੇਖਿਓ ਕਿੱਦਾਂ ਦਾ ਹੁੰਦਾ, ਜਹਾਜ਼ ਦਾ ਝੂਟਾ ਲੈ ਲਓ। ਮੈਂ ਉਹਨਾਂ ਨੂੰ ਯੈਸ ਕਰਤੀ, ਮੈਂ ਕਿਹਾ ਠੀਕ ਹੈ ਜੀ ਮੈਂ ਚਲਾਂਗਾ। ਤੇ ਮਾਰਨਿੰਗ ਟਾਈਮ ਜਦੋਂ ਅਸੀਂ ਗਏ ਤੇ ਉਹਨਾਂ ਨੇ ਕਿਹਾ ਜੀ ਬਈ ਆਪਾਂ ਤਾਂ ਬਾਈ ਟ੍ਰੇਨ ਜਾਣਾ। ਤੇ ਹਜੇ ਮੈਂ ਕੋਈ ਜਵਾਬ ਦਿੱਤਾ ਨਹੀਂ ਉਹਨਾਂ ਨੂੰ, ਮੈਂ ਏਦਾਂ ਹੀ ਮਨ ਬਣਾਇਆ ਸੀ ਇਹਨਾਂ ਨੂੰ ਨਾ ਕਰ ਦੇਣੀ ਆ। ਤੇ ਜਦੋਂ ਹੀ ਉਹ ਪਾਸਟਰ ਸਾਹਿਬ ਜਿਹੜੇ ਜੇ ਜਹਾਜ਼ ਤੇ ਨਾ ਗਏ ਫਿਰ ਨਾ ਕਰਨੀ ਹੈ, ਹਾਂ ਨਾ ਕਰ ਦੇਣੀ ਆ। ਤੇ ਉਹ ਜਿਹੜੇ ਪਾਸਟਰ ਆਏ ਸੀ ਇੰਗਲੈਂਡ ਤੋਂ, ਹਰਵੰਸ ਜੀ, ਉਹਨਾਂ ਨੇ ਕਿਹਾ ਕਹਿੰਦੇ ਆਪਾਂ ਕੋਸ਼ਿਸ਼ ਕਰਾਂਗੇ ਬਈ ਆਪਾਂ ਨਾ ਉਧਰੋਂ ਜੇ ਆਪਾਂ ਨੂੰ ਸੀਟਾਂ ਮਿਲ ਗਈਆਂ ਤੇ ਆਪਾਂ ਸਾਰੇ ਜਾਣੇ ਉਧਰੋਂ ਸੀਟਾਂ ਜਹਾਜ਼ ਵਿੱਚ ਆ ਜਾਾਂਗੇ, ਇਧਰੋਂ ਅਸੀਂ ਜ਼ਿਆਦੇ ਜਾਣੇ ਆ, ਸੀਟਾਂ ਥੋੜੀਆਂ, ਇਸ ਕਰਕੇ ਆਪਾਂ ਨੂੰ ਟ੍ਰੇਨ 'ਚ ਜਾਣਾ ਪੈਣਾ। ਸੋ ਮੈਂ ਸੋਚਿਆ ਚੱਲ ਮਨਾ ਜੇ ਇਧਰੋਂ ਨਹੀਂ ਤਾਂ ਉਧਰੋਂ ਹੀ ਸਹੀ। ਤੇ ਮੈਂ ਉਹਨਾਂ ਦੇ ਨਾਲ ਲਖਨਊ ਨੂੰ ਗੱਡੀ ਦੇ ਵਿੱਚ ਅਸੀਂ ਚੱਲ ਪਏ। ਤੇ ਜਦੋਂ ਅਸੀਂ ਉੱਥੇ ਪਹੁੰਚੇ, ਉੱਥੋਂ ਕੋਈ 3 ਕਿਲੋਮੀਟਰ ਅੱਗੇ ਪ੍ਰੇਅਰ ਚੱਲਦੀ ਸੀਗੀ ਨਾਈਟ ਦੀ। ਸੋ ਇਹ ਸਾਰੇ ਜਾਣੇ ਕਹਿਣ ਲੱਗੇ ਅਸੀਂ ਥੱਕ ਗਏ, ਅਸੀਂ ਜਾਣਾ ਨਹੀਂ। ਪਰ ਮੈਂ ਕਿਹਾ ਵੀ ਨਹੀਂ, ਆਪਾਂ ਤਾਂ ਥੱਕੇ ਨਹੀਂ, ਆਪਾਂ ਜਾਣਾ। ਸੋ ਉੱਥੋਂ ਲਾਸਟ ਬੱਸ ਇੱਕ ਨਾ ਉੱਥੇ ਪ੍ਰੇਅਰ ਵਾਸਤੇ ਜਾ ਰਹੀ ਸੀ। ਮੈਂ ਭੱਜ ਕੇ ਉਸ ਬੱਸ ਦੇ ਵਿੱਚ ਚੜ ਗਿਆ। ਇੱਕ ਹੋਰ ਲੜਕਾ ਸਾਡੇ ਨਾਲ ਗਿਆ ਸੀ, ਉਹ ਵੀ ਮੈਨੂੰ ਕਹਿੰਦਾ ਭਾਜੀ ਤੁਸੀਂ? ਮੈਂ ਕਿਹਾ ਪ੍ਰੇਅਰ 'ਚ। ਕਹਿੰਦਾ ਮੈਂ ਵੀ। ਅਸੀਂ ਦੋਨੋਂ ਜਾਣੇ ਪ੍ਰੇਅਰ 'ਚ ਪਹੁੰਚ ਗਏ। ਜਦੋਂ ਹੀ ਅਸੀਂ ਉੱਥੇ ਪ੍ਰੇਅਰ 'ਚ ਪਹੁੰਚੇ, ਉਹ ਗਰਾਊਂਡ ਦੇ ਵਿੱਚ ਇੱਕ ਅਜੀਬ ਤਰ੍ਹਾਂ ਦਾ, ਮੈਂ ਦੱਸ ਨਹੀਂ ਸਕਦਾ ਅੱਖਰਾਂ ਦੇ ਵਿੱਚ ਕਿ ਉੱਥੇ ਕਿੱਦਾਂ ਦਾ ਸੀਗਾ ਮੇਰੇ ਵਾਸਤੇ। ਉਹ ਫਸਟ ਟਾਈਮ ਮੇਰਾ ਐਕਸਪੀਰੀਅੰਸ ਸੀਗਾ। ਤੇ ਜਦੋਂ ਮੈਂ ਉੱਥੇ ਐਂਟਰ ਕੀਤਾ, ਉਹ ਚੀਜ਼ ਮੈਨੂੰ ਟੱਚ ਕਰਦੀ ਸੀਗੀ, ਜਿੱਦਾਂ ਟ੍ਰੇਨ ਖੜੀ ਹੁੰਦੀ ਆ ਨਾ, ਸੋ ਜਦੋਂ ਚੱਲਦੀ ਆ ਉਹ ਸਾਰੇ ਜਿਹੜੇ ਉਹਦੇ ਬੋਗੀਆਂ ਹੁੰਦੀਆਂ ਸਾਰੀਆਂ ਹਿਲਦੀਆਂ ਏਦਾਂ ਕਰਕੇ, ਛੇਕ ਜਿੱਦਾਂ ਕਰਦਾ ਹੁੰਦਾ ਕੋਈ ਨਾ। ਸੋ ਉੱਥੇ ਮੇਰੇ ਲਈ ਬਹੁਤ, ਮੈਂ ਉਹਨੂੰ ਪੁੱਛਿਆ ਮੈਂ ਕਿਹਾ ਤੈਨੂੰ ਵੀ ਕੁਛ ਹੁੰਦਾ? ਕਹਿੰਦਾ ਭਾਜੀ ਨਹੀਂ ਮੈਨੂੰ ਕੁਛ ਨਹੀਂ ਹੁੰਦਾ। ਮੈਂ ਕਿਹਾ ਯਾਰ ਮੈਨੂੰ ਤਾਂ ਕੁਛ ਹੁੰਦਾ ਇੱਥੇ। ਸੋ ਏਦਾਂ ਸੀਗਾ ਜਿੱਦਾਂ ਆਪਾਂ ਪਿਆਜ਼ ਦੀ ਸ਼ੈਲ ਲਾਉਣੇ, ਉਹਦੇ ਤੇ ਇੱਕ ਬਰੀਕ ਜਿਹੀ ਸ਼ੈਲ ਆਉਂਦੀ ਆ ਵਿੱਚ ਉਹਦੇ। ਸੋ ਏਦਾਂ ਸਾਰੇ ਜਿੱਦਾਂ ਉਹ ਹੁੰਦਾ ਜਿੱਦਾਂ ਉਹਦੇ ਵਿੱਚ ਦੀ ਸਾਰਾ ਆਪਾਂ ਨੂੰ ਟਰਾਂਸਪੇਰੈਂਟ ਜੀ ਚੀਜ਼ ਨਾ, ਏਦਾਂ ਸਾਰੇ ਮੈਨੂੰ ਲੱਗਿਆ ਕਿ ਉੱਤੇ ਲੱਗੀ ਹੋਈ ਆ, ਉਹ ਤਾਰਿਆਂ ਦੇ ਨਾਲ ਭਰੀ ਹੋਈ ਆ। ਔਰ ਯਕੀਨ ਮੰਨਿਓ ਉੱਥੇ ਮੈਨੂੰ ਕਿਸੇ ਚੀਜ਼ ਨੇ ਛੂਹ ਲਿਆ ਜਿੱਦਾਂ ਨਾ। ਤੇ ਸਵੇਰ ਦੇ ਸੈਸ਼ਨ ਦੇ ਵਿੱਚ ਜਦੋਂ ਉੱਥੇ ਅਸੀਂ ਗਏ, ਜਦੋਂ ਮੇਰੇ ਲਾਸਟ ਟਾਈਮ ਪ੍ਰਭੂ ਨੇ ਮੈਂ ਪੂਰਾ ਪ੍ਰਭੂ ਨੂੰ ਸਮਰਪਿਤ ਹੋਇਆ, ਉਹ ਵਾਕਿਆ ਸੁਣਾ ਰਿਹਾ ਤੁਹਾਨੂੰ। ਅੱਛਾ। ਜਦੋਂ ਸਵੇਰ ਦੇ ਸੈਸ਼ਨ ਦੇ ਵਿੱਚ 7 ਵਜੇ ਦਾ ਸੀਗਾ, ਸਾਰੇ ਜਣੇ ਏਦਾਂ ਖੜੇ ਅੱਖਾਂ ਬੰਦ ਕਰਕੇ ਪ੍ਰੇਅਰ ਕਰਦੇ ਆ, ਕੋਈ 500-700 ਲੋਕ ਹੋਊਗੇ। ਤੇ ਇੱਕ ਆਦਮੀ ਉਹਨਾਂ ਲਾਈਨਾਂ ਦੇ ਵਿੱਚ ਏਦਾਂ ਜਿੱਦਾਂ ਕਿਸੇ ਨੂੰ ਲੱਭਦਾ ਆਉਂਦਾ ਆ। ਤੇ ਮੈਂ ਉਹਨੂੰ ਦੇਖ ਰਿਹਾ ਕਰਕੇ, ਮੈਂ ਪੂਰੀਆਂ ਅੱਖਾਂ ਨਹੀਂ ਬੰਦ, ਮੈਂ ਗਾੜੀਆਂ ਸੀਗੀਆਂ ਅੱਖਾਂ, ਉਹਨੂੰ ਮੈਂ ਆਲਾ ਦੁਆਲਾ ਦੇਖਦਾ ਸੀ ਥੋੜਾ ਜਿਹਾ ਵੀ ਕਿੱਦਾਂ ਵਰਸ਼ਿਪ ਕਰਦੇ ਆ, ਕਿੱਦਾਂ ਕਰਦੇ ਆ ਨਾ ਏਦਾਂ। ਤੇ ਉਹ ਏਦਾਂ ਲੱਭਦਾ ਮੇਰੇ ਮੂਹਰੇ ਆ ਕੇ ਖੜਾ ਹੋ ਗਿਆ। ਮੈਨੂੰ ਕਹਿੰਦਾ जंगमैन मैं आपके लिए प्रार्थना करना चाहता हूं। सो मैं ਉਹਨੂੰ ਜਿੱਦਾਂ ਆਪਾਂ ਆਦਮੀ ਆਪਣੇ ਗਰੂਰ ਦੇ ਵਿੱਚ ਜਵਾਬ ਦਿੰਦੇ ਆ, ਮੈਂ ਇਦਾਂ ਹੀ ਉਹਨੂੰ ਜਵਾਬ ਦਿੱਤਾ। ਮੈਂ ਕਿਹਾ ਬਈ ਜੇ ਤੁਸੀਂ ਕਰਨਾ ਚਾਹੁੰਦੇ ਆ ਤੇ ਕਰ ਦਿਓ। ਸੋ ਉਹਨੇ ਮੇਰੇ ਵੱਲ ਨੂੰ ਏਦਾਂ ਦੇਖਿਆ ਤੇ ਏਦਾਂ ਮੇਰਾ ਹੱਥ ਫੜ ਕੇ ਉਹਨੇ ਜਦੋਂ ਪ੍ਰੇਅਰ ਸ਼ੁਰੂ ਕੀਤੀ, ਹਜੇ ਮੈਂ ਉਹਦੇ ਵੱਲ ਦੇਖਦਾ ਹੀ ਸੀਗਾ ਏਦਾਂ ਡਾਕਟਰ ਸਾਹਿਬ, ਤੇ ਉਹਦੀਆਂ
ਉਹਦੀਆਂ ਅੱਖਾਂ ਦੇ ਵਿੱਚੋਂ ਇਦਾਂ ਪਾਣੀ ਆਉਂਦਾ ਸੀਗਾ ਜਿੱਦਾਂ ਪਾਣੀ ਵਾਲੀ ਟੂਟੀ ਕਿਸੇ ਨੇ ਖੋਲ ਦਿੱਤੀ ਹੋਵੇ। ਵਾਓ। ਇਦਾਂ ਉਹ ਰੋ ਰਿਹਾ ਸੀਗਾ ਤੇ ਮੈਂ ਉਹਦੇ ਨਾਲ ਦੇਖ ਰਿਹਾ ਸੀ ਬੜੇ ਧਿਆਨ ਨਾਲ ਵੀ ਇਹਨੂੰ ਕੀ ਹੋ ਗਿਆ, ਇਹ ਆਦਮੀ ਕਿਉਂ ਰੋ ਰਿਹਾ। ਹਜੇ ਮੈਂ ਆਹ ਹੀ ਸੋਚਿਆ, ਮੈਂ ਹੋਰ ਕੁਛ ਸੋਚਣ ਦਾ ਮੈਨੂੰ ਮੌਕਾ ਨਹੀਂ ਮਿਲਿਆ, ਜਦੋਂ ਹੀ ਮੇਰੀਆਂ ਅੱਖਾਂ ਦੇ ਵਿੱਚੋਂ ਵੀ ਇਦਾਂ ਪਾਣੀ ਚੋਣ ਲੱਗਿਆ ਜਿੱਦਾਂ ਕਿਸੇ ਨੇ ਪਾਣੀ ਵਾਲੀ ਟੂਟੀ ਖੋਲ ਦਿੱਤੀ ਹੁੰਦੀ ਹੈ। ਉਹ ਮੈਨੂੰ ਪਤਾ ਨਹੀਂ ਸੀ ਕਦੋਂ ਮੇਰੇ ਹੱਥ ਛੱਡ ਕੇ ਉਹ ਚਲੇ ਗਿਆ ਬੰਦਾ, ਤੇ ਮੈਂ ਲੱਗਿਆ ਉੱਥੇ ਰੋਣ। ਪੌਣਾ ਘੰਟਾ ਮੈਂ ਉੱਥੇ ਰੋਂਦਾ ਰਿਹਾ ਉਸ ਸੈਸ਼ਨ ਦੇ ਵਿੱਚ। ਜਦੋਂ ਮੈਂ ਅੱਖਾਂ ਖੋਲੀਆਂ ਮੈਂ ਦੇਖਿਆ ਸਾਰੇ ਹੀ ਚਲੇ ਗਏ ਸੀ, ਮੇਰੇ ਨਾਲ ਦੀ ਟੀਮ ਉੱਥੇ ਖੜੀ ਸੀ। ਮੈਂ ਪਾਦਰੀ ਸਾਹਿਬ ਨੂੰ ਪੁੱਛਿਆ, ਮੈਂ ਕਿਹਾ ਪਾਦਰੀ ਸਾਹਿਬ ਆ ਦੱਸੋ ਮੈਨੂੰ ਕੀ ਹੋਇਆ ਮੇਰੇ ਨਾਲ, ਮੈਂ ਤਾਂ ਕਦੀ ਏਦਾਂ ਰੋਇਆ ਹੀ ਨਹੀਂ, ਮੈਂ ਤਾਂ ਏਦਾਂ ਰੋਂਦਾ ਨਹੀਂ। ਕਰਕੇ ਸੇਵਕਾਈ ਦੇ ਦੌਰਾਨ ਜਦੋਂ ਮੇਰੇ ਫਾਦਰ ਸਾਹਿਬ ਨੂੰ ਬਹੁਤ ਅਲੱਗ-ਅਲੱਗ ਤਰ੍ਹਾਂ ਦੀਆਂ ਮੁਸੀਬਤਾਂ ਦੇ ਸਾਹਮਣੇ ਕਰਨੇ ਪੈਂਦੇ ਸੀ, ਅਸੀਂ ਬਹੁਤ ਸਟਰੋਂਗ ਹੋ ਗਏ ਸੀ ਅੰਦਰੋਂ। ਸਾਨੂੰ ਸਮਝ ਲੱਗ ਗਈ ਸੀ ਇਹ ਹੁਣ ਏਦਾਂ ਹੀ ਚੱਲਣਾ ਵੀ ਸਾਨੂੰ ਤਿਆਰੀ ਰੱਖਣੀ ਪੈਣੀ ਆ। ਤੇ ਉਹਨਾਂ ਨੇ ਮੈਨੂੰ ਕਿਹਾ ਆਪਾਂ ਟ੍ਰੇਨ 'ਚ ਤੈਨੂੰ ਦੱਸਾਂਗੇ ਯਾਰ, ਇਹ ਲੰਬੀ ਕਹਾਣੀ ਆ। ਮੈਂ ਕਿਹਾ ਚਲੋ ਠੀਕ ਆ। ਅਗਲੇ ਸੈਸ਼ਨ 'ਚ ਫਿਰ ਉਹੀ ਆਦਮੀ, ਮੈਂ ਉਹਨੂੰ ਲੱਭਦਾ ਸੀ, ਮੈਂ ਕਿਹਾ ਉਹ ਆਦਮੀ ਜ਼ਰੂਰ ਲੱਭਣਾ ਵੀ ਉਹਨੇ ਮੇਰੇ ਹੱਥਾਂ ਨੂੰ ਫੜਿਆ। ਹਾਂਜੀ ਬਈ ਮੈਂ ਦੇਖਿਆ ਉਹ ਸਾਹਮਣੇ ਲੰਚ ਟਾਈਮ ਤੇ ਉਹ ਪਲੇਟ ਚੱਕ ਰਿਹਾ ਸੀ। ਮੈਂ ਭੱਜ ਕੇ ਉਹਦੇ ਕੋਲ ਗਿਆ, ਮੈਂ ਉਹਦੀ ਜਾ ਕੇ ਬਾਂਹ ਫੜੀ, ਮੈਂ ਕਿਹਾ ਸਰ, ਜਦੋਂ ਮੈਂ ਕਿਹਾ ਸਰ, ਉਹਦੀਆਂ ਅੱਖਾਂ 'ਚੋਂ ਫਿਰ ਪਾਣੀ ਆਉਣ ਲੱਗ ਪਿਆ। ਹਜੇ ਉਹਦੀਆਂ ਅੱਖਾਂ 'ਚੋਂ ਪਾਣੀ ਆਉਂਦਾ ਹੀ ਸੀ, ਨਾਲ ਹੀ ਮੇਰੀਆਂ ਅੱਖਾਂ, ਮੈਂ ਉਹਦੀ ਬਾਂਹ ਛੱਡ ਕੇ ਵਾਪਸ ਆ ਗਿਆ। ਮੇਰੇ 'ਚ ਤਾਕਤ ਨਹੀਂ ਰਹੀ ਮੈਂ ਉਹਦੇ ਨਾਲ ਕੋਈ ਗੱਲ ਕਰ ਸਕਾਂ। ਸੋ ਜਦੋਂ ਮੈਂ ਉਹਨੂੰ ਛੱਡ ਕੇ ਵਾਪਸ ਆ ਗਿਆ ਤੇ ਫਿਰ ਮੈਂ ਇੱਕ ਆਦਮੀ ਨੂੰ ਕਿਹਾ ਆਪਣੇ ਨਾਲ ਦੇ ਨੂੰ, ਮੈਂ ਕਿਹਾ ਯਾਰ ਇਹਦਾ ਸਾਰਾ ਐਡਰੈਸ ਲੈ ਲਾ, ਜੇ ਇਹਨੇ ਮੈਨੂੰ ਕੁਛ ਕੀਤਾ ਹੋਇਆ ਨਾ ਚੀਜ਼ ਕੀਤੀ ਹੋਈ ਤਾਂ ਫਿਰ ਮੈਂ ਇਸ ਬੰਦੇ ਨੂੰ ਲੱਭ ਕੇ ਇਹਦੇ ਨਾਲ ਗੱਲ ਕਰਨੀ ਆ। ਅੱਛਾ। ਉਹ ਸੀਗੇ ਪਾਸਟਰ ਅਨਵਰ ਮਾਈਕਲ ਇਲਾਹਾਬਾਦ ਤੋਂ। ਅੱਛਾ। ਉਸ ਆਦਮੀ ਨੇ ਮੇਰੇ ਲਈ ਲਾਸਟ ਟਾਈਮ ਉਹਨੇ ਮੇਰੇ ਲਈ ਪ੍ਰੇਅਰ ਕੀਤੀ ਸੀ। ਉਹ 2003 ਦਾ ਸਮਾਂ ਸੀਗਾ ਜਦੋਂ ਮੈਂ ਵਾਪਸ ਆਇਆ। ਉਸ ਤੋਂ ਪਹਿਲਾਂ ਮੇਰੇ ਫਾਦਰ ਸਾਹਿਬ ਮੈਨੂੰ ਬਹੁਤ ਵਾਰੀ ਕਹਿੰਦੇ ਸੀਗੇ ਤੂੰ ਪ੍ਰਚਾਰ ਕਰਿਆ ਕਰ, ਮੈਂ ਕਿਹਾ ਨੋ। ਉਹ ਕਹਿੰਦੇ ਸੀਗੇ ਤੂੰ ਮੇਰੇ ਨਾਲ ਸੇਵਕਾਈ ਕਰਿਆ ਕਰ, ਮੈਂ ਕਿਹਾ ਨੋ। ਸੋ ਸਾਡੀ ਇਸ ਗੱਲ ਦੇ ਵਿੱਚ ਰਹਿੰਦੀ ਸੀਗੀ, ਪਰ ਇਹ ਗੋਡ ਪਲਾਨ ਸੀਗਾ ਕਿ ਮੈਂ 9 ਸਾਲ ਦਾ ਸੀਗਾ ਜਦੋਂ ਗੈਰ ਭਾਸ਼ਾ ਬੋਲਦਾ ਸੀਗਾ, ਤੇ ਬਾਅਦ ਵਿੱਚ ਮੇਰਾ 92 ਦੇ ਵਿੱਚ 90 ਦੇ ਵਿੱਚ ਮੇਰਾ ਬੈਪਟਾਈਜ਼ ਹੋ ਗਿਆ। ਉਸ ਤੋਂ ਬਾਅਦ ਮੈਨੂੰ ਕਾਲਸ ਆਉਣੀਆਂ ਸ਼ੁਰੂ ਹੋ ਗਈਆਂ। ਫਿਰ ਜੋਸ਼ੂਆ ਪੌਲ ਜੀ ਉਹਨਾਂ ਨੇ ਮੈਨੂੰ ਕਾਲ ਕੀਤਾ ਕਿ ਪ੍ਰਭੂ ਤੇਰੇ ਜੀਵਨ ਦੇ ਵਿੱਚ ਕੰਮ ਕਰਨਾ ਚਾਹੁੰਦੇ ਆ, ਉਹ ਤੈਨੂੰ ਯੂਜ਼ ਕਰਨਾ ਚਾਹੁੰਦੇ ਆ। ਪਾਸਟਰ SR ਮਨੋਹਰ ਜੀ ਉਹਨਾਂ ਨੇ ਮੈਨੂੰ ਇੱਕ ਵਾਰੀ ਮੈਂ ਲੁਧਿਆਣੇ, ਉਹ ਵੀ ਵਾਕਿਆ ਤੁਹਾਨੂੰ ਸੁਣਾ ਦੇਣਾ ਜੇ ਤੁਸੀਂ ਕਹੋ, ਉਦੋਂ ਵੀ ਮੈਨੂੰ ਕਾਲ ਹੋਈ ਸੀਗੀ। ਜੋ ਤੁਹਾਡਾ ਦਿਲ ਕਰਦਾ ਸੁਣਾਓ ਸਾਨੂੰ, ਅੱਜ ਤੁਹਾਡਾ ਦਿਨ ਹਾਂਜੀ। ਮੈਂ ਇਹੀ ਦੱਸਣਾ ਚਾਹੁੰਦਾ ਕਿ ਜਦੋਂ ਤੁਹਾਡੀ ਜ਼ਿੰਦਗੀ ਬਦਲਦੀ ਆ, ਉਹ ਕਿਸੇ ਦੀ ਪ੍ਰੇਰਨਾ ਦੇ ਨਾਲ ਨਹੀਂ ਬਦਲਦੀ, ਉਹ ਪ੍ਰਭੂ ਦੀ ਕਿਰਪਾ ਦੇ ਨਾਲ ਬਦਲਦੀ ਆ। ਇੰਟਰਪਟ ਕਰਾਂਗਾ। ਦੁਨੀਆ 'ਚ ਜਿਹੜੇ ਸਾਨੂੰ ਇਸ ਵੇਲੇ ਵੇਖ ਰਹੇ ਨੇ, ਭਾਵੇਂ ਉਹ IPTV ਤੇ ਵੇਖ ਰਹੇ ਨੇ, ਭਾਵੇਂ ਸਾਨੂੰ ਇੰਟਰਨੈਟ ਦੇ ਰਾਹੀਂ ਵੇਖ ਰਹੇ ਨੇ, ਦੁਨੀਆ ਤੋਂ ਜਿੱਥੇ ਕਿਤੇ ਵੀ ਸਾਨੂੰ ਇਸ ਵਕਤ ਵੇਖਿਆ ਜਾ ਰਿਹਾ, ਮੈਂ ਤੁਹਾਨੂੰ ਇੱਕ ਗੱਲ ਚੰਗੀ ਹੋਰ ਦੱਸਣਾ ਚਾਹੁੰਦਾ ਵਾਂ ਕਿ ਪਾਦਰੀ ਸਾਹਿਬ ਥੋੜੀ ਦੇਰ ਤੋਂ ਬਾਅਦ ਤੁਹਾਡੇ ਲਈ ਦੁਆ ਕਰਨ ਨੂੰ ਤਿਆਰ ਨੇ, ਤੇ ਤੁਸੀਂ ਤਿਆਰ ਰਿਹਾ ਜੇ। ਆਪਣੀ ਪ੍ਰੇਅਰ ਰਿਕੁਐਸਟ ਤੁਸੀਂ ਤਿਆਰ ਰੱਖਿਆ ਜੇ। ਥੋੜੀ ਦੇਰ ਤੱਕ ਅਸੀਂ ਆਪਣੀ ਟੈਲੀਫੋਨ ਕਾਲਸ ਜਿਹੜੀਆਂ ਨੇ ਉਹ ਲੈਣਾ ਸ਼ੁਰੂ ਕਰ ਦਾਂਗੇ, ਲਾਈਨਸ ਓਪਨ ਕਰ ਦਾਂਗੇ, ਤਾਂ ਕਿ ਤੁਸੀਂ ਡਾਇਰੈਕਟਲੀ ਆਪਣੀ ਜਿਹੜੀਆਂ ਪ੍ਰਾਰਥਨਾਵਾਂ ਨੇ, ਆਪਣੀ ਪ੍ਰੇਅਰ ਰਿਕੁਐਸਟ ਨੇ, ਉਹ ਪਾਦਰੀ ਸਾਹਿਬ ਦੇ ਨਾਲ ਸਾਂਝੀਆਂ ਕਰ ਸਕੋ ਤੇ ਮਿਲ ਕੇ ਅਸੀਂ ਤੁਹਾਡੇ ਲਈ ਦੁਆ ਕਰਾਂਗੇ। ਪਾਦਰੀ ਸਾਹਿਬ ਖੁਦਾਵੰਦ ਤੁਹਾਨੂੰ ਬਰਕਤ ਦੇ, ਜਾਰੀ ਰੱਖੋ ਪਲੀਜ਼। ਜੀ ਥੈਂਕ ਯੂ। ਸੋ ਮੈਂ ਇੱਥੇ ਇੱਕ ਗੱਲ ਡਾਕਟਰ ਸਾਹਿਬ ਕਹਿਣੀ ਚਾਹੁੰਦਾ, ਮੈਂ ਇੱਥੇ ਕੋਈ ਵੀ ਜਿਹੜੀ ਗੱਲਾਂ ਕਰ ਰਿਹਾ ਜਾਂ ਜਿਸ ਅੰਦਾਜ਼ ਦੇ ਵਿੱਚ ਮੈਂ ਇੱਥੇ ਬੋਲ ਰਿਹਾ, ਉਹ ਕੋਈ ਸ਼ੋਅ ਆਫ ਕਰਨ ਦੇ ਲਈ ਬੋਲ ਰਿਹਾ, ਕਰਕੇ ਜਿਹੜੀ ਰਿਐਲਿਟੀ ਆ ਉਹ ਕਦੇ ਬਦਲ ਨਹੀਂ ਸਕਦੀ। ਤੁਸੀਂ ਜਿੱਦਾਂ ਮਰਜੀ ਤੁਸੀਂ ਬਹਿ ਜਾਓ, ਜਿੱਦਾਂ ਦੇ ਮਰਜੀ ਕੱਪੜੇ ਪਾ ਲਓ, ਜਿੱਦਾਂ ਦਾ ਮਰਜੀ ਤੁਹਾਡਾ ਬੋਲਣ ਦਾ ਐਕਸੈਂਟ ਹੋਵੇ, ਪਰ ਜਿਹੜੀ ਐਕਚੁਅਲ ਜਿਹੜੀ सच्चाई आ, सच्चाई छुप नहीं सकती, बनावट के असूलों से खुशबू आ नहीं सकती कागज के फूलों से। ਜਿਹੜਾ ਐਕਚੁਅਲ ਚ ਸੱਚ ਆ ਨਾ, ਆਪਾਂ ਨੂੰ ਉਹਦੇ ਨਾਲ ਹੀ ਜਾਣਾ ਪੈਂਦਾ ਆ। ਸੋ ਜੇ ਆਪਣੀ ਗੱਲ ਵਿੱਚ ਕੋਈ ਦਮ ਨਾ ਹੋਵੇ, ਸੋ ਜਿਹੜੇ ਸੁਣ ਵੀ ਰਹੇ ਆ ਲਿਸਨਰਸ, ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ
ਐਕਚੁਅਲ 'ਚ ਇਹ ਸਭ ਕੁਝ ਸਾਡੇ ਨਾਲ ਵਾਪਰਿਆ ਆ, ਇਸ ਕਰਕੇ ਉਹਨੂੰ ਉਦਾਂ ਹੀ ਬਿਆਨ ਕਰਨਾ ਚਾਹੁੰਦੇ ਆ। ਜਦੋਂ ਵਾਪਰਿਆ ਸੀ ਉਦੋਂ ਵੀ ਅਸੀਂ ਇਦਾਂ ਦੇ ਕਮਲੇ ਮਮਲੇ ਜਿਹੇ ਹੁੰਦੇ ਸੀ, ਅੱਜ ਵੀ ਉਦਾਂ ਦੇ ਆ। ਸੋ ਬਸ ਪ੍ਰਭੂ ਦੀ ਕਿਰਪਾ ਆ। ਸੋ ਉਹਦੀ ਕਿਰਪਾ ਜਿਹੜੀ ਅਸੀਂ ਹੋਕਾ ਦਿੰਨੇ ਵੀ, ਤੁਸੀਂ ਵੀ ਲਾ ਲਓ ਵਕਤ ਦੇ ਵਿੱਚ। ਬਿਲਕੁਲ ਡਾਕਟਰ ਸਾਹਿਬ, ਜਦੋਂ ਮੈਂ ਵਾਪਸ ਆਇਆ, ਮੈਂ ਆਪਣੇ ਫਾਦਰ ਸਾਹਿਬ ਨੂੰ ਕਿਹਾ ਮੈਂ ਪ੍ਰਚਾਰ ਕਰਨਾ। ਉਹ ਮੈਨੂੰ ਕਹਿੰਦੇ ਹਾਂ, ਉੱਥੇ ਮੈਂ ਟੋਟਲੀ ਉਹ ਜੋ ਹੋਣਾ ਸੀ ਉੱਥੇ ਪਰਮੇਸ਼ਵਰ ਨੇ ਮੇਰੇ ਵਿੱਚ ਭਰ ਦਿੱਤਾ। ਜੋ ਉਹਨੇ ਉੱਥੇ ਮੇਰੇ ਨਾਲ ਕਰਨਾ ਸੀ, ਮੇਰਾ ਆਪਰੇਸ਼ਨ ਉਹਨੇ ਕਰ ਦਿੱਤਾ। ਉਹ ਐਨ ਮੈਨੂੰ ਰੈਡੀ ਕਰਕੇ ਭੇਜਿਆ। ਤੇ ਇੱਕ ਮੈਨੂੰ ਡਰ ਵੀ ਸੀਗਾ ਕਰਕੇ ਮੈਂ ਕਦੀ ਪਲੇਟਫਾਰਮ ਤੇ ਨਹੀਂ ਖੜਾ ਹੋਇਆ ਸੀ। ਇੱਕ ਮੈਂ ਕਦੀ ਆਪਣੇ ਹੱਥ 'ਚ ਮਾਈਕ ਨਹੀਂ ਫੜਿਆ ਸੀਗਾ। ਮੈਨੂੰ ਪਤਾ ਨਹੀਂ ਸੀ ਮਾਈਕ ਦਾ ਮੂੰਹ ਕਿੱਧਰ ਨੂੰ ਹੁੰਦਾ। ਸੋ ਜਦੋਂ ਮੈਂ ਆ ਕੇ ਆਪਣੇ ਫਾਦਰ ਸਾਹਿਬ ਨੂੰ ਕਿਹਾ ਮੈਂ ਪ੍ਰਚਾਰ ਕਰਨਾ, ਮੇਰੇ ਫਾਦਰ ਸਾਹਿਬ ਕਹਿੰਦੇ, ਉਹ ਲੰਮੇ ਪਏ ਸੀ। ਜਦੋਂ ਮੈਂ ਘਰ ਐਂਟਰੀ ਕੀਤੀ, ਮੈਂ ਸਭ ਤੋਂ ਪਹਿਲਾਂ ਉਹਨਾਂ ਦੇ ਕੋਲ ਗਿਆ ਤੇ ਮੈਂ ਆਪਣਾ ਦੁਆ ਸਲਾਮ ਕੀਤਾ ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਸ਼ੁੱਕਰਵਾਰ ਮੈਂ ਵਾਪਸ ਆਇਆ ਤੇ ਸੰਡੇ, ਮੈਂ ਉਹਨਾਂ ਨੂੰ ਕਿਹਾ ਮੈਂ ਸੰਡੇ ਪ੍ਰਚਾਰ ਕਰਨਾ। ਉਹ ਮੈਨੂੰ ਕਹਿੰਦੇ ਅੱਛਾ ਮਜ਼ਾਕ ਕਰਦਾ? ਮੈਂ ਕਿਹਾ ਨਹੀਂ ਮਜ਼ਾਕ ਨਹੀਂ ਕਰਦਾ। ਫਿਰ ਮੈਂ ਉਹਨਾਂ ਨੂੰ ਸਾਰਾ ਦੱਸਿਆ ਮੇਰੇ ਨਾਲ ਕੀ ਹੋਇਆ। ਉਹਨਾਂ ਨੇ ਮੇਰੇ ਲਈ ਪ੍ਰੇਅਰ ਕੀਤੀ ਤੇ ਉਹਨਾਂ ਨੇ ਕਿਹਾ ਬਈ ਮੈਨੂੰ, ਮੈਂ ਸ਼ੋਰ ਆ ਵੀ ਤੂੰ ਬਿਲਕੁਲ ਘਬਰਾਉਣਾ ਨਹੀਂ, ਕੁਛ ਨਹੀਂ ਹੁੰਦਾ ਤੇ ਪ੍ਰਭੂ ਦੇ ਆਤਮਾ ਨੇ ਕੰਮ ਕਰਨਾ ਆ, ਤੇਰੀ ਤਾਕਤ ਨੇ ਕੁਛ ਨਹੀਂ ਕਰਨਾ। ਮੈਂ ਕਿਹਾ ਜੀ ਠੀਕ ਹੈ। ਸੰਡੇ ਮੈਂ ਪ੍ਰਚਾਰ ਕੀਤਾ ਜੀ, ਪਹਿਲੀ ਵਾਰੀ 2003 ਦੇ ਵਿੱਚ ਪਹਿਲੇ ਐਤਵਾਰ ਮਾਈਕ ਫੜਿਆ, ਪਹਿਲੀ ਵਾਰੀ ਸਟੇਜ ਤੇ ਖੜਾ ਹੋਇਆ, ਪਹਿਲੀ ਵਾਰੀ ਪ੍ਰਚਾਰ ਕੀਤਾ। ਨਾ ਮੇਰੀਆਂ ਲੱਤਾਂ ਕੰਬੀਆਂ ਤੇ ਨਾ ਮੈਨੂੰ ਕੁਛ ਏਦਾਂ ਦੀ ਫੀਲਿੰਗਸ ਆਈਆਂ। ਏਦਾਂ ਮੈਂ ਪ੍ਰਚਾਰ ਕੀਤਾ ਜਿੱਦਾਂ ਮੈਂ ਸੱਚੀ ਪਹਿਲਾਂ ਵੀ ਪ੍ਰਚਾਰ ਕੀ ਹੁੰਨਾ ਤੇ ਪ੍ਰਚਾਰ ਕਰਦਾ ਹੀ ਆਇਆ ਹੁੰਨਾ। ਵਾਓ, ਕਮਾਲ। ਮੈਨੂੰ ਇੱਥੇ ਇੱਕ ਗੱਲ ਯਾਦ ਆ ਗਈ ਡਾਕਟਰ ਸਾਹਿਬ, ਥੋੜੀ ਹਟ ਕੇ ਸੁਣਾਈਏ ਆਪਾਂ। ਤੁਹਾਨੂੰ ਸੁਣਨ ਲਈ ਬੈਠੇ, ਐਡਾ ਸੋਹਣਾ ਮੁਖੜਾ ਵੇਖਣ ਡਏ ਆ, ਤੁਹਾਡਾ ਸੁਣਨ ਡਏ ਆ, ਤੁਹਾਨੂੰ ਸੁਣਾਓ ਅੱਜ ਜੋ ਸੁਣਾ ਸਕਦੇ ਹੋ ਤੁਹਾਨੂੰ। ਡਾਕਟਰ ਸਾਹਿਬ ਇੱਕ ਨਾ ਪ੍ਰਚਾਰਕ ਸੀਗਾ ਤੇ ਉਹਦੇ ਨਾਲ ਚੇਲੇ ਸੀਗੇ, 4-5 ਚੇਲੇ ਉਹਨੇ ਰੱਖੇ ਸੀ ਨਾਲ, ਬਈ ਆਪਾਂ ਪ੍ਰਚਾਰ ਕਰਨ ਜਾਣਾ। ਕੋਈ ਕਾਰ ਚਲਾਉਂਦਾ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ। ਤੇ ਇੱਕ ਚੇਲਾ ਬਾਲਾ ਹੀ ਕਾਲਾ ਸੀਗਾ, ਉਹ ਕਹਿੰਦਾ ਵੀ ਗੁਰੂ ਜੀ ਮੈਂ ਪ੍ਰਚਾਰ ਕਰਨਾ। ਉਹਨੇ ਕਿਹਾ ਉਹ ਬਹਿ ਜਾ, ਤੂੰ ਤੇਤੋਂ ਨਹੀਂ ਹਜੇ ਪ੍ਰਚਾਰ ਹੋਣਾ, ਹਜੇ ਤੂੰ ਸਿੱਖ ਲਾ। ਤੇ ਥੋੜਾ ਜਿਹਾ ਦਿਨ ਹੋਏ, ਫਿਰ ਉਹਨੇ ਕਿਹਾ, ਕਹਿੰਦਾ ਗੁਰੂ ਜੀ ਮੈਂ ਪ੍ਰਚਾਰ ਕਰਨਾ। ਉਹ ਕਹਿੰਦਾ ਯਾਰ ਬਹਿ ਜਾ, ਹਜੇ ਤੇਤੋਂ ਨਹੀਂ ਪ੍ਰਚਾਰ ਹੋਣਾ। ਉਹ ਕਹਿੰਦਾ ਇੱਕ ਦਿਨ ਉਹ ਜਾ ਰਹੇ ਸੀਗੇ ਖੇਤਾਂ ਵਿੱਚ ਦੀ, ਤੇ ਉਹਨੇ ਆਪਣੇ ਗੁਰੂ ਨੂੰ ਕਿਹਾ, ਕਹਿੰਦਾ ਗੁਰੂ ਜੀ ਅੱਜ ਆਪਾਂ ਜਿੱਥੇ ਜਾ ਰਹੇ ਉੱਥੇ ਮੈਂ ਪ੍ਰਚਾਰ ਕਰਨਾ। ਉਹਨੇ ਗੁਰੂ ਨੇ ਆਪਣੇ ਡਰਾਈਵਰ ਨੂੰ ਕਹਿੰਦਾ ਰੁਕੋ ਰੁਕੋ, ਇੱਥੇ ਗੱਡੀ ਰੋਕੋ। ਉਹਨਾਂ ਨੇ ਗੱਡੀ ਰੋਕੀ। ਉਹਨੇ ਇੱਥੇ ਮਾਈਕ ਖੜਾ ਕਰਕੇ ਤੇ ਉਹਨੇ ਕਿਹਾ ਵੀ ਆਹ ਖੇਤ ਕਾਹਦੇ ਆ, ਉੱਥੇ ਸਾਰੇ ਗੋਭੀ ਦੇ ਫੁੱਲ ਨਿਕਲੇ ਸੀਗੇ। ਏਦਾਂ ਲੱਗਦੇ ਸੀ ਜਿੱਦਾਂ ਸਾਰੇ ਸੈਰੀ ਸੈਰ ਹੁੰਦੇ ਆ। ਉਹ ਕਹਿੰਦਾ ਤੂੰ ਸਮਝ ਲਾ ਬਈ ਆ ਸਾਰੇ ਬੰਦੇ ਹੀ ਬੰਦੇ ਬੈਠੇ, ਤੂੰ ਇੱਥੇ ਪ੍ਰਚਾਰ ਕਰ, ਯਿਸੂ ਮਸੀਹ ਦੇ ਨਾਂ 'ਚ ਆਮਨ ਦਾ ਪ੍ਰਚਾਰ ਕਰ। ਕਹਿੰਦਾ ਜੀ ਠੀਕ ਆ। ਉਹ ਖੜਾ ਹੋਇਆ, ਉਹਨੇ ਪ੍ਰਚਾਰ ਕੀਤਾ, ਬੜੇ ਧੜੱਲੇ ਦੇ ਨਾਲ ਪ੍ਰਚਾਰ ਕੀਤਾ ਤੇ ਗੁਰੂ ਨੇ ਕਿਹਾ ਬਈ ਠੀਕ ਆ ਯਾਰ, ਬਹੁਤ ਵਧੀਆ, ਚੱਲ ਅੱਜ ਤੂੰ ਹੀ ਪ੍ਰਚਾਰ ਕਰਨਾ, ਉੱਥੇ ਜਾ ਕੇ ਵੀ ਤੇਰੀ ਪ੍ਰੈਕਟਿਸ ਹੋ ਗਈ। ਉਹ ਕਹਿੰਦਾ ਜੀ ਠੀਕ ਹੈ। ਜਦੋਂ ਉੱਥੇ ਪਹੁੰਚੇ ਤੇ ਗੁਰੂ ਨੇ ਕਿਹਾ ਆਪਣੇ ਚੇਲੇ ਨੂੰ, ਚੱਲ ਬਈ ਪ੍ਰਚਾਰ ਕਰ। ਕਹਿੰਦਾ ਜੀ ਠੀਕ ਹੈ, ਆਓ ਕਰ ਪ੍ਰਚਾਰ, ਤੂੰ ਬੜਾ ਕਾਲਾ ਆ, ਬੰਦੇ ਬੈਠੇ, ਸੰਗਤ ਬੈਠੀ ਹੈ, ਕਰੋ ਸ਼ੁਰੂ। ਉਹ ਉੱਠਿਆ, ਖੜਾ ਹੋਇਆ ਤੇ ਮਾਈਕ ਤੇ 2 ਮਿੰਟ ਬੋਲਿਆ ਤੇ ਫਿਰ ਉਹਦੀਆਂ ਲੱਤਾਂ ਕੰਬਣ ਲੱਗ ਪਈਆਂ ਤੇ ਮਾਈਕ ਤੇ ਕਹਿੰਦਾ ਜੀ ਸਾਧ ਸੰਗਤ ਜੀ, ਗੱਲ ਏਦਾਂ ਆ ਜੀ ਬਈ ਬੰਦੇ ਬੰਦੇ ਹੀ ਹੁੰਦੇ ਆ ਤੇ ਗੋਭੀ ਗੋਭੀ ਹੁੰਦੀ ਆ। ਵਾਹ 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 ਵਾਹ, ਬੰਦੇ ਬੰਦੇ ਹੀ ਹੁੰਦੇ ਆ। ਇਹ ਤਾਂ ਬੜਾ ਚੰਗਾ ਸਾਨੂੰ ਕਿੱਸਾ ਵੀ ਸੁਣਾਤਾ ਔਰ ਸਾਨੂੰ ਹਸਾ ਵੀ ਦਿੱਤਾ ਤੇ ਬੜਾ ਅੱਛਾ ਲੱਗਿਆ ਸਾਨੂੰ। ਲੇਕਿਨ ਇੱਕ ਗੱਲ ਤੁਹਾਡੇ ਕੋਲ ਹੋਰ ਪੁੱਛਣਾ ਚਾਹੁੰਦਾ ਕਿ ਜਦੋਂ ਪ੍ਰਭੂ ਨੇ ਤੁਹਾਨੂੰ ਬੁਲਾ ਲਿਆ, ਸੇਵਕਾਈ ਲਈ ਤੁਸੀਂ ਖਲੋ ਗਏ, ਪਹਿਲਾਂ ਤੁਸੀਂ ਪ੍ਰਚਾਰ ਵੀ ਕਰ ਲਿਆ ਔਰ ਫਿਰ ਆਹਿਸਤਾ ਆਹਿਸਤਾ ਵਧਦੇ ਗਏ। ਕਈ ਲੋਕ ਇਹ ਸੋਚਦੇ ਨੇ, ਅਕਸਰ ਪੂਰੇ ਭਾਵੇਂ ਲਹਿੰਦਾ ਪੰਜਾਬ ਹੋਵੇ ਤੇ ਭਾਵੇਂ ਚੜ੍ਹਦਾ ਪੰਜਾਬ ਹੋਵੇ, ਜਦੋਂ ਕਿਸੇ ਦਾ ਪੁੱਤਰ ਆਉਂਦਾ ਹੈ ਨਾ ਪਿੱਛੋਂ ਚਰਚ ਦੇ ਵਿੱਚ ਤੇ ਆ ਕੇ ਪ੍ਰੀਚ ਕਰਦਾ ਹੈ, ਆ ਕੇ ਉਹ ਜਗ੍ਹਾ ਤੇ ਬੈਠਦਾ, ਤੇ ਲੋਕ ਸਮਝਦੇ ਨੇ ਇੰਜ ਲੱਗਦਾ ਜਿਵੇਂ ਇਹਦੇ ਪਿਓ ਨੇ ਇਹਨੂੰ ਜਿਹੜਾ ਨਾ ਉਹ ਗੱਦੀ ਦੇ ਦਿੱਤੀ ਹੈ। ਦੂਜੇ ਲਫ਼ਜ਼ਾਂ ਚ ਇਹ ਕਰਦੇ ਨੇ ਜੀ ਇਹਨਾਂ ਦਾ ਖਾਨਦਾਨੀ ਕੰਮ ਹੈ ਜੀ ਇਹ। ਕਿਆ ਤੁਸੀਂ ਇਹ ਸਮਝਦੇ ਹੋ ਕਿ ਲੋਕ ਇੰਜ ਦਾ ਸੋਚ ਵੀ ਸਕਦੇ? ਜਿਵੇਂ ਮੈਂ ਮੇਰੇ ਵਾਲਦ ਵੀ ਜਿਹੜੇ ਸਨ, ਮੇਰੇ ਪਿਤਾ ਜਿਹੜੇ ਸਨ, ਉਹ ਵੀ ਇੱਕ ਪ੍ਰੀਸਟ ਸਨ,
ਤੇ ਲੋਕ ਕਈ ਵਾਰੀ ਇੰਜ ਸਮਝਣ ਲੱਗ ਪੈਂਦੇ ਨੇ ਕਿ ਸ਼ਾਇਦ ਇਹਨਾਂ ਦਾ ਖਾਨਦਾਨੀ ਪੇਸ਼ਾ ਹੈ। ਸੋ ਇਹਦਾ ਮਤਲਬ ਇਹ ਕਿ ਤੁਸੀਂ ਇੰਜ ਨਹੀਂ ਹੋਇਆ, ਕਿਉਂਕਿ ਤੁਹਾਡਾ ਵੱਲ ਜਿਹੜੇ ਪਿਤਾ ਸਨ ਤੁਹਾਨੂੰ ਫੋਰਸ ਕਰਦੇ ਸਨ ਔਰ ਤੁਸੀਂ ਨਹੀਂ ਕੀਤਾ। ਲੇਕਿਨ ਜਦੋਂ ਪਵਿੱਤਰ ਆਤਮਾ ਨੇ ਤੁਹਾਨੂੰ ਆਖਿਆ, ਤੁਸੀਂ ਉਦੋਂ ਇਹ ਗੱਲ ਕੀਤਾ। ਤੇ ਸਾਰੇ ਦਰਸ਼ਨ ਜਿਹੜੇ ਜਿੰਨੇ ਸਾਨੂੰ ਦੇਖ ਰਹੇ ਨੇ, ਦਰਸ਼ਕ ਜਿੰਨੇ ਵੇਖ ਰਹੇ ਨੇ, ਇਹ ਗੱਲ ਸੁਣ ਲੈਣ ਕਿ ਬਾਏ ਫੋਰਸ ਮਾਂ ਪਿਓ ਦੇ ਨਾਲ ਵੀ ਨਹੀਂ ਹੁੰਦਾ ਕੰਮ, ਔਰ ਨਾ ਹੀ ਗੱਦੀ ਨਸ਼ੀਨੀ ਹੈ ਇਹ ਤੋਂ ਉੱਤੋਂ ਕਾਲ। ਕੁਝ ਕਹਿਣਾ ਚਾਹੋਗੇ ਭਾਈ ਸਾਹਿਬ ਇਹਦੇ ਬਾਰੇ ਕਿ ਉੱਤੋਂ ਕਾਲਿੰਗ ਤੁਹਾਡੀ ਹੋਈ? ਜੀ ਪਲੀਜ਼, ਫਿਰ ਅੱਗੇ ਵਧਾਂਗੇ ਕਿਉਂਕਿ ਸਮਾਂ ਵੀ ਸਾਡਾ ਬੜੀ ਤੇਜ਼ੀ ਨਾਲ ਲੰਘ ਰਿਹਾ ਤੇ ਲੋਕ ਬੜੇ ਖੁਸ਼ ਹੋ ਰਹੇ ਨੇ। ਇਸ ਵਕਤ ਸਾਰੀ ਦੁਨੀਆ ਤੁਹਾਡੇ ਤੋਂ ਬਹੁਤ ਖੁਸ਼ ਹੋ ਰਹੀ ਹੈ। ਹਾਂਜੀ ਹਾਂਜੀ, ਐਕਚੁਅਲੀ ਗੱਲ ਏਦਾਂ ਕਿ ਇਹ ਕੋਈ ਸਖਾਲਾ ਨਹੀਂ ਹੈਗਾ ਬਈ ਜਿੱਥੇ ਤੁਹਾਡੇ ਪੇਰੈਂਟਸ ਨੇ ਕੁਛ ਕੀਤਾ ਆ ਤੇ ਬੱਚੇ ਵੀ ਦੁਨੀਆ ਦੇ ਵਿੱਚ ਐਨ ਏਦਾਂ ਹੀ ਜਾਂਦਾ ਆ, ਦੁਨੀਆ ਦੇ ਵਿੱਚ ਜਾਂਦਾ ਆ, ਪਰ ਆਤਮਿਕ ਦੁਨੀਆ ਦੇ ਵਿੱਚ ਨਹੀਂ ਜਾਂਦਾ। ਸਾਨੂੰ ਇਹ ਅੱਜ ਸਾਰੇ ਸੰਸਾਰ ਨੂੰ ਇਹ ਗੱਲ ਦੱਸਣੀ ਆ ਬਈ ਆਤਮਿਕ ਦੁਨੀਆ ਦੇ ਵਿੱਚ ਬਿਲਕੁਲ ਅਲੱਗ ਆ, ਭਿੰਨ ਆ, ਡਿਫਰੈਂਟ ਆ। ਆਤਮਿਕ ਦੁਨੀਆ ਦੇ ਵਿੱਚ ਏਦਾਂ ਨਹੀਂ ਜਾ ਸਕਦਾ। ਜੇਕਰ ਪਰਮੇਸ਼ਵਰ ਦੀ ਕਾਲਿੰਗ ਨਹੀਂ ਆ ਤੁਹਾਡੇ ਉੱਤੇ, ਤੁਸੀਂ ਉਹਦਾ ਕੰਮ ਨਹੀਂ ਕਰ ਸਕਦੇ। ਬੇਸ਼ੱਕ ਬੇਸ਼ੱਕ, ਥੈਂਕ ਯੂ ਭਾਈ ਸਾਹਿਬ। ਭਾਈ ਸਾਹਿਬ, ਤੁਹਾਡੇ ਕੋਲ ਇੱਕ ਹੋਰ ਗੱਲ ਪੁੱਛਣਾ ਚਾਹਾਂਗਾ ਮੈਂ। ਜਦੋਂ ਤੁਹਾਡੇ ਵਾਲਦ ਦੀ ਪਿਤਾ ਦੀ ਡੈਥ ਹੋਈ ਹੈ ਤੇ ਉਸ ਡੈਥ ਤੋਂ ਬਾਅਦ ਕਿਵੇਂ ਤੁਸੀਂ ਆਪਣੇ ਆਪ ਨੂੰ ਸੰਭਾਲਿਆ ਤੇ ਕਿਵੇਂ ਤੁਸੀਂ ਚਰਚ ਨੂੰ ਸੰਭਾਲਿਆ? ਕਿਉਂਕਿ ਬੋਝ ਬਹੁਤ ਜ਼ਿਆਦਾ ਸੀ, ਮਿਨਿਸਟਰੀ ਬਹੁਤ ਵੱਡੀ ਸੀ, ਇਹ ਕਿਵੇਂ ਤੁਸੀਂ ਸੰਭਾਲੀ? ਹਾਂਜੀ, ਇਹ ਬਹੁਤ ਡਿਫਿਕਲਟ ਸੀਗਾ। ਇੱਕ ਉੱਥੇ ਫਿਰ ਉਹੀ ਪੁਆਇੰਟ ਨੂੰ ਮੈਂ ਜੋੜ ਦੇਣਾ ਨਾਲ, ਧਿਆਨ ਨਾਲ ਮੈਂ ਸਾਰੇ ਦਰਸ਼ਕਾਂ ਨੂੰ ਕਹਿਣਾ ਧਿਆਨ ਨਾਲ ਸੁਣ ਲਿਓ। ਇਹ ਬਹੁਤ ਮੇਰੇ ਲਈ ਡਿਫਿਕਲਟੀ ਸੀਗੀ ਬਈ ਉਸੇ ਸੇਵਕਾਈ ਨੂੰ ਉਸੇ ਲੈਵਲ ਤੇ ਉਹ ਰਵੇ। ਉਹ ਮੇਰੇ ਵੱਸ ਦੀ ਗੱਲ ਨਹੀਂ ਸੀਗੀ, ਪਰ ਉਹ ਪਰਮੇਸ਼ਵਰ ਦੀ ਕਿਰਪਾ ਸੀਗੀ। ਉਹ ਉਸੇ ਲੈਵਲ ਤੇ ਨਹੀਂ, ਪਰ ਉਸ ਲੈਵਲ ਤੋਂ ਵੀ ਉੱਤੇ ਚਲੇ ਗਈ। ਬੇਸ਼ੱਕ ਇੰਜੀ ਇਹ ਚੀਜ਼ਾਂ ਸਾਨੂੰ ਦਿਖਾਉਂਦੀਆਂ ਆ ਬਈ ਇਹ ਸਾਡੇ ਵਾਰਸਾਂ ਦੇ ਵੱਲੋਂ ਦਿੱਤੀਆਂ ਗਈਆਂ ਚੀਜ਼ਾਂ ਨਹੀਂ ਆ, ਇਹ ਪਰਮੇਸ਼ਵਰ ਦੇ ਵੱਲੋਂ ਦਿੱਤੀ ਗਈ ਕਿਰਪਾ ਆ। ਉਹਦੀ ਕਿਰਪਾ ਦੇ ਨਾਲ ਹੀ ਅਸੀਂ ਅੱਗੇ ਵੱਧਦੇ ਹਾਂ। ਬੇਸ਼ੱਕ। ਪਰ ਸਭ ਪਿਛਲੇ ਕੁਝ ਸਾਲ ਪਹਿਲੇ, ਗਾਲਬਨ ਕੋਈ 2 ਸਾਲ ਪਹਿਲੇ, ਤੁਸੀਂ ਪੌਲ ਦੀਨਾਕਰਨ ਸਾਹਿਬ ਨੂੰ ਬੁਲਾਇਆ ਸੀ ਔਰ ਮੇਰਾ ਖਿਆਲ ਹੈ ਕਿ ਪੰਜਾਬ ਦੇ ਜਿੰਨੇ ਕਰੂਸਡ ਹੋਏ ਨੇ ਉਹਨਾਂ ਨੂੰ ਸਾਰਿਆਂ ਵੱਡਾ ਕਰੂਸਡ ਗਿਣਿਆ ਜਾ ਰਿਹਾ ਸੀ। ਕੁਝ ਉਹਦੇ ਬਾਰੇ ਸਾਨੂੰ ਦੱਸਣਾ ਚਾਹੋਗੇ ਕਿ ਉਹ ਕੀ ਸਮਾਂ ਸੀ ਜਦੋਂ ਪੂਰੀ ਦੁਨੀਆ ਤੁਹਾਡੇ ਨਾਲ ਜੁੜੀ ਹੋਈ ਸੀ, ਬਹੁਤ ਵੱਡਾ ਸੀ? ਔਰ ਮੈਂ ਤੁਹਾਨੂੰ ਦੇਖਿਆ, ਔਰ ਇੱਕ ਚੀਜ਼ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਵਾਂ, ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਕਿ ਪਾਦਰੀ ਸਾਹਿਬ ਟਰੈਕਟਰ ਲੈ ਕੇ ਜ਼ਮੀਨ ਨੂੰ ਲੈਵਲ ਤੇ ਕਰ ਰਹੇ ਨੇ ਕਿਉਂਕਿ ਜਗ੍ਹਾ ਥੋੜੀ ਸੀ ਔਰ ਜਗ੍ਹਾ ਬਣਾ ਰਹੇ ਨੇ। ਸਾਨੂੰ ਦੱਸੋ ਕਿ ਪੂਰਾ ਤੁਸੀਂ ਜੱਟ ਬਣੇ ਹੁੰਦੇ ਹੋ, ਫਿਰ ਪਾਦਰੀ ਵੀ ਬਣੇ ਹੁੰਦੇ ਹੋ, ਨਾਲੇ ਖੇਤਾਂ ਦੇ ਵਿੱਚ ਕੰਮ ਵੀ ਕਰਵਾ ਰਹੇ ਹੁੰਦੇ ਹੋ ਔਰ ਟਰੈਕਟਰ ਵੀ ਚਲਾ ਰਹੇ ਸੋ ਔਰ ਮਿਹਨਤ ਵੀ ਕਰ ਰਹੇ ਸੋ ਤਾਂ ਕਿ ਰੂਹਾਂ ਜਿਹੜੀਆਂ ਨੇ ਔਰ ਪਵਿੱਤਰ ਆਤਮਾ ਦੇ ਦੁਆਰਾ ਮਸੀਹ ਦੇ ਕਦਮਾਂ ਚੱਲ। ਔਰ ਬਹੁਤ ਵੱਡਾ ਕਰੂਸਡ ਤੁਸੀਂ ਕਰਾਇਆ ਸੀ, ਉਸ ਕਰੂਸਡ ਦੇ ਬਾਰੇ ਕੁਝ ਸਾਨੂੰ ਥੋੜਾ ਦੱਸੋਗੇ? ਫਿਰ ਤੁਹਾਡੇ ਚਰਚ ਚਾਹਾਂਗੇ। ਹਾਂਜੀ, ਉਹ ਕਰੂਸਡ ਸੀਗਾ ਕਰਕੇ ਸੇਵਕਾਈ ਨੂੰ 30 ਸਾਲ ਹੋ ਗਏ ਸੀ ਪ੍ਰਭੂ ਦੀ ਮਹਿਮਾ ਕਰਦਿਆਂ ਨੂੰ। ਸੋ 30 ਸਾਲ ਬਾਅਦ ਅਸੀਂ ਇੱਕ ਵੱਡਾ ਫੰਕਸ਼ਨ ਕੀਤਾ ਸੀਗਾ ਜਿਹਦੇ ਵਿੱਚ ਡਾਕਟਰ ਪੌਲ ਸਾਹਿਬ ਨੂੰ ਬੁਲਾਇਆ ਸੀਗਾ। ਤੇ ਉਹਦੇ ਨਾਲ ਨਾਲ ਮੈਂ ਤੁਹਾਨੂੰ ਇਹ ਵੀ ਦੱਸਾਂ ਕਿ 12 ਮੁਲਕਾਂ ਦੇ ਪਾਸਟਰ ਉਸ ਕਰੂਸਡ ਦੇ ਵਿੱਚ ਆਏ ਸੀਗੇ, ਅਲੱਗ-ਅਲੱਗ ਡਿਫਰੈਂਟ ਕੰਟਰੀ ਤੋਂ। ਭਾਈ ਸਾਹਿਬ ਇੱਕ ਮਿੰਟ ਤੁਹਾਨੂੰ ਰੋਕਾਂਗਾ। ਪੌਲ ਸਾਹਿਬ ਦਾ ਮਤਲਬ ਪਤਾ ਕੀ ਹੈ? ਪੌਲ ਦੀਨਾਕਰਨ ਦੀ ਗੱਲ ਹੋ ਰਹੀ ਹੈ। ਦੀਨਾਕਰਨ ਦੇ ਬੇਟੇ ਨੂੰ ਤੁਸੀਂ ਬੁਲਾਇਆ ਸੀ? ਜੀ ਪਲੀਜ਼। ਹਾਂਜੀ ਹਾਂਜੀ, ਸ਼ਾਰਟ ਦੱਸਿਆ ਤੇ ਕਈ ਦਰਸ਼ਕਾਂ ਨੂੰ ਪਤਾ ਨਹੀਂ ਲੱਗਦਾ। ਹਾਂਜੀ ਤੁਹਾਡੀ ਅੱਜ ਥੋੜਾ ਦੱਸ ਸਕਦੇ ਹੋ? ਬਹੁਤ ਧੰਨਵਾਦ ਜੀ। ਸੋ ਉਹ ਇੱਕ ਬਹੁਤ ਹੀ ਸਕਸੈਸ ਪ੍ਰੋਗਰਾਮ ਸੀਗਾ ਤੇ ਓਪਨ ਡੋਰ ਚਰਚ ਦੀ 30ਵੀਂ ਐਨਵਰਸਰੀ ਅਸੀਂ ਕਹਿ ਸਕਦੇ ਹਾਂ, ਅਸੀਂ ਉਹ ਮਨਾਈ ਸੀਗੀ ਤੇ ਪਰਮੇਸ਼ਵਰ ਦੀ ਬੜੀ ਬਲੈਸਿੰਗ ਰਹੀ। ਬਹੁਤ ਸਾਰੇ ਲੋਕਾਂ ਨੇ ਉਹਦੇ ਵਿੱਚ ਬਰਕਤ ਪਾਈ ਤੇ ਅੱਜ ਭਾਵੇਂ ਹੁਣ ਹਾਲਾਤ ਥੋੜੇ ਜਿਹੇ ਸੁਖਾਵੇਂ ਨਹੀਂ ਹੈਗੇ, ਲਾਕਡਾਊਨ ਚੱਲਦਾ ਆ, ਪਰ ਅੱਜ ਵੀ ਹਜ਼ਾਰਾਂ ਲੋਕ ਜਿਹੜੇ ਨੇ ਓਪਨ ਡੋਰ ਚਰਚ ਦੇ ਵਿੱਚ ਪ੍ਰਾਰਥਨਾ ਕਰਨ ਲਈ ਆਉਂਦੇ ਆ ਤੇ ਪ੍ਰਾਰਥਨਾ ਕੇ ਕਰਦੇ ਆ ਤੇ ਪ੍ਰਭੂ ਦੇ ਘਰ ਵਿੱਚੋਂ ਬਰਕਤ ਪਾਉਂਦੇ ਆ। ਮੈਂ ਥੋੜਾ ਜਿਹਾ ਕਰੂਸਡ ਦੇ ਬਾਰੇ ਪੁੱਛਣਾ ਚਾਹੁੰਦਾ ਵਾਂ, ਥੋੜਾ ਸਾਨੂੰ ਹੋਰ ਜ਼ਿਆਦਾ ਰੋਸ਼ਨੀ ਪਾਓ। ਕਿੰਨੇ ਦੇਸ਼ਾਂ ਤੋਂ ਲੋਕ ਆਏ ਸਨ ਔਰ ਕਿੰਨਾ ਉਹ ਇੰਤਜ਼ਾਮ ਸੀ, ਕਿੰਨੀਆਂ ਏਕੜਾਂ ਸੀ ਔਰ ਕਿੰਨੇ ਲੋਕ ਸਨ? ਕਿਉਂਕਿ ਨਾਜ਼ਰੀਨ ਇਹ ਗੱਲ ਯਾਦ ਰੱਖਿਆ ਜੇ, ਦਰਸ਼ਕ ਇਹ ਗੱਲ ਯਾਦ ਰੱਖਣ ਕਿ ਕਈ ਵਾਰੀ ਸਾਡਾ ਕਨਸੈਪਟ ਇਹ ਹੁੰਦਾ ਜੀ ਪਿਤਾ ਨੇ ਕੀਤਾ ਤੇ ਪੁੱਤਰ ਉਹਦੇ ਉੱਤੇ ਆ ਕੇ ਬਹਿ ਗਿਆ। ਨਹੀਂ, ਇੰਜ ਨਹੀਂ ਹੁੰਦਾ।
पिता जरूर ट्रेंड करता है, बाप जरूर ट्रेंड करता है, लेकिन वो छड़ देता है कि लो हुण वधो फुल्लो ते तरक्की करो। ते भाई साहब ने साबित कीता, इन्ने ने वड्डे क्रूसेड करा के साबित कीता। मैं जरा तुहाडी राहीं सुनना चाहना वो गल्लां, वो मिठिया मिठे बोल किवें होंदे तुसां बनाया काम सारा। ਉਹ 21 ਏਕੜ ਦੇ ਵਿੱਚ ਉਦੋਂ ਪ੍ਰੋਗਰਾਮ ਕੀਤਾ ਸੀਗਾ ਤੇ 21 ਏਕੜ ਜਿਹੜੇ ਉਹ ਬਿਲਕੁਲ ਪੈਕ ਸੀਗੇ ਤੇ ਬੜੀ ਪ੍ਰਭੂ ਦੀ ਕਿਰਪਾ ਸੀਗੀ। ਉਹਦੇ YouTube ਦੇ ਉੱਤੇ ਪਾਸਟਰ ਦਿਓਲ ਖੋਜੇਵਾਲਾ ਜੀਸਸ ਹੀਲਿੰਗ ਮਿਨਿਸਟਰੀ ਦੇ ਨਾਂ ਤੇ ਉਹਦੇ ਕਲਿੱਪ ਹੋਣਗੇ, ਕਿਉਂਕਿ ਉਹ ਪਿਛਲੇ ਸਾਲ ਹੀ ਆਪਾਂ ਕੀਤਾ ਸੀਗਾ ਅਪ੍ਰੈਲ ਦੇ ਵਿੱਚ। ਸੋ ਉਹਦੇ ਆਪਾਂ ਨੂੰ ਕਲਿੱਪ ਉੱਥੋਂ ਮਿਲ ਜਾਣਗੇ। ਤੇ ਮੈਂ ਬਹੁਤ ਧੰਨਵਾਦ ਕਰਦਾ ਹਾਂ ਆਪ ਜੀ ਦਾ ਕਿ ਆਪ ਜੀ ਨੇ ਸਾਡੇ ਸਾਰੀਆਂ ਚੀਜ਼ਾਂ ਨੂੰ ਸਰਚ ਕਰਕੇ ਤੇ ਅੱਜ ਸਾਰੇ ਦਰਸ਼ਕਾਂ ਦੇ ਸਾਹਮਣੇ, ਸਾਨੂੰ ਪਿਆਰ ਕਰਨ ਵਾਲਿਆਂ ਦੇ ਸਾਹਮਣੇ ਚੀਜ਼ਾਂ ਨੂੰ ਲਿਆਂਦਾ। ਆਪ ਜੀ ਨਾਲ ਪਿਆਰ ਬਹੁਤ ਕਰਨੇ ਅਸੀਂ। ਧੰਨਵਾਦ ਜੀ। ਨਹੀਂ ਮੈਂ ਪਤਾ ਮੈਂ ਗੱਲ ਦੱਸਣਾ ਚਾਹੁੰਦਾ, ਕਈ ਵਾਰੀ ਨਾ ਜਦੋਂ ਪਾਦਰੀ ਵੱਡਾ ਹੋ ਜਾਂਦਾ ਨਾ, ਇੰਨੀ ਵੱਡੀ ਸੇਵਕਾਈ, ਹਜ਼ਾਰਾਂ ਦੇ ਤਾਦਾਦ ਵਿੱਚ ਲੋਕ, ਤੇ ਫਿਰ ਵੀ ਜਨਾਬ ਆਪਣੀ ਡਾਇਰੈਕਟਰ ਦੇ ਉੱਤੇ ਬਹਿ ਕੇ ਕੰਮ ਕਰਦਾ, ਵਾਹਣ ਸਿੱਧੇ ਕਰ ਰਹੇ ਆ, ਕਈ ਚਲਾ ਰਹੇ ਹੋ। ਮੈਂ ਹੈਰਾਨ ਹੋ ਗਿਆ ਉਹ ਸਾਰਾ ਕੁਝ ਵੇਖ ਕੇ ਕਿ ਇੰਨੇ ਲੋਕ ਹੋਣ ਦੇ ਬਾਵਜੂਦ ਖੁਦ ਤੁਸੀਂ ਸੇਵਾ ਕਰ ਰਹੇ ਸੋ। ਇਹ ਮੈਂ ਥੋੜਾ ਜਿਹਾ ਐਕਸਪੀਰੀਅੰਸ ਤੁਹਾਡਾ ਕੀ ਵਜ੍ਹਾ ਸੀ ਕਿ ਤੁਸੀਂ ਖੁਦ ਸੇਵਾ ਕਰ? ਹਾਂਜੀ, ਮੇਰਾ ਖਿਆਲ ਨਾ ਆਪਣੇ ਬਲੱਡ ਵਿੱਚ ਹੁੰਦਾ ਆ ਜਿਹੜੀ ਸੇਵਾ ਕਰਨੀ, ਸੇਵਾ ਭਾਵਨਾ ਨਾ ਸਾਡੇ ਸਾਰੇ ਪੰਜਾਬੀਆਂ ਦੇ ਬਲੱਡ ਦੇ ਵਿੱਚ ਆ, ਚਾਹੇ ਉਹ ਲਹਿੰਦਾ ਪੰਜਾਬ ਆ, ਚਾਹੇ ਉਹ ਚੜ੍ਹਦਾ ਪੰਜਾਬ ਆ। ਸੋ ਇਹ ਸਿਰਫ ਮੇਰੇ ਵਾਸਤੇ ਹੀ ਨਹੀਂ ਹੈਗਾ, ਮੈਂ ਬਾਕੀਆਂ ਨੂੰ ਵੀ ਇਦਾਂ ਹੀ ਦੇਖਦਾ ਆ ਬਈ ਲੋਕ ਬਹੁਤ ਸ਼ਰਧਾ ਦੇ ਨਾਲ, ਸੇਵਾ ਭਾਵਨਾ ਦੇ ਨਾਲ ਹੈਕਲ ਦੇ ਵਿੱਚ, ਪਵਿੱਤਰ ਸਥਾਨਾਂ 'ਚ ਜਾ ਕੇ ਕਰਦੇ ਆ। ਸੋ ਮੈਂ ਵੀ ਉਹਨਾਂ ਵਿੱਚੋਂ ਹੀ ਆ। ਸੋ ਮੈਨੂੰ ਵੀ ਲੱਗਦਾ ਕਿ ਮੈਨੂੰ ਵੀ ਕਰਨਾ ਚਾਹੀਦਾ। ਇਸ ਕਰਕੇ ਜਦੋਂ ਵੀ ਮੈਨੂੰ ਮੌਕਾ ਮਿਲਦਾ ਮੈਂ ਖੁਦ ਸੇਵਾ ਕਰਦਾ ਚਰਚ ਵਿੱਚ, ਅਜੇ ਤੱਕ ਵੀ ਕਰਦਾ। ਸੋ ਮੈਂ ਉਹਨਾਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ, ਕਈ ਵਾਰੀ ਹੁੰਦਾ ਹੈ ਜੇ ਕੋਈ ਬੰਦਾ ਥੋੜਾ ਵੱਡਾ ਹੋ ਜਾਏ ਨਾ, ਤੋ ਨੋ ਮੈਂ ਕਿਉਂ ਕਰਾਂ ਜੀ, ਮੈਂ ਕਿਉਂ ਕਰਾਂ, ਮੇਰੇ ਕੋਲ ਵਰਕਰ ਨੇ, ਮੇਰੇ ਕੋਲ ਫਲਾਹ ਹੈ, ਮੇਰੇ ਕੋਲ ਫਲਾਹ ਹੈ। ਤੇ ਮੈਂ ਸਲਾਮ ਕਰਨਾ ਭਾਈ ਸਾਹਿਬ ਤੁਹਾਨੂੰ ਕਿ ਤੁਸੀਂ ਆਪ ਆਪਣੇ ਹੱਥੀਂ ਕੰਮ ਕਰ ਰਹੇ ਹੋ। ਹਜ਼ਾਰਾਂ ਦੀ ਤਾਦਾਦ ਦਾ ਤੁਹਾਡੇ ਕੋਲ ਲੋਕ ਨੇ, ਔਰ ਮੈਂ ਤੁਹਾਡੇ ਦੇਖਿਆ ਹੈ ਕਿ ਤੁਹਾਡੇ ਚਰਚ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦਾ ਮੈਂ ਔਰਤਾਂ ਨੂੰ ਕੰਮ ਕਰਦਿਆਂ ਵੇਖਿਆ, ਬੱਚਿਆਂ ਨੂੰ ਕੰਮ ਕਰਦਿਆਂ ਵੇਖਿਆ, ਬੁੱਢਿਆਂ ਨੂੰ ਕੰਮ ਕਰਦਿਆਂ ਵੇਖਿਆ। ਔਰਤਾਂ ਸਿਰ ਦੇ ਉੱਤੇ ਚੀਜ਼ਾਂ ਚੁੱਕ ਕੇ ਲੈ ਕੇ ਜਾ ਰਹੀਆਂ ਨੇ, ਔਰ ਇਹ ਮੇਰੇ ਲਈ ਅਮੇਜ਼ਿੰਗ ਹੈ। ਔਰ ਤੁਹਾਡੇ ਲੋਕਾਂ ਲਈ ਵੀ ਇਹ ਬੜੀ ਪਤੇ ਦੀ ਗੱਲ ਹੈ ਕਿ ਕਈ ਵਾਰੀ ਸਾਨੂੰ ਥੋੜੀ ਜਿਹੀ ਨਾ ਪਪੂਲੈਰਿਟੀ ਮਿਲ ਜਾਏ ਨਾ, ਤੇ ਪਪੂਲੈਰਿਟੀ ਦੇ ਨਾਲ ਸਾਨੂੰ ਥੋੜਾ ਜਿਹਾ ਪੈਸਾ ਮਿਲ ਜਾਏ ਤੇ ਫਿਰ ਸਾਡੀਆਂ ਅੱਖਾਂ ਬਦਲ ਜਾਂਦੀਆਂ ਨੇ। ਥੈਂਕ ਯੂ ਵੈਰੀ ਮਚ ਭਾਈ ਸਾਹਿਬ, ਨਾ ਤੁਹਾਡੀਆਂ ਅੱਖਾਂ ਬਦਲੀਆਂ ਤੇ ਨਾ ਤੁਸੀਂ ਬਦਲੇ ਹੋ ਜੀ ਸੋਹਣੇ। ਬਹੁਤ ਧੰਨਵਾਦ ਜੀ, ਥੈਂਕ ਯੂ। ਇਹ ਪ੍ਰਭੂ ਦੀ ਕਿਰਪਾ। ਤੇ ਸਾਰੇ ਜਿੰਨੇ ਵੀ ਸਾਨੂੰ ਲਿਸਨਰਸ ਸੁਣ ਰਹੇ ਆ ਜਾਂ ਦੇਖ ਰਹੇ ਆ, ਉਹਨਾਂ ਨੂੰ ਇਹੀ ਬੇਨਤੀ ਆ, ਇਹੀ ਦੁਆ ਦੇ ਵਿੱਚ ਸਾਡੇ ਲਈ ਰੱਖਣਾ ਕਿ ਕਦੇ ਹੰਕਾਰ, ਪ੍ਰਾਊਡ ਸਾਡੇ ਜੀਵਨ 'ਚ ਆਵੇ ਨਾ। ਅਸੀਂ ਜਿੰਨੇ ਸਵਾਸ ਆ ਇਵੇਂ ਹੀ ਸੰਗਤ ਦੀ ਸੇਵਾ ਦੇ ਵਿੱਚ ਲਾਈਏ ਬੜੇ ਸੱਚੇ ਢੰਗ ਦੇ ਨਾਲ। ਔਰ ਭਾਈ ਸਾਹਿਬ ਇੱਕ ਹੋਰ ਚੀਜ਼ ਮੈਂ ਵੇਖੀ ਹੈ, ਜਦੋਂ ਤੁਸੀਂ ਉਹ ਕੰਮ ਕਰਾ ਰਹੇ ਸੋ ਤੇ ਸੰਗਤਾਂ ਦੇ ਵਿੱਚ ਔਰਤਾਂ ਨੇ ਬੜਾ ਕੰਮ ਕੀਤਾ ਹੈ, ਜਿਹੜੀਆਂ ਖਵਾਤੀਨ ਨੇ, ਔਰਤਾਂ ਨੇ, ਬੱਚੇ ਨੇ, ਉਹਨਾਂ ਬੜਾ ਕੰਮ ਕੀਤਾ ਹੈ। ਤੇ ਥੈਂਕ ਯੂ ਵੈਰੀ ਮਚ ਉਹਨਾਂ ਸਾਰੀਆਂ ਭੈਣਾਂ ਦੇ ਲਈ, ਉਹਨਾਂ ਸਾਰੇ ਭਰਾਵਾਂ ਦੇ ਲਈ, ਉਹਨਾਂ ਸਾਰੀਆਂ ਸੰਗਤਾਂ ਦੇ ਲਈ ਜਿਹੜੇ ਪਾਦਰੀ ਸਾਹਿਬ ਦੀਆਂ ਬਾਹਾਂ ਬਣ ਕੇ ਕੰਮ ਕਰ ਰਹੇ ਨੇ। ਔਰ ਐਡਾ ਵੱਡਾ ਕੰਮ ਪਾਇਆ, ਤਕਮੀਲ ਤੱਕ ਪਹੁੰਚਿਆ, ਕੰਪਲੀਟ ਹੋਇਆ। ਭਾਈ ਸਾਹਿਬ ਹੁਣ ਤੁਸੀਂ ਇੱਕ ਬਹੁਤ ਵੱਡਾ ਚਰਚ ਬਣਾ ਰਹੇ ਹੋ, ਸਾਨੂੰ ਆਪਣੇ ਥੋੜੇ ਚਰਚ ਦੇ ਬਾਰੇ ਦੱਸੋ, ਕਿੱਡਾ ਕੁ ਵੱਡਾ ਚਰਚ ਹੈ ਉਹ ਜਿਹੜਾ ਪੂਰੀ ਦੁਨੀਆ 'ਚ ਸ਼ੋਰ ਪਿਆ ਪੰਜਾਬ ਦਾ ਕਿ ਏਡਾ ਵੱਡਾ ਚਰਚ ਖੋਜੇਵਾਲ 'ਚ ਬਣ ਰਿਹਾ ਹੈ। ਉਹ ਕਿੱਥੋਂ ਜ਼ਮੀਨ ਲਈ ਜੇ, ਕਿੱਥੋਂ ਬਣਾ ਰਹੇ ਹੋ, ਸਾਨੂੰ ਥੋੜਾ ਦੱਸੋ ਤੇ ਸਹੀ। ਪਹਿਲੀ ਜ਼ਮੀਨ ਤੇ ਤੁਹਾਡੇ ਹਾਂਜੀ, ਸਭ ਤੋਂ ਪਹਿਲਾਂ ਮੇਰੀ ਬੇਨਤੀ ਹੈ ਕਿ ਤੁਸੀਂ ਕਿਹਾ ਕਿ ਤੁਹਾਡਾ ਚਰਚ ਆ, ਮੇਰੀ ਬੜੀ ਨਿਮਰਤਾ ਨਾਲ ਬੇਨਤੀ ਹੈ, ਸਾਡਾ ਨਹੀਂ ਹੈ, ਉਹ ਸਾਰੀ ਦੁਨੀਆ 'ਚ ਵਸਦੇ ਯਿਸੂ ਦੇ ਧੀਆਂ ਤੇ ਪੁੱਤਰਾਂ ਦਾ ਚਰਚ ਹੈ। ਹਾਂਜੀ, ਉਹ ਜਿੰਨਾ ਹਿੱਸਾ ਬਾਕੀਆਂ ਦਾ ਉਹਦੇ ਵਿੱਚ ਆ, ਓਨਾ ਹੀ ਸਾਡਾ ਹੈ। ਔਰ ਇਹ ਦਰਸ਼ਨ ਐਕਚੁਅਲੀ ਡਾਕਟਰ ਸਾਹਿਬ, ਇਹ ਦਰਸ਼ਨ ਦੇ ਨਾਲ ਚੱਲਦੇ ਆ ਆਪਾਂ। 2013 ਦੇ ਵਿੱਚ ਮੇਰੇ ਫਾਦਰ ਸਾਹਿਬ ਦੇ ਦੇਹਾਂਤ ਤੋਂ ਕਰੀਬ 2-2.5 ਸਾਲ ਬਾਅਦ ਮੈਨੂੰ ਇੱਕ ਦਰਸ਼ਨ ਮਿਲਿਆ ਸੀਗਾ ਤੇ ਉਸ ਦਰਸ਼ਨ ਦੇ ਵਿੱਚ ਭਾਈ ਸਾਹਿਬ ਮੈਂ ਦਰਸ਼ਨ ਦਾ ਮਤਲਬ ਤੁਹਾਨੂੰ ਦੱਸਦਾ, ਦਰਸ਼ਨ ਦਾ ਮਤਲਬ ਹੈ ਵੀਐਨ, ਦਰਸ਼ਨ ਦਾ ਮਤਲਬ ਹੈ ਰੋਇਆ, ਕਿਉਂਕਿ ਬੜੇ ਲੋਕ ਪੰਜਾਬ ਉਰਦੂ 'ਚ ਵੀ ਸੁਣ ਰਹੇ ਨੇ ਤੁਹਾਨੂੰ। ਹਾਂਜੀ। ਸੋ ਇੱਕ ਦਰਸ਼ਨ ਆ ਜਿਹੜਾ ਪਰਮੇਸ਼ਵਰ ਨੇ ਸਾਨੂੰ ਦਿੱਤਾ ਤੇ ਉਸ ਦਰਸ਼ਨ ਦੇ ਨਾਲ ਅਸੀਂ ਅੱਗੇ ਵੱਧ ਰਹੇ ਹਾਂ। 7/7/2014 ਨੂੰ ਅਸੀਂ ਇਹਦਾ ਨੀਂਹ ਪੱਥਰ ਰੱਖਿਆ ਸੀ ਚਰਚ ਦਾ, ਤੇ ਜਿਹਦੇ ਵਿੱਚ ਇਹ ਫੈਸਲਾ ਕੀਤਾ ਸੀ ਕਿ ਘੱਟੋ ਘੱਟ ਇਹਦੇ ਵਿੱਚ ਵਨ ਟਾਈਮ
25,000 ਲੋਕ ਜਿਹੜੇ ਨੇ ਆ ਕੇ ਪ੍ਰਭੂ ਦੀ ਸਤੁਤੀ ਤੇ ਆਰਾਧਨਾ ਕਰ ਸਕਣਗੇ। ਔਰ ਇਸ ਚਰਚ ਦੇ 7 ਕ੍ਰਾਸ ਹੋਣਗੇ ਔਰ ਐਂਟਰਸ ਤੇ 7 ਸਟੇਅਰਸ ਹੋਣਗੇ। ਇਸ ਤਰੀਕੇ ਦਾ ਬਹੁਤ ਕੁਝ ਜਿਹੜਾ ਪਵਿੱਤਰ ਆਤਮਾ ਨੇ ਸਾਨੂੰ ਦਿੱਤਾ ਹੈ। ਸੋ ਉਹਦੇ ਹਿਸਾਬ ਦੇ ਨਾਲ ਇਹ ਚਰਚ ਓਪਨ ਡੋਰ ਚਰਚ ਖੋਜੇਵਾਲ ਜ਼ਿਲ੍ਹਾ ਕਪੂਰਥਲਾ ਦੇ ਨਾਲ ਬਿਲਡ ਹੋ ਰਹੀ ਹੈ। ਸੋ ਇਹ ਸੰਗਤਾਂ ਦੇ ਸਹਿਯੋਗ ਦੇ ਨਾਲ ਬਿਲਡ ਹੋ ਰਹੀ ਹੈ। ਇਹ ਲੈਂਡ ਜਿਹੜੀ ਹੈ ਉਹ ਕੁਝ ਜ਼ਮੀਨ ਸਾਡੀ ਆਪਣੀ ਜ਼ਮੀਨ ਜੱਦੀ ਜਾਇਦਾਦ ਸੀਗੀ ਤੇ ਥੋੜੀ ਜਿਹੀ ਜ਼ਮੀਨ ਦਾ ਹਿੱਸਾ ਵਿੱਚ ਕਿਸੇ ਦਾ ਉਹ ਚਰਚ ਨੇ ਖਰੀਦਿਆ। ਔਰ ਅਸੀਂ ਉਮੀਦ ਕਰਦੇ ਹਾਂ ਕਿ ਪ੍ਰਭੂ ਜੀ ਦੀ ਕਿਰਪਾ ਦੇ ਨਾਲ ਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਬਹੁਤ ਜਲਦੀ ਜਿਹੜੀ ਆ ਚਰਚ ਜਿਹੜੀ ਆ ਉਹ ਕੰਪਲੀਟ ਹੋ ਜਾਊਗੀ। ਅੱਛਾ ਬਈ ਕਿੰਨੇ ਕੁ ਲੋਕ ਬਹਿ ਜਾਣਗੇ? ਜਨਤਾ ਕਿੰਨੀ ਕੁ ਆ ਜਾਏਗੀ ਇਹਦੇ ਚ? ਅਸੀਂ ਇਦਾਂ ਟਾਰਗੇਟ ਲੈ ਕੇ ਚੱਲਦੇ ਹਾਂ ਵੀ 25,000 ਬੰਦਾ ਵਨ ਟਾਈਮ ਬੈਠ ਜਾਵੇ। ਅੱਛਾ, ਤੇ ਇਹਦੀ ਪਾਰਕਿੰਗ ਕਿੰਨੀ ਕੁ ਵੱਡੀ ਹੈ? ਜਿਹੜੀ ਤੁਸੀਂ ਦੇਖੋ ਚਰਚ ਜਿਹੜਾ ਹੈ ਉਹ ਕਿੰਨੀ ਜਗ੍ਹਾ ਦੇ ਉੱਤੇ ਤਾਮੀਰ ਹੋਇਆ ਪੂਰਾ ਕੰਪਲੀਟ, ਤੇ ਪਾਰਕਿੰਗ ਇਹਦੀ ਕਿੰਨੀ ਕੁ ਵੱਡੀ ਨਾਲ ਬਣਾ ਛੜੀ? ਇੰਨਾ ਵੱਡਾ ਦੇਖੋ ਗੱਲ ਏਦਾਂ ਨਹੀਂ ਹੁੰਦਾ। ਬਹੁਤ ਸਾਰੀਆਂ ਚੀਜ਼ਾਂ ਅੰਡਰ ਵਿਜ਼ਨ ਹੁੰਦੀਆਂ, ਉਹ ਪਹਿਲਾਂ ਡਿਸਕਲੋਜ਼ ਨਹੀਂ ਕੀਤੀਆਂ ਜਾਂਦੀਆਂ। ਕੁਝ ਚੀਜ਼ਾਂ ਦੇ ਲਈ ਤੁਹਾਡੇ ਕੋਲ ਮਾਫੀ ਮੰਗਣੀ ਪੈਣੀ ਆ। ਸੋ ਵਧੀਆ ਜੀ, ਵਧੀਆ, ਜੋ ਤੁਹਾਨੂੰ ਚੰਗਾ ਲੱਗਦਾ ਬੋਲੋ। ਹਾਂਜੀ, ਥੈਂਕ ਯੂ ਵੈਰੀ ਮਚ। ਤੇ ਹੁਣ ਇਸ ਵਕਤ ਜਿਹੜੀ ਤੁਹਾਡੀ ਸੇਵਕਾਈ ਜਦੋਂ ਤੱਕ ਕਰੋਨਾ ਨਹੀਂ ਸੀ ਸ਼ੁਰੂ ਹੋਇਆ ਉਦੋਂ ਤੱਕ ਤੁਹਾਡੇ ਕੋਲ ਬਹੁਤ ਵੱਡਾ ਇੱਕ ਮਜਮਾ ਹੁੰਦਾ ਸੀ, ਸੰਗਤਾਂ ਬਹੁਤ ਆਉਂਦੀਆਂ ਸਨ। ਔਰ ਇੱਕ ਪਾਦੀ ਸਾਹਿਬ ਮੈਂ ਹੋਰ ਚੀਜ਼ ਵੇਖੀ, ਤੁਸੀਂ ਲੰਗਰ ਬੜਾ ਲੋਕਾਂ ਨੂੰ ਖਵਾਉਂਦੇ ਹੋ, ਇਹਦੀ ਕੀ ਵਜ੍ਹਾ? ਹਾਂਜੀ ਜੀ, ਬਾਈਬਲ ਦੇ ਵਿੱਚੋਂ ਹੀ ਆਪਾਂ ਸਾਰਾ ਕਰੀ ਜਾਂਦੇ ਆ ਜੋ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ। ਜਦੋਂ ਜੀਸਸ ਦੇ ਪਿੱਛੇ ਭੀੜਾਂ ਜਾਂਦੀਆਂ ਸੀ ਉੱਥੇ ਵੀ ਲੰਗਰਾਂ ਦੀ ਕਮੀ ਨਹੀਂ ਹੁੰਦੀ ਸੀ। ਸੋ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜਿਹੜੇ ਸੰਗਤ ਆਉਂਦੀ ਆ ਲੰਗਰ ਜ਼ਰੂਰ ਜਦੋਂ ਵੀ ਟਾਈਮ ਤੇ ਉਹਨਾਂ ਨੂੰ ਦਿੱਤਾ ਜਾਵੇ। ਤੇ ਪਾਲ ਸਾਹਿਬ ਕਿੰਨੇ ਕੁ ਸੰਗਤ ਹੁੰਦੀ, ਜਿਹੜੀ ਸੰਗਤਾਂ ਕਿੰਨੀਆਂ ਕੁ ਹੁੰਦੀਆਂ ਜਿਹਨਾਂ ਨੂੰ ਤੁਸੀਂ ਲੰਗਰ ਦਿੰਦੇ ਹੋ, ਤੇ ਕੁਆਂਟੀਟੀ ਕਿੰਨੀ ਕੁ ਹੁੰਦੀ ਲੋਕਾਂ ਦੀ? ਕਿਉਂਕਿ ਮੈਂ ਤਾਂ ਗਿਣ ਨਹੀਂ ਸਕਦਾ, ਕਿਉਂਕਿ ਮੇਰੀਆਂ ਅੱਖਾਂ ਨੇ ਗਿਣੀਆਂ ਨਹੀਂ, ਤਾਂ ਤੁਸੀਂ ਤੇ ਗਿਣਦੇ ਹੀ ਰਹਿੰਦੇ ਹੋ। ਤੁਹਾਨੂੰ ਪਤਾ ਕਿੰਨੇ ਕੁ ਹੋਣਗੇ, ਕਿੰਨੀਆਂ ਦੇਗਾਂ ਪੱਕੀਆਂ ਨੇ, ਕਿੰਨੇ ਦੇਚ ਕੇ ਪੱਕੇ ਨੇ, ਕਿੰਨੀਆਂ ਰੋਟੀਆਂ ਲੱਗੀਆਂ ਨੇ, ਕਿੰਨੀਆਂ ਭੈਣਾਂ ਨੇ ਤੰਦੂਰ ਤੇ ਰੋਟੀਆਂ ਲਾਈਆਂ ਨੇ। ਥੋੜਾ ਸਾਨੂੰ ਦੱਸੋ ਤਾਂ ਕਿ ਅਸੀਂ ਵੀ ਇਨਕਰਜ ਹੋਈਏ ਤੇ ਜਿਹਨੇ ਜਿਹੜੇ ਲੋਕ ਸੁਣ ਰਹੇ ਨੇ ਉਹ ਆਪਣੇ ਆਪਣੇ ਚਰਚਾਂ ਦੇ ਵਿੱਚ ਆਪਣੀ ਮੰਡਲੀਆਂ ਦੇ ਵਿੱਚ ਕੰਮ ਕਰ ਸਕਣ। ਹਾਂਜੀ, ਕਰੀਬ ਜਿਹੜੇ ਵੱਡੇ ਲੰਗਰ ਹੁੰਦੇ ਨੇ, ਜਿੱਦਾਂ ਆਪਾਂ ਵੱਡੇ ਲੰਗਰ ਜਿੱਦਾਂ ਕੋਈ ਇਵੈਂਟਸ ਜਿੱਦਾਂ ਈਸਟਰਸ ਹੋ ਗਿਆ ਜਾਂ ਕ੍ਰਿਸਮਸ ਹੋ ਗਿਆ ਜਾਂ ਹੋਰ, ਇਹ ਲਗਭਗ 2 ਦਿਨ ਪਹਿਲਾਂ ਤਿਆਰੀ ਸ਼ੁਰੂ ਹੋ ਜਾਂਦੀ ਲੰਗਰਾਂ ਦੀ ਜੀ। ਦਿਨ ਰਾਤ ਬਣਦਾ ਹੀ ਰਹਿੰਦਾ ਲੰਗਰ, 2 ਦਿਨ ਪਹਿਲਾਂ ਸ਼ੁਰੂ ਹੋ ਜਾਂਦਾ। ਇਹਦੇ ਲਈ ਲੋਕ ਤੁਹਾਨੂੰ ਜਿਹੜੇ ਕੰਮ ਕਰ ਰਹੇ ਹੁੰਦੇ ਨੇ ਉਹਨਾਂ ਤੁਸੀਂ ਪੈਸੇ ਦਿੰਦੇ ਜਾਂ ਵੋਲੰਟੀਅਰ ਵੀ ਕਰ ਰਹੇ ਹੁੰਦੇ? ਤੰਦੂਰ ਤੇ ਰੋਟੀਆਂ ਲਾ ਰਹੇ ਨੇ, ਲੰਗਰ ਪਕਾ ਰਹੇ ਨੇ, ਵੋਲੰਟੀਅਰ ਹੁੰਦੇ ਨੇ ਜਾਂ ਪੇਡ ਹੁੰਦੇ ਨੇ? ਇਦਾਂ ਜੀ ਕਿ 90% ਜਿਹੜਾ ਆ ਉਹ ਵੋਲੰਟੀਅਰਸ ਹੁੰਦੇ ਆ। ਪ੍ਰੇਜ਼ ਦ ਲਾਰਡ। ਸੋ 90% ਲੋਕ ਤੁਹਾਡੇ ਕੋਲ ਵੋਲੰਟੀਅਰ ਕਰਦੇ ਨੇ ਔਰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੰਗਰ ਲੋਕ ਖਾ ਰਹੇ ਨੇ। ਨਾਜ਼ਰੀਨ ਯਾਦ ਰਵੇ, ਇਹ ਚਰਚ ਪੰਜਾਬ ਦੇ ਵਿੱਚ ਵੱਡੀ ਸੇਵਾ ਕਰ ਰਿਹਾ ਖੁਦਾ ਦੀ। ਲੇਕਿਨ ਖੁਦਾ ਦਾ ਸ਼ੁਕਰ ਹੈ, ਪ੍ਰਭੂ ਦਾ ਸ਼ੁਕਰ ਹੈ, ਧੰਨਵਾਦ ਹੈ ਖੁਦਾ ਦਾ ਕਿ ਬਹੁਤ ਤਰੀਕੇ ਨਾਲ ਲੋਕ ਹਰ ਰੋਜ਼ ਖੁਦਾਵੰਦ ਨੂੰ ਪੰਜਾਬ ਦੇ ਵਿੱਚੋਂ ਕਬੂਲ ਕਰ ਰਹੇ ਨੇ ਆਪਣਾ ਸ਼ਖਸੀ ਨਜਾਤ ਦੇਣ ਦਾ। ਪਾਦਰੀ ਸਾਹਿਬ, ਇਹ ਸਾਰਾ ਜਦੋਂ ਤੁਸੀਂ ਕੰਮ ਕਰ ਰਹੇ ਹੋ, ਐਡੀ ਵੱਡੀ ਸੇਵਾ ਸਾਂਭ ਰਹੇ ਹੋ, ਸਾਰਾ ਕੁਝ ਕਰ ਰਹੇ ਹੋ, ਤੇ ਮੈਂ ਹਮੇਸ਼ਾ ਇੱਕ ਚੀਜ਼ ਵੇਖੀ ਹੈ ਕਿ ਤੁਹਾਡੀ ਬੀਵੀ, ਤੁਹਾਡੀ ਵਾਈਫ ਤੁਹਾਡੇ ਨਾਲ ਹੁੰਦੇ ਨੇ। ਸਾਨੂੰ ਸਾਡੀ ਭੈਣ ਦੇ ਬਾਰੇ ਵੀ ਕੁਝ ਦੱਸੋ ਅੱਜ। ਹਾਂਜੀ, ਉਹਦੇ ਤੁਹਾਨੂੰ ਸਾਰੇ ਟੀਵੀ ਪ੍ਰੋਗਰਾਮ ਤੁਸੀਂ ਦੇਖਦੇ ਆ ਤੇ ਸਾਰੀਆਂ ਸੰਗਤਾਂ ਵੀ ਉੱਥੇ ਜਾ ਕੇ ਦੇਖ ਸਕਦੀਆਂ। ਪਾਸਟਰ ਦਿਓਲ ਖੋਜੇਵਾਲਾ ਜੀਸਸ ਹੀਲਿੰਗ ਮਿਨਿਸਟਰੀ YouTube ਦੇ ਉੱਪਰ ਜਾ ਕੇ। ਸੋ ਮੇਰੀ ਵਾਈਫ ਪ੍ਰਭੂ ਦੀ ਬਹੁਤ ਕਿਰਪਾ ਆ, ਉਹਦੇ ਕੋਲ ਵੀ ਵਿਜ਼ਡਮ ਪ੍ਰਭੂ ਨੇ ਉਹਨੂੰ ਦਿੱਤਾ ਤੇ ਕਲਾਮ ਦਾ ਬਹੁਤ ਅੱਛਾ ਤੋੜਾ ਆ ਉਹਨਾਂ ਦੇ ਕੋਲ, ਤੇ ਨਾਲ ਉਹਨਾਂ ਦੇ ਕੋਲ ਪਰਮੇਸ਼ਵਰ ਨੇ ਆਪਣੇ ਹੋਰ ਵੀ ਗਿਫਟ ਉਹਨਾਂ ਨੂੰ ਦਿੱਤੇ ਆ। ਤੇ ਮੇਰੇ ਨਾਲ ਬਿਲਕੁਲ ਉਹ ਮੋਢੇ ਨਾਲ ਮੋਢਾ ਜੋੜ ਕੇ ਹਰ ਵਕਤ ਮੇਰੇ ਨਾਲ ਖੜੀ ਹੈ ਤੇ ਸੇਵਕਾਈ ਦੇ ਵਿੱਚ ਆ। ਤੇ ਮੈਂ ਵੀ ਵਿਸ਼ਵਾਸ ਕਰਦਾ ਕਿ ਬਹੁਤ ਸਾਰੀਆਂ ਭੈਣਾਂ, ਬਹੁਤ ਸਾਰੇ ਯੰਗਸਟਰ ਜਿਹੜੀਆਂ ਸਾਡੀਆਂ ਭੈਣਾਂ ਨੇ, ਉਹਨਾਂ ਨੇ ਬਹੁਤ ਬਰਕਤ ਪਾਈ ਹੈ ਉਹਨਾਂ ਦੇ ਕਲਾਮ ਦੇ ਦੁਆਰਾ, ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਉਹ ਪ੍ਰਚਾਰ ਕਰਨ ਵਾਸਤੇ ਬੁਲਾਏ ਜਾਂਦੇ ਆ। ਸੋ ਚੀਜ਼ ਪੁੱਛਣਾ ਹੋਰ ਚਾਹੁੰਦਾ ਵਾ, ਕਿਉਂਕਿ ਇਹ ਤੇ ਉਹਨਾਂ ਦੀ ਲਾਈਫ ਤੇ ਅਗਰ ਤੁਸੀਂ ਸ਼ੁਰੂ ਹੋ ਜਾਓਗੇ ਤੇ ਮੈਨੂੰ ਪਤਾ ਕਿ ਤੁਸੀਂ ਸ਼ੋਹਰ ਹੋ ਤੇ ਤੁਸੀਂ ਦੇ 2 ਘੰਟੇ ਤੇ ਐਵੇਂ ਲਾ ਦੇਣੇ ਨੇ, ਵਰਨਾ ਕਿ ਇੰਟਰਵਿਊ ਤੋਂ ਬਾਅਦ ਘਰ ਰੋਟੀ ਵੀ ਖਾਣੀ ਨੇ ਤੁਸੀਂ। ਤੁਹਾਡੀ ਸ਼ਾਦੀ ਕਦੋਂ ਹੋਈ ਸੀ? ਤੇ ਸ਼ਾਦੀ ਤੁਹਾਡੀ ਕਿਹੜੇ ਸਾਲ ਵਿੱਚ ਹੋਈ ਸੀ ਔਰ ਕਿੰਨੇ ਬੱਚੇ ਨੇ ਤੁਹਾਡੇ? 2003 ਦੇ ਵਿੱਚ ਹੋਈ ਸੀ ਮੇਰੀ ਸ਼ਾਦੀ। 2003 ਵਿੱਚ ਕਿੰਨੇ ਬੱਚੇ ਨੇ ਤੁਹਾਡੇ? ਮੇਰੇ ਕੋਲ 3 ਬੱਚੇ ਆ।
खुदावंद ने तुहानू 3 बच्चों नाल नवाजिया है। मैं एक चीज वेख रहा सा, साडी भैन डॉक्टर गुलशन साहिबा जिहड़े ने, वो जदों मैं देख रहा सा कि बहुत यंग एज दे विच मैं उन्होंने देखा, कुछ उन्होंने क्लिप देखे कि वो वाजा बजा रहे सन और वाजा बजा के पूरी संगत को लीड कर रहे सन और प्रस्तुत कर रहे सन। सो खुदावंद ने उन्होंने प्रस्तुति भी बरकत दी है, कलाम भी बरकत दी है, और मैं खुद बजाते खुद मैं उन्होंने कई दफा सुनिया है। सो खुदावंद दा शुक्र है कि तुहाडी वाइफ तुहाडे नाल मोढे नाल मोढा ला के चल रहे ने। इहदे लई असीं खुदा दा शुक्र अदा करना। मैं समझदा कि भाई साहब तुहाडी जिहड़ी मिनिस्ट्री दा एक स्ट्रॉन्ग पहलू है वो ये वे, लेकिन एक चीज होर आखिर दे विच पूछना चाहांगा, वो ये वे कि तुहाडी मां जिहड़ी है, तुहाडी वालिदा जिहड़ी है, उन्हां दा किरदार इस सारे विच की है? मैनूं बहुत नजर आ रहे ने, वो कि नाल बैठे होंदे ने, बहु सस नाल बैठ के प्रस्तुत कर रहे होंदे ने, नाल छोटे छोटे बच्चे बिठाए होंदे ने और खुदा दी सेवा की जा रही है। पूरी फैमिली तुसीं मिल के कर रहे हो। सानू मां जी दे बारे, माता जी दे बारे थोड़ा दसो। जिद्दां कि ਜਿਹੜੇ ਬਜ਼ੁਰਗ ਆ, ਜੇ ਉਹ ਤੁਹਾਡੇ ਨਾਲ ਨਹੀਂ ਹੈਗੇ ਤੇ ਕਈ ਵਾਰੀ ਫਿਰ ਤੁਸੀਂ ਉਹਨਾਂ ਨਹੀਂ ਭੱਜ ਸਕਦੇ ਜਿੰਨਾ ਤੁਸੀਂ ਬਜ਼ੁਰਗਾਂ ਦੀ ਸਲਾਹ ਦੇ ਨਾਲ ਜਾਂ ਉਹਨਾਂ ਨੂੰ ਨਾਲ ਰੱਖ ਕੇ ਅੱਗੇ ਵੱਧ ਸਕਦੇ ਆ। ਸੋ ਹਮੇਸ਼ਾ ਹੀ ਕਿਉਂਕਿ ਮੇਰੀ ਜਿਹੜੀ ਮੇਰੀ ਮਦਰ ਆ ਨਾ, ਉਹਨਾਂ ਨੇ ਕਰੀਬ 10 ਸਾਲ ਯੀਸ਼ੂ ਮਸੀਹ ਨੂੰ ਆਪਣਾ ਮੁਕਤੀਦਾਤਾ ਨਹੀਂ ਮੰਨਿਆ ਸੀ ਤੇ ਫਿਰ ਮੇਰੇ ਫਾਦਰ ਸਾਹਿਬ ਦੇ ਵਿਰੋਧ ਦੇ ਵਿੱਚ ਸੀਗੇ ਉਹ। ਤੇ ਜਦੋਂ ਉਹਨਾਂ ਨੇ ਫਿਰ ਯਿਸੂ ਮਸੀਹ ਨੂੰ ਮੰਨਿਆ ਤੇ ਉਹਨਾਂ ਨੂੰ ਉਸ ਚੀਜ਼ ਬਾਰੇ ਉਹਨਾਂ ਨੇ ਸਮਝ ਲੱਗੀ ਤੇ ਹੁਣ ਉਹ ਸਾਨੂੰ ਕਦੇ ਵੀ ਕਿਸੇ ਕੰਮਾਂ ਤੋਂ ਰੋਕਦੇ ਨਹੀਂਗੇ, ਸਗੋਂ ਸਾਡੀ ਸਪੋਰਟ ਕਰਦੇ ਆ ਜਿੰਨਾ ਵੀ ਹੋ ਸਕੇ। ਸੋ ਇਸ ਲਈ ਮੈਂ ਬਹੁਤ ਧੰਨਵਾਦੀ ਹਾਂ ਕਿ ਪ੍ਰਭੂ ਨੇ ਸਾਡੀ ਮਦਰ ਨੂੰ ਸਾਡੇ ਲਈ ਇੱਕ ਪਿਲਰ ਬਣਾਇਆ ਤੇ ਉਹ ਸਾਡੇ ਲਈ ਪ੍ਰੇਅਰ ਵੀ ਕਰਦੇ ਆ, ਮਗਰ ਬੈਕ ਪ੍ਰੇਅਰ ਕਰਦੇ ਆ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ। ਹਜੇ ਤੱਕ ਕਿਚਨ ਦਾ ਜਿੰਨਾ ਵੀ ਤੁਸੀਂ ਲੰਗਰ ਦੇਖਦੇ ਹੋ, ਕਿਚਨ ਦਾ ਕੰਮ ਜਿੰਨਾ ਹੈ, ਉਹ ਚੈਕਿੰਗ ਸਾਰੀ ਉਹਨਾਂ ਦੀ ਹੁੰਦੀ ਆ ਉੱਥੇ। ਸੋ ਇਹ ਬੜੀ ਕਿਰਪਾ ਪ੍ਰਭੂ ਦੀ। ਅੱਛਾ, ਪਹਿਲੇ ਸ਼ੁਰੂ ਚ ਤੰਗ ਆ ਗਏ ਸਨ, ਕਿਆ ਕੀ ਸ਼ੁਰੂ ਹੋਇਆ? ਹੁਣ ਪਹਿਲਾਂ ਕੁਝ ਸੌਂਚ ਸੀ, ਹੁਣ ਹਜ਼ਾਰਾਂ ਚ ਕੰਮ ਕਰ ਰਹੇ ਨੇ। ਕੀ ਬਾਤ। ਹਾਂਜੀ, ਇਹਦੀ ਕਿਰਪਾ ਹੈ ਪ੍ਰਭੂ ਦੀ। ਔਰ ਮੈਂ ਸਮਝਦਾ ਕਿ ਤੁਹਾਡੀ ਮਿਨਿਸਟਰੀ ਦੇ ਪਿੱਛੇ 2 ਪਿਲਰ ਨੇ ਵੱਡੇ ਜਿਹੜੇ ਤੁਹਾਨੂੰ ਲੈ ਕੇ ਚੱਲਦੇ ਨੇ ਪਏ, ਔਰ ਇੱਕ ਤੁਹਾਡੀ ਮਾਂ ਤੇ ਤੁਹਾਡੀ ਵਾਈਫ। ਅਸੀਂ ਦੋਨਾਂ ਨੂੰ ਧੰਨਵਾਦ ਦਿੰਦੇ ਹਾਂ, ਦੋਨਾਂ ਦਾ ਸ਼ੁਕਰ ਅਦਾ ਕਰਨੇ ਆ ਕਿ ਸਾਨੂੰ ਐਡੇ ਸੋਹਣੇ ਪਾਦਰੀ ਸਾਹਿਬ ਦਿੱਤੇ ਹੋਏ ਨੇ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਕੰਮ ਕਰ ਰਹੇ ਨੇ। ਤੇ ਭਾਈ ਸਾਹਿਬ ਥੈਂਕ ਯੂ ਵੈਰੀ ਮਚ। ਤੇ ਅਸੀਂ ਹੁਣ ਚਾਹਾਂਗੇ ਕਿ ਅਸੀਂ ਆਪਣੀ ਟੈਲੀਫੋਨ ਲਾਈਨਸ ਨੂੰ ਖੋਲਾਂਗੇ ਔਰ ਮੈਂ ਆਪਣੇ ਸਟੂਡੀਓ ਦੇ ਵਿੱਚ ਨੌਜਵਾਨਾਂ ਨੂੰ ਵੀ ਰਿਕੁਐਸਟ ਕਰਾਂਗਾ ਕਿ ਅਗਰ ਉਹ ਟੈਲੀਫੋਨ ਲਾਈਨ ਖੋਲ ਦੇਣ ਔਰ ਅਸੀਂ ਕਾਲਸ ਲੈ ਸਕਾਂਗੇ। खुदावंद दे नाम नूं जलाल दवांगे और ਉਹਨੂੰ ऑनर ਦਾਂਗੇ। तो ਇਹ ਸਾਡੇ ਨਾਲ खुदावंद ਦੇ ਸੇਵਕ ਬੜੇ अच्छे तरीके दे नाल खुदा दे काम नूं कर रहे ने। और अगर तुसीं नाज़रीन कॉल करना चाहते हो तो साडा टेलीफोन नंबर है +92 300 417 9633। अजे ते तुसीं कॉल कर सकते हो। ये व्हाट्सएप नंबर है। और अगर तुसीं डायरेक्टली सानू मोबाइल ते कॉल करना चाहते हो तो +1 37 365 778 8082 ते ਇਹਦੇ ਨਾਲ ਤੁਸੀਂ ਸਾਡੇ ਬਾਕੀ ਨੰਬਰਸ ਜਿਹੜੇ ਸਕਰੀਨ ਤੇ ਚੱਲ ਰਹੇ ਨੇ ਤੁਸੀਂ ਇਹਦੇ ਤੇ ਵੀ ਕਾਲ ਕਰ ਸਕਦੇ ਹੋ। ਸੋ ਮੈਂ ਖੁਦਾਵੰਦ ਦਾ ਧੰਨਵਾਦ ਦਿੰਦਾ ਵਾਂ। ਇਸ ਵਕਤ ਫੇਸਬੁੱਕ ਤੇ ਬਹੁਤ ਸੇ ਲੋਕ ਜਿਹੜੇ ਨੇ ਉਹ ਸਾਨੂੰ ਵੇਖ ਰਹੇ ਨੇ, ਉਹ ਸਾਨੂੰ ਸੁਣ ਰਹੇ ਨੇ ਔਰ YouTube ਤੇ ਦੇਖ ਰਹੇ ਨੇ, ਸੁਣ ਰਹੇ ਨੇ। ਮੈਂ ਇਹਨਾਂ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ। ਦੁਨੀਆ ਦੇ ਵਿੱਚ ਜਿੱਥੇ ਲੋਕ ਸਾਨੂੰ ਵੇਖ ਸੁਣ ਰਹੇ ਨੇ, ਮੈਂ ਇਹਨਾਂ ਸਾਰਿਆਂ ਦਾ ਖੁਦਾਵੰਦ ਦਾ ਸ਼ੁਕਰ ਅਦਾ ਕਰਨਾ। ਪਾਦੀ ਸਾਹਿਬ ਥੈਂਕ ਯੂ ਵੈਰੀ ਮਚ ਕਿ ਤੁਸੀਂ ਇੰਨਾ ਸਮਾਂ ਕੱਢਿਆ। ਤੁਸੀਂ ਐਂਡ ਦੇ ਵਿੱਚ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਐਮਨ ਦੇ ਜਾਂਦੇ ਨੌਜਵਾਨਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਨੌਜਵਾਨ ਯੂਥ ਨਾਲ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਸਾਰੀ ਦੁਨੀਆ ਦੇ ਵਿੱਚ ਜਿੰਨੇ ਵੀ ਮੇਰੇ ਨੌਜਵਾਨ ਭਰਾ ਆ, ਨੌਜਵਾਨ ਭੈਣਾਂ ਆ, ਸਾਨੂੰ ਲੱਗਦਾ ਆ ਕਿ ਜਿਹੜੀ ਸਾਡੀ ਲਾਈਫ ਬਹੁਤ ਵਧੀਆ ਆ, ਅਸੀਂ ਆਪਣੀ ਲਾਈਫ ਬਹੁਤ ਵਧੀਆ ਜੀਨੇ ਆ, ਚੰਗੀ ਗੱਲ ਹੈ। ਪਰ ਮੇਰਾ ਸਾਰਿਆਂ ਨੂੰ ਸੁਨੇਹਾ ਆ ਕਿ ਬਾਣੀ ਕਹਿੰਦੀ ਆ, ਹੇ ਜਵਾਨ ਆਪਣੀ ਜਵਾਨੀ ਦੇ ਦਿਨਾਂ 'ਚ ਆਪਣੇ ਕਰਤਾਰ ਨੂੰ ਚੇਤੇ ਰੱਖ। ਸੋ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਬਹੁਤ ਸਮਾਂ ਜਿਹੜਾ ਆ ਨਜ਼ਦੀਕ ਆ ਚੁੱਕਿਆ ਔਰ ਬਾਈਬਲ ਦੇ ਅੰਦਰ ਅਸੀਂ ਆਖਰੀ ਪੋਥੀ ਜਿਹੜੀ ਦੇਖਦੇ ਹਾਂ ਰੈਵਲੇਸ਼ਨ ਦੇ ਵਿੱਚ ਜਦੋਂ ਅਸੀਂ ਜਾਂਦੇ ਹਾਂ, ਸੋ ਸਾਨੂੰ ਦੱਸਦਾ ਆ ਕਿ ਦੁਨੀਆ ਤੇ ਕੀ ਹੋਣ ਵਾਲਾ। ਸੋ ਮੈਂ ਸਾਰੇ ਨੌਜਵਾਨਾਂ ਨੂੰ ਇਹ ਸੰਦੇਸ਼ਾ ਦਿੰਦਾ ਕਿ ਆਪਣਾ ਜੀਵਨ ਸੱਚੇ ਰੱਬ ਦੇ ਹੱਥ ਦੇ ਵਿੱਚ ਦਿਓ, ਆਪਣਾ ਜੀਵਨ ਪਰਮੇਸ਼ਵਰ ਦੇ ਹੱਥ ਦੇ ਵਿੱਚ ਦਿਓ। ਪਰਮੇਸ਼ਵਰ ਤੁਹਾਨੂੰ ਯੂਜ਼ ਕਰਨਾ ਚਾਹੁੰਦਾ ਹੈ, ਪਰਮੇਸ਼ਵਰ ਤੁਹਾਨੂੰ ਵਰਤਣਾ ਚਾਹੁੰਦਾ ਹੈ, ਪਰਮੇਸ਼ਵਰ ਦੀ ਯੋਜਨਾ ਹੈ ਤੁਹਾਡੇ ਜੀਵਨ ਦੇ ਅੰਦਰ। ਇਸ ਕਰਕੇ ਜੇ ਤੁਸੀਂ ਪਰਮੇਸ਼ਵਰ ਦੀ ਯੋਜਨਾ ਨੂੰ ਆਪਣੇ ਅੰਦਰ ਲੈਣਾ ਚਾਹੁੰਦੇ ਹੋ ਤੇ ਅੱਜ ਆਪਣੇ ਦਿਲ ਦੇ ਦਰਵਾਜ਼ੇ ਨੂੰ ਖੋਲੋ
क्योंकि यीशु मसीह ਤੁਹਾਡੇ ਦਿਲ ਦੇ ਦਰਵਾਜ਼ੇ ਤੇ ਖਟਖਟਾ ਰਿਹਾ ਆ। ਉਸਨੇ ਕਿਹਾ ਜੇ ਕੋਈ ਮੇਰੀ ਆਵਾਜ਼ ਨੂੰ ਸੁਣੇ, ਆਪਣੇ ਦਿਲ ਦੇ ਦਰਵਾਜ਼ੇ ਨੂੰ ਖੋਲੇ ਤਾਂ ਮੇਰੇ ਅੰਦਰ ਆਵਾਂਗਾ। ਯਿਸੂ ਮਸੀਹ ਤੁਹਾਨੂੰ ਪਿਆਰ ਕਰਦੇ ਆ ਤੇ ਉਹ ਤੁਹਾਡੇ ਅੰਦਰ ਆਉਣਾ ਚਾਹੁੰਦੇ ਆ। ਭਾਈ ਸਾਹਿਬ ਲੋਕ ਕਾਲਸ ਕਰ ਰਹੇ ਨੇ ਬਹੁਤ ਜ਼ਿਆਦਾ, ਔਰ ਅਸੀਂ 1 ਬਾय 1 ਕਾਲ ਜਿਹੜੀਆਂ ਲੈਣਾ ਸ਼ੁਰੂ ਕਰਾਂਗੇ। ਜੀ ਕਾਲਰਸ ਸਾਡੇ ਨਾਲ ਨੇ। ਹੈਲੋ ਹੈਲੋ ਜੀ ਭਾਈ ਸਾਹਿਬ ਪਲੀਜ਼ ਤੁਸੀਂ ਜਾਰੀ ਰੱਖੋ, ਕਿਉਂਕਿ ਕੁਝ ਟੈਕਨੀਕਲ ਪ੍ਰੋਬਲਮਸ ਹੋ ਰਹੀਆਂ ਨੇ, ਕਾਲਸ ਇੰਨੀਆਂ ਜ਼ਿਆਦਾ ਆ ਰਹੀਆਂ ਨੇ ਕਿ ਮੁਸ਼ਕਲ ਹੋ ਰਹੀ ਹੈ। ਤੁਸੀਂ ਪਲੀਜ਼ ਜਾਰੀ ਰੱਖਿਆ ਜੀ। ਹਾਂਜੀ ਹਾਂਜੀ, ਪ੍ਰੇਜ਼ ਦ ਲਾਰਡ। ਜਿੰਨੇ ਵੀ ਸਾਰੇ ਭੈਣਾਂ ਭਰਾ ਸਾਨੂੰ ਇਸ ਵੇਲੇ ਦੇਖਦੇ ਆ, ਹੁਣ ਪ੍ਰਾਰਥਨਾ ਦਾ ਸੈਸ਼ਨ ਸ਼ੁਰੂ ਹੋ ਰਿਹਾ ਤੇ ਜਰੂਰ ਅਸੀਂ ਤੁਹਾਡੇ ਲਈ ਪ੍ਰਾਰਥਨਾ ਕਰਾਂਗੇ। ਡਾਕਟਰ ਸਾਹਿਬ ਵੀ ਸਾਡੇ ਨਾਲ ਰਹਿਣਗੇ। ਸੋ ਜੋ ਵੀ ਤੁਹਾਡੀ ਪ੍ਰੇਅਰ ਰਿਕੁਐਸਟ ਆ ਤੁਹਾਡੇ ਦਿਲ ਦੇ ਵਿੱਚ ਆ, ਤੁਸੀਂ ਆਪਣੇ ਪਰਮੇਸ਼ਵਰ ਦੇ ਸਾਹਮਣੇ ਉਹਨੂੰ ਰੱਖਣਾ ਆ। ਸ਼ਾਇਦ ਮੈਂ ਨਹੀਂ ਸੁਣ ਸਕਦਾ, ਮੈਨੂੰ ਨਾ ਪਤਾ ਲੱਗੇ, ਪਰ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ, ਉਹ ਦੂਰ ਤੇ ਨੇੜੇ ਦਾ ਪਰਮੇਸ਼ਵਰ ਆ ਤੇ ਉਹ ਸਾਰੀਆਂ ਚੀਜ਼ਾਂ ਨੂੰ ਜਾਣਦਾ। ਤੇ ਜਦੋਂ ਤੁਸੀਂ ਅੱਜ ਵਿਸ਼ਵਾਸ ਕਰ ਲਿਆ ਤੇ ਜਦੋਂ ਅਸੀਂ ਪ੍ਰੇਅਰ ਕਰਨੀ ਆ, ਉਸੇ ਵੇਲੇ ਖੁਦਾਵੰਦ ਯਿਸੂ ਮਸੀਹ ਦੇ ਪਾਕ ਪਵਿੱਤਰ ਜ਼ਿੰਦਾ ਨਾਮ ਦੇ ਵਿੱਚ ਤੁਸੀਂ ਹੀਲ ਹੋ ਜਾਣਾ। ਮੈਂ ਹਜ਼ਾਰਾਂ ਲੱਖਾਂ ਲੋਕਾਂ ਨੂੰ ਜਾਣਦਾ ਜਿਨ੍ਹਾਂ ਨੂੰ ਯਿਸੂ ਮਸੀਹ ਦੇ ਨਾਮ ਵਿੱਚ ਸ਼ਿਫਾ ਮਿਲੀ ਆ, ਜਿਨ੍ਹਾਂ ਨੂੰ ਚੰਗਿਆਈ ਮਿਲੀ ਆ, ਤੇ ਅੱਜ ਵੀ ਕੋਈ ਬਰਕਤ ਤੋਂ ਵਾਂਝਾ ਨਹੀਂ ਚਾਹੂਗਾ ਤੇ ਪ੍ਰਭੂ ਯਿਸੂ ਦੇ ਨਾਮ ਵਿੱਚ ਤੁਸੀਂ ਆਪਣੀ ਹੀਲਿੰਗ ਨੂੰ ਪਾਓਗੇ। ਪ੍ਰੇਜ਼ ਦ ਲਾਰਡ। ਪ੍ਰੇਜ਼ ਦ ਲਾਰਡ। ਭਾਈ ਸਾਹਿਬ ਸਾਡਾ ਕੁਝ ਟੈਕਨੀਕਲ ਪ੍ਰੋਬਲਮ ਚੱਲ ਰਿਹਾ ਹੈ, ਟੈਲੀਫੋਨਸ ਕਾਲ ਅਸੀਂ ਮਹਿਸੂਲ ਨਹੀਂ ਕਰ ਪਾ ਰਹੇ ਕਿਉਂਕਿ ਬਹੁਤ ਸਾਰੀਆਂ ਕਾਲਸ ਆ ਰਹੀਆਂ ਨੇ ਔਰ ਸਾਡਾ ਮੋਬਾਈਲ ਇਸ ਵਕਤ ਸਟਕ ਹੋ ਚੁੱਕੇ ਨੇ ਔਰ ਇੰਨੀ ਕੁ ਕਾਲਸ ਨੇ ਇੱਕ ਟਾਈਮ ਦੇ ਵਿੱਚ ਕਿ ਅਸੀਂ ਲੈ ਨਹੀਂ ਪਾ ਰਹੇ। ਲੇਕਿਨ ਉਮੀਦ ਹੈ ਕਿ ਥੋੜੀ ਦੇਰ ਤੱਕ ਅਸੀਂ ਇਹਨਾਂ ਕਾਲਸ ਨੂੰ ਰਿਸੀਵ ਕਰਨਾ ਸ਼ੁਰੂ ਕਰ ਦਾਂਗੇ। ਔਰ ਅਗਰ ਤੁਸੀਂ ਐਂਡ 'ਚ ਕੁਝ ਕਹਿਣਾ ਚਾਹੁੰਦੇ ਹੋ ਤਾਂ ਪਲੀਜ਼ ਸਾਡੇ ਨਾਲ ਤੁਸੀਂ ਗੱਲ ਕਰ ਸਕਦੇ ਹੋ। ਕੋਈ 1-2 ਮਿੰਟ ਤੁਹਾਡੇ ਕੋਲ ਪ੍ਰਚਾਰ ਕੁਝ ਕਰਨਾ ਚਾਹੁੰਦੇ ਹੋ ਤਾਂ ਉਸ ਦੌਰਾਨੀਆਂ 'ਚ ਸਾਡੀ ਲਾਈਨਸ ਵੀ ਠੀਕ ਹੋ ਜਾਣਗੀਆਂ ਔਰ ਅਸੀਂ ਲੋਕਾਂ ਦੀ ਕਾਲਸ ਲੈ ਸਕਾਂਗੇ। ਹਾਂਜੀ, ਕਲਾਮ ਲਈ ਅਸੀਂ ਹਮੇਸ਼ਾ ਤਿਆਰ ਹੀ ਰਹਿੰਦੇ ਹਾਂ। ਉਹ 2 ਮਿੰਟ ਦੀ ਬਜਾਏ ਸਾਨੂੰ 20 ਮਿੰਟ ਸਮਾਂ ਦੇ ਦਿਓ, ਕਿਉਂਕਿ ਇਹ ਸਾਨੂੰ ਹੁਣ ਕੰਮ ਦਿੱਤਾ ਗਿਆ ਆ ਤੇ ਅਸੀਂ ਇਸ ਕੰਮ ਕਰਨ ਨੂੰ ਹਮੇਸ਼ਾ ਤਿਆਰ ਰਹਿੰਦੇ ਹਾਂ। ਸੋ ਜਿਹੜੀ ਆਇਤ ਮੈਂ ਤੁਹਾਡੇ ਨਾਲ ਪੜ੍ਹੀ ਸੀਗੀ ਉਸੇ ਆਇਤ ਦੇ ਉੱਤੇ ਮੈਂ ਵਿਚਾਰ ਕਰ ਲੈਣਾ। ਬਹੁਤ ਸਾਰੇ ਭੈਣ ਭਰਾ ਹੋ ਸਕਦਾ ਅੱਜ ਸਾਨੂੰ ਇਸ ਟੀਵੀ ਸਕਰੀਨ ਦੇ ਰਾਹੀਂ ਸੁਣ ਰਹੇ ਆ ਤੇ ਹਿਜ਼ਕੀਏਲ 11 ਅਧਿਆਏ ਅਤੇ ਉਹਦੀ 17 ਆਇਤ ਆ, ਉੱਥੇ ਲਿਖਿਆ ਆ, ਇਸ ਲਈ ਤੂੰ ਆਖ ਕੇ ਪ੍ਰਭੂ ਯਹੋਵਾ ਇਉਂ ਫਰਮਾਉਂਦਾ, ਅੱਜ ਮੈਂ ਤੁਹਾਨੂੰ ਆਪਣਾ ਸੰਦੇਸ਼ ਨਹੀਂ ਦੇ ਰਿਹਾ, ਅੱਜ ਮੈਂ ਤੁਹਾਨੂੰ ਪਰਮੇਸ਼ਵਰ ਦਾ ਸੁਨੇਹਾ। ਕੀ ਲਿਖਦਾ? ਯਹੋਵਾ ਇਉਂ ਫਰਮਾਉਂਦਾ, ਮਤਲਬ ਕਿ ਪਰਮੇਸ਼ਵਰ ਏਦਾਂ ਕੁਝ ਸਾਨੂੰ ਕਹਿਣਾ ਚਾਹੁੰਦੇ ਆ। ਤੇ ਜੇ ਤੁਸੀਂ ਅੱਜ ਧਿਆਨ ਨਾਲ ਸੁਣੋਗੇ ਤੇ ਅੱਜ ਤੁਸੀਂ ਸੱਚਮੁੱਚ ਆਪਣੀ ਜੀਵਨ ਦੇ ਅੰਦਰ ਬਰਕਤ ਨੂੰ ਪਾਓਗੇ। ਸੋ ਲਿਖਿਆ, ਮੈਂ ਉਮਤਾਂ ਵਿੱਚੋਂ ਤੁਹਾਨੂੰ ਇਕੱਠੇ ਕਰ ਲਵਾਂਗਾ। ਉਮਤਾਂ ਵੱਖ-ਵੱਖ ਦੇਸ਼ਾਂ ਨੂੰ ਵੀ ਦਰਸਾਉਂਦਾ ਆ, ਵੱਖ-ਵੱਖ ਜਾਤੀਆਂ ਨੂੰ ਵੀ ਦਰਸਾਉਂਦਾ ਆ। ਉਹ ਤੁਹਾਨੂੰ ਇਕੱਠੇ ਕਰ ਲਊਗਾ। ਉਹ ਇਕੱਠੇ ਕਰੂਗਾ ਕਿਉਂ ਤੇ ਕਾਹਤੇ ਸਾਨੂੰ ਇਕੱਠੇ ਕਰਨਾ ਚਾਹੁੰਦਾ ਆ? ਸੋ ਅਸੀਂ ਬਾਈਬਲ ਦੇ ਵਿੱਚ ਦੇਖਦੇ ਹਾਂ ਉਹਨਾਂ ਦੇਸ਼ਾਂ ਵਿੱਚੋਂ, ਦੇਖੋ ਦੇਸ਼ਾਂ ਦੀ ਗੱਲ ਵੀ ਉਹ ਕਰਦਾ, ਚਾਹੇ ਤੁਸੀਂ ਰਾਜਸਥਾਨ ਹੋ, ਚਾਹੇ ਤੁਸੀਂ ਹਿੰਦੁਸਤਾਨ ਆ, ਚਾਹੇ ਤੁਸੀਂ ਪਾਕਿਸਤਾਨ ਆ, ਜਿੱਥੇ ਵੀ ਤੁਸੀਂ ਵਸਦੇ ਹੋ, ਉਹ ਕਹਿੰਦਾ ਉਹਨਾਂ ਦੇਸ਼ਾਂ ਦੇ ਵਿੱਚੋਂ ਜਿੱਥੇ ਤੁਸੀਂ ਖਿਲਰ ਗਏ ਹੋ। ਅੱਜ ਵੀ ਬਹੁਤ ਸਾਰੇ ਭੈਣ ਭਰਾ ਹੋ ਸਕਦਾ ਖਿਲਰੇ ਹੋਏ ਹੋਣ। ਅੱਜ ਇਸ ਟੀਵੀ ਮਾਧਿਅਮ ਦੇ ਰਾਹੀਂ ਅੱਜ ਉਹ ਇਕੱਠੇ ਕੀਤੇ ਜਾਣਗੇ ਅਤੇ ਯਿਸੂ ਮਸੀਹ ਦੇ ਜਿੰਦਾ ਨਾਮ ਵਿੱਚ ਉਹ ਆਪਣੀ ਬਰਕਤ ਨੂੰ ਪ੍ਰਾਪਤ ਕਰਨਗੇ। ਲਿਖਿਆ, ਫੇਰ ਤੁਹਾਨੂੰ ਇਕੱਠੇ ਕਰਾਂਗੇ ਤੇ ਇਸਰਾਇਲ ਦੀ ਭੂਮੀ ਤੁਹਾਨੂੰ ਦਿਆਂਗਾ। ਇਹਦਾ ਮਤਲਬ ਕੀ ਆ? ਜਿਹੜੀ ਪਰਮੇਸ਼ਵਰ ਨੇ ਜਗ੍ਹਾ ਚੁਆਇਸ ਕੀਤੀ ਆ ਸਾਡੇ ਵਾਸਤੇ, ਜਿਹੜੀ ਚੋਜ਼ਨ ਕੀਤੀ ਗਈ ਹੈ, ਜਿਹੜੀ ਪਰਮੇਸ਼ਵਰ ਨੇ ਸਾਡੇ ਵਾਸਤੇ ਚੁਣੀ ਹੋਈ ਹੈ, ਅੱਜ ਉਸ ਜਗ੍ਹਾ ਦੇ ਉੱਤੇ ਸਾਨੂੰ ਦੇਖਣਾ ਚਾਹੁੰਦਾ। ਅੱਜ ਹੋ ਸਕਦਾ ਤੁਸੀਂ ਉਸ ਜਗ੍ਹਾ ਤੇ ਨਾ ਹੋਵੋ ਜਿਹੜੀ ਪਰਮੇਸ਼ਵਰ ਨੇ ਤੁਹਾਡੇ ਲਈ ਚੁਣੀ ਹੈ। ਤੁਸੀਂ ਵੱਖਰੀ ਜਗ੍ਹਾ ਦੇ ਉੱਤੇ ਖੜੇ ਹੋਵੋ ਔਰ ਇਸ ਚੈਨਲ ਦੇ ਰਾਹੀਂ ਔਰ ਇਸ ਨੌਕਰ ਦੇ ਰਾਹੀਂ ਪਰਮੇਸ਼ਵਰ ਅੱਜ ਤੁਹਾਨੂੰ ਜਿਹੜੀ ਚੋਇਸ ਕੀਤੀ ਜਗ੍ਹਾ ਆ ਉਹਦੇ ਉੱਤੇ ਲੈ ਕੇ ਆਉਣਾ ਚਾਹੁੰਦੇ ਆ। ਪਰ ਉਹ ਤਾਂ ਹੀ ਲੈ ਕੇ ਆਉਗੇ ਜੇ ਅਸੀਂ ਉਹਦੀ ਗੱਲ ਨੂੰ ਧਿਆਨ ਦੇ ਨਾਲ ਸੁਣਾਂਗੇ। ਉਹ ਉੱਥੇ ਆਉਣਗੇ ਤੇ ਉਸ ਦੀਆਂ ਸਾਰੀਆਂ ਘਿਨਾਉਣੀਆਂ ਤੇ ਭੈੜੀਆਂ ਚੀਜ਼ਾਂ ਉਸ ਵਿੱਚੋਂ ਕੱਢ ਦੇਣਗੇ। ਸੋ ਜਿਹੜੀਆਂ ਪਰਮੇਸ਼ਵਰ ਨੂੰ ਪਸੰਦ ਨਹੀਂ ਆ, ਜਿਹੜੀ ਪਰਮੇਸ਼ਵਰ ਦੀ ਚੁਣੀ ਹੋਈ ਜਗ੍ਹਾ ਆ, ਚੋਇਜ਼ਨ ਜਗ੍ਹਾ ਆ, ਜਿਹੜੀ ਪਰਮੇਸ਼ਵਰ ਨੇ ਚੁਆਇਸ ਕੀਤੀ ਆ ਸਾਡੇ ਵਾਸਤੇ ਚੁਣੀ ਹੋਈ ਆ, ਜਦੋਂ ਅਸੀਂ ਉੱਥੇ ਜਾਵਾਂਗੇ ਤਾਂ ਜਿਹੜੀਆਂ ਪਰਮੇਸ਼ਵਰ ਨੂੰ ਪਸੰਦ ਨਹੀਂ
ਉਹ ਉਸ ਜਗ੍ਹਾ ਦੇ ਵਿੱਚੋਂ ਮੂਵ ਕਰ ਦਿੱਤੀਆਂ ਜਾਊਗੀਆਂ, ਉਥੋਂ ਪਾਸੇ ਤੇ ਕਰ ਦਿੱਤੀਆਂ ਜਾਊਗੀਆਂ। ਸੋ ਉਹ ਕਿਹੜੀਆਂ ਚੀਜ਼ਾਂ ਜਿਹੜੀਆਂ ਪਰਮੇਸ਼ਰ ਨੂੰ ਪਸੰਦ ਨਹੀਂ, ਜੇ ਮੌਕਾ ਮਿਲ ਗਿਆ ਡਾਕਟਰ ਸਾਹਿਬ ਨਾ ਆਏ ਸਕਰੀਨ ਤੇ, ਹੁਣ ਆਪਾਂ ਹੀ ਆ, ਸੋ ਜੇ ਉਹ ਨਾ ਆਏ ਤੇ ਫਿਰ ਆਪਾਂ ਪ੍ਰਭੂ ਦਾ ਕਲਾਮ ਸੁਣਦੇ ਰਵਾਂਗੇ। ਤੇ ਅਸੀਂ ਦੁਆ ਇਹੀ ਕਰਦੇ ਹਾਂ ਪ੍ਰਭੂ ਦੇ ਜਿੰਦਾ ਨਾਂ ਦੇ ਵਿੱਚ ਹੋਵੇ ਉਹੀ ਜੋ ਪ੍ਰਭੂ ਦੀ ਮਰਜ਼ੀ ਆ। ਹਾਲੇਲੂਇਆ। ਸੋ ਲਿਖਿਆ ਆ, ਪਰਮੇਸ਼ਵਰ ਦਾ ਵਚਨ ਇਹਦਾ ਦੱਸਦਾ ਆ, ਮੈਂ ਉਹਨਾਂ ਨੂੰ ਇੱਕ ਦਿਲ ਦਿਆਵਾਂਗਾ। ਦਿਲ ਸਾਨੂੰ ਪ੍ਰਭੂ ਨੇ ਇੱਕ ਦੇਣਾ ਆ। ਕਿਹੜਾ ਦਿਲ ਦਊਗੇ? ਨਵਾਂ ਆਤਮਾ ਤੁਹਾਡੇ ਅੰਦਰ ਪਾਵਾਂਗਾ। ਪ੍ਰਭੂ ਨੇ ਸਾਨੂੰ ਇੱਕ ਦਿਲ ਦੇਣਾ ਆ, ਇੱਕ ਨਵਾਂ ਆਤਮਾ ਸਾਡੇ ਵਿੱਚ ਪਾਉਣਾ ਆ। ਪੁਰਾਣਾ ਆਤਮਾ ਨਹੀਂ, ਪੁਰਾਣਾ ਆਤਮਾ ਜਿਹੜਾ ਆ ਉਹ ਸਾਨੂੰ ਦੁਨੀਆ ਦੀਆਂ ਚੀਜ਼ਾਂ ਦੇ ਵੱਲ ਲੈ ਕੇ ਜਾਂਦਾ ਆ, ਪਰ ਜਿਹੜਾ ਨਵਾਂ ਆਤਮਾ ਆ ਉਹ ਸਾਨੂੰ ਪਰਮੇਸ਼ਵਰ ਦੇ ਭੇਤਾਂ ਨੂੰ ਸਮਝਣ ਵਾਸਤੇ ਅੱਗੇ ਲੈ ਕੇ ਜਾਂਦਾ ਆ। ਜਿਹੜਾ ਨਵਾਂ ਆਤਮਾ ਆ ਉਹ ਪ੍ਰਭੂ ਦੀ ਜਿਹੜੀ ਪਲੈਨਿੰਗਸ ਆ, ਜਿਹੜੀਆਂ ਯੋਜਨਾਵਾਂ ਆ, ਉਹਨਾਂ ਯੋਜਨਾਵਾਂ ਨੂੰ ਸਾਡੇ ਵਿੱਚ ਪੂਰਾ ਕਰਦਾ ਹੈ। ਡਾਕਟਰ ਸਾਹਿਬ ਪਹੁੰਚ ਗਏ ਨੇ, ਸੋ ਉਹਨਾਂ ਨੂੰ ਸੁਣਨਾ ਪਊਗਾ। थैंक यू वेरी मच अपना पादी साहब, साडा कुछ आज टेक्निकल प्रॉब्लम हो चुका। नाज़रीन, मैं नहायत ही माजरत खा हूं कि हमारा कुछ टेक्निकल प्रॉब्लम की वजह से हम टेलीफोन कॉल्स आपकी नहीं ले पा रहे, लेकिन अगर आप अपने मैसेजेस हमें भेज सकते हैं तो हम डॉक्टर साहब के पास भेज सकते हैं। लेकिन मैं उनका शुक्र अदा करता हूं कि फेसबुक पे बहुत ढेरों पादी साहब, हंड्रेड्स लोगों ने आपके लिए लिखा है, प्रेयर रिक्वेस्ट की है। सो हम उन तमाम लोगों को के लिए दुआ करेंगे जिन्होंने हमें मैसेजेस किए हैं और दुआ की रिक्वेस्ट की है। तो हमारी कोई टेक्निकल प्रॉब्लम की वजह से आज हम टेलीफोन्स ले नहीं पा रहे, तो मैं ਤੁਹਾਡੇ ਅੱਗੇ ਗੁਜ਼ਾਰਿਸ਼ ਕਰਾਂਗਾ, ਬੇਨਤੀ ਕਰਾਂਗਾ ਕਿ ਤੁਸੀਂ ਦੁਆ ਕਰੋ ਲੋਕਾਂ ਲਈ, ताकि लोग ਜਿਹੜੇ ਨੇ ਉਹ आशीष पान, बरकत पान और ਉਹਨਾਂ ਦੇ ਉੱਤੇ खुदा ਦਾ करम रहे। प्लीज पादी साहब। हाँ जी, आइए हम सब मिलकर प्रभु की हजूरी में जाएं और प्रार्थना में बने रहें। और मैं चाहता हूँ डॉक्टर नाजिर साहब भी हमारे साथ रहें, क्योंकि वचन में लिखा है यहाँ एक जन दो जन मिलकर इकट्ठे होते हैं और प्रार्थना करते हैं, प्रभु उनकी प्रार्थना का आंसर देते हैं। तो आए हम सब एक मन हो जाए। यहाँ भी आप जिथे भी बैठे हुए हो, इस वेले साडे एक मन हो जाओ। प्रभु यीशु मसीह दे सामर्थी जिंदा अधिकारी नाम दे विच ਅੱਜ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਸਾਡੇ ਲਈ ਸਵਰਗ ਖੁੱਲ ਜਾਏ, ਯਿਸੂ ਮਸੀਹ ਦੇ ਨਾਂ 'ਚ ਖੁੱਲ ਜਾਏ। ਉਹ ਪਰਮੇਸ਼ਵਰ, ਅੱਜ ਅਸੀਂ ਪ੍ਰਾਰਥਨਾ ਕਰਦੇ ਹਾਂ ਜਰਸ ਟੀਵੀ ਦੇ ਲਈ ਪਿਤਾ ਪਰਮੇਸ਼ਵਰ ਜੀ, ਜਿਹਦੇ ਦੁਆਰਾ ਅੱਜ ਅਸੀਂ ਤੁਹਾਡੇ ਕਲਾਮ ਨੂੰ ਦੁਨੀਆ ਦੇ ਕੋਨੇ-ਕੋਨੇ ਤੇ ਲੈ ਕੇ ਜਾ ਰਹੇ ਹਾਂ। ਵੱਡੀ ਬਲੈਸਿੰਗ ਦੇ ਨਾਲ ਭਰ ਦਿਓ ਪ੍ਰਭੂ ਜੀ। ਡਾਕਟਰ ਸਾਹਿਬ ਲਈ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਜੀ, ਤੁਹਾਡਾ ਕਿਰਪਾ ਵਾਲਾ ਹੱਥ ਇਹਨਾਂ ਦੇ ਉੱਤੇ, ਇਹਨਾਂ ਦੀ ਫੈਮਿਲੀ ਦੇ ਉੱਤੇ ਹਮੇਸ਼ਾ ਬਣਿਆ ਰਹੇ। ਇਹਨਾਂ ਨੂੰ ਯਿਸੂ ਮਸੀਹ ਦੇ ਲਹੂ ਦੇ ਸੁਰੱਖਿਆ ਕਬਜ਼ ਥਲੇ ਟੱਕ ਦਿੰਦੇ ਆ। ਜਿੰਨੇ ਭੈਣਾਂ ਭਰਾ, ਬੱਚੇ, ਬਜ਼ੁਰਗ, ਨੌਜਵਾਨ ਇਸ ਵੇਲੇ ਸਾਨੂੰ ਦੇਖ ਰਹੇ ਆ ਜਿਹੜੇ ਨਸ਼ੇ ਦੀ ਐਡਿਕਸ਼ਨ ਚ ਹਨ, ਅੱਜ ਯਿਸੂ ਮਸੀਹ ਦੇ ਨਾਂ ਚ ਆਜ਼ਾਦ ਕੀਤੇ ਜਾਣ। ਹਰ ਤਰ੍ਹਾਂ ਦੇ ਨਸ਼ੇ ਨੂੰ ਛੱਡ ਕੇ ਥਲੇ ਜਾਣ। ਹਰ ਤਰ੍ਹਾਂ ਦੀਆਂ ਬਿਮਾਰੀਆਂ, ਹਰ ਤਰ੍ਹਾਂ ਦੀਆਂ ਸ਼ੂਗਰ, टीबी, पथरियां, कैंसर, रसौलियां, इन द नेम ऑफ जीसस क्राइस्ट ऐसे वेले इन्हां दी जिंदगियां चो चले जाण। पिता परमेश्वर जीओ, पिता ਅਸੀਂ प्रार्थना करदे हां ਜਿਹੜੇ ਘਬਰਾਹਟ ਦੇ ਵਿੱਚ ਹਨ ਇਸ ਵੇਲੇ ਯਿਸੂ ਦੇ ਨਾਂ 'ਚ ਆਜ਼ਾਦ ਕੀਤੇ ਜਾਣ, ਹਰ ਡਰ ਦੇ ਆਤਮਾ ਤੋਂ ਆਜ਼ਾਦ ਕੀਤੇ ਜਾਣ। और प्रभु जी इन्हां दा विजडम खुल जाए। प्यारे परमेश्वर जी, वो तेरी आराधना दे लई तैयार हो जाण प्रभु जी। वो ਜਿਹੜੇ सुसाइड ਲਈ ਤਿਆਰ ਆ, ਅੱਜ ਯਿਸੂ ਦੇ ਨਾਂ 'ਚ ਉਹਨਾਂ ਦਾ ਟਰੈਕ ਚੇਂਜ ਕਰ ਦਿੰਦੇ ਆ। ਉਹ ਜੀਵਨ ਦੇ ਵੱਲ ਵੱਧ ਰਹੇ ਆ ਪਿਤਾ ਜੀ। ਹਰ ਜਵਾਨ ਜਿਹੜੀ ਆ ਤੁਹਾਨੂੰ ਆਪਣਾ ਮੁਕਤੀਦਾਤਾ ਗ੍ਰਹਿਣ ਕਰੇ। ਹਰ ਜਿਹੜਾ ਗੋਡਾ ਉਹ ਝੁਕੇ, ਹਰ ਨੀਂਹ ਝੁਕੇ ਤੇ ਕਹੇ ਯਿਸੂ ਹੀ ਪ੍ਰਭੂ ਹੈ। ਪਿਤਾ ਜੀ ਅੱਜ ਅਸੀਂ ਪ੍ਰਾਰਥਨਾ ਕਰ ਦਿੰਦੇ ਆ, ਹਰ ਬਿਮਾਰੀਆਂ ਨੂੰ, ਹਰ ਲਾਚਾਰੀਆਂ ਨੂੰ ਇਹਨਾਂ ਜ਼ਿੰਦਗੀਆਂ ਚੋਂ ਬਾਹਰ ਚਲੇ ਜਾਓ। हर तरह ਦੀਆਂ ਦੁਸ਼ਟ ਆਤਮਾ, ਜਾਦੂ ਟੂਣੇ ਯਿਸੂ ਦੇ ਨਾਂ 'ਚ ਰੱਦ ਕਰ ਦਿੱਤੇ ਜਾਂਦੇ ਨੇ। ਹਰ ਸਾਰੀਆਂ ਬਿਮਾਰੀਆਂ ਵਾਲੇ ਲੋਕ ਚੰਗੇ ਕੀਤੇ ਜਾਂਦੇ ਨੇ। ਹਰ ਗੈਸ ਦੀਆਂ ਬਿਮਾਰੀਆਂ ਵਾਲੇ ਲੋਕ ਚੰਗੇ ਕੀਤੇ ਜਾਂਦੇ ਨੇ। ਪਿਤਾ ਜੀ ਹਰ ਦਰਦਾਂ ਤੋਂ ਆਜ਼ਾਦ ਕੀਤੇ ਜਾਂਦੇ ਨੇ ਯਿਸੂ ਮਸੀਹ ਦੇ ਲਹੂ ਦੇ ਦੁਆਰਾ। ਉਹ ਸਾਰੀਆਂ ਬਿਮਾਰੀਆਂ ਨੂੰ ਕਰੂਸ ਤੇ ਲਿਜਾ ਕੇ ਕੈਂਸਲ ਕਰ ਦਿੰਦੇ ਆ। ਸਾਡਾ ਲਹੂ ਇਹਨਾਂ ਲੋਕਾਂ ਨੂੰ ਛੂ ਲੈਂਦਾ ਹੈ ਪਿਤਾ ਪਰਮੇਸ਼ਵਰ ਜੀਓ। Ondala raba maso shandala rebe masa indala rebe maso nolo raba masa। प्रभु लोग तौबा कर सकन,
ਤੇਰੀ ਹਜ਼ੂਰੀ ਵਿੱਚ ਆ ਸਕਣ। ਜਿਨ੍ਹਾਂ ਨੂੰ ਬੈਰੀ ਨੇ ਸੰਗਲ ਲਾਏ ਨੇ, ਅੱਜ ਯਿਸੂ ਦੇ ਨਾਂ ਚ ਉਹਨਾਂ ਸੰਗਲਾਂ ਨੂੰ ਟੁੱਟ ਜਾਣ ਦਾ ਹੁਕਮ ਦਿੰਦੇ ਆ। ਹਰ ਬੰਧਨ ਟੁੱਟ ਜਾਣ, ਹਰ ਰੱਸੀਆਂ ਜਲ ਜਾਣ, ਤੇਰਾ ਰੂਹ ਛੂਲੇ। ਜਿੱਥੇ ਵੀ ਕੋਈ ਹੈ ਪਿਤਾ ਪਰਮੇਸ਼ਵਰ ਜੀ, ਇਹਨਾਂ ਮਹਾਮਾਰੀ ਦੇ ਦਿਨਾਂ ਵਿੱਚ ਪ੍ਰਭੂ ਜੀ, ਹਰ ਹਥਿਆਰ, ਹਰ ਵਾਇਰਸ ਜਿਹੜਾ ਇਹਨਾਂ ਲੋਕਾਂ ਦੇ ਖਿਲਾਫ ਉੱਠਦਾ ਹੈ, ਯਿਸੂ ਮਸੀਹ ਦੇ ਨਾਂ ਤੇ ਇਸ ਨੂੰ ਨਿਕੰਮਾ ਕਰ ਦਿੰਨੇ ਪਿਤਾ ਜੀ। ਤੇਰਾ ਰੂਹ ਤੇਰੇ ਲੋਕਾਂ ਨੂੰ ਛੂਲੇ ਪਿਤਾ ਪਰਮੇਸ਼ਵਰ ਜੀ। ਤੂੰ ਸਾਬਤ ਕਰਕੇ ਤੂੰ ਜ਼ਿੰਦਾ ਪਰਮੇਸ਼ਰ ਹੈ ਪ੍ਰਭੂ। ਜਿਹੜੇ ਤੈਨੂੰ ਲੱਭ ਰਹੇ ਨੇ ਕਿ ਜਿੰਦਾ ਪਰਮੇਸ਼ਵਰ ਕੌਣ ਹੈ, ਜਿਹੜੇ ਲੱਭ ਰਹੇ ਨੇ ਕਿ ਸੱਚਾ ਪਰਮੇਸ਼ਵਰ ਕੌਣ ਹੈ, ਉਹ ਪ੍ਰਭੂ ਤੁਸੀਂ ਉਹਨਾਂ ਨੂੰ ਦਰਸ਼ਨ ਦਿਓ ਪਿਤਾ ਪਰਮੇਸ਼ਵਰ ਜੀ। ਸਾਖਸ਼ਾਤ ਉਹਨਾਂ ਲਈ ਸਵਰਗ ਦੂਤਾਂ ਨੂੰ ਭੇਜੋ, ਉਹਨਾਂ ਦੇ ਕੰਨਾਂ ਦੇ ਪਰਦਿਆਂ ਨੂੰ ਚੱਕ ਦਿਓ ਪ੍ਰਭੂ ਜੀ, ਉਹਨਾਂ ਦੇ ਅੱਖਾਂ ਦੇ ਪਰਦਿਆਂ ਨੂੰ ਚੱਕ ਦਿਓ ਪ੍ਰਭੂ ਜੀ। ਉਹ ਦੇਖ ਸਕਣ ਪਿਤਾ परमेश्वर कि तू ही परमेश्वर है और तू ही उन्हें छियां मोहरां नूं खोलण वाला परमेश्वर है। और तेरे नां दे विच पिता परमेश्वर जेड़े आउंदे ने ते बरकत पाउंदे ने पिता, जेड़े अज हंझुआं दे नाल स्क्रीनां दे मोरे बैठे ने प्रभु, अज ऐसे ही वेले उन्हां दे हंझू उन्हां दीआं अखां तो पूंछ दित्ते जाण पिता परमेश्वर। असले होए वड्डियां टेस्टमनीज दे नाल वापस आउण पिता परमेश्वर जीओ। जलाल हो जाए प्रभु, तेरा जलाल हो जाए प्रभु। ओ शूलो पिता परमेश्वर जी, शूलो एक एक नु शूलो। ओ धन्यवाद पिता परमेश्वर, तेरा नाम उच्चा किया जाए। सब कुछ अपने मुक्तिदाता सतगुरु यीशु मसीह दे सामर्थी अत पवित्र जिंदा नाच सारे ही मिलके मांग लेंदे हां। आमीन आमीन। प्रेज द लॉर्ड, प्रेज द लॉर्ड, प्रेज द लॉर्ड। मेरे प्यारे दोस्तों, जेकर कोई थाडे विचों अज यीशु मसीह नूं नहीं जानदा ते ओ अज ये गल कहे, प्रभु यीशु मैं अपना दिल खोलदा हां, अज मैं थानूं बुलाउंदा हां, मेरे जीवन विच आओ, मेरे पाप माफ करो। अगर तुसीं इस तरह बोलोगे ते मेरे प्यारे भैणों ते भरावो, कल दा सूरज थाडे लई नवीं शिफावां लेके आएगा यीशु मसीह दे नाम च। आमीन आमीन आमीन। पादी साहब थैंक यू वेरी मच, बहुत धन्यवाद कि तुसी सानू इन्ना समय दिता। साडे दर्शक जिन्ने वेख रहे ने उन्हां नू तुहां समय दिता, तुहाडा बहुत शुक्रिया। खोजेवाल चर्च दा बहुत शुक्रिया, तुहाडी एडमिनिस्ट्रेशन दा बहुत शुक्रिया, ते तुहाडी वाइफ दा जिन्ना तुहानू टाइम देण लई आख्या और तुसीं नाल मिले, और तुहाडी पूरी फैमिली दा असीं शुक्रिया अदा करने आ। थैंक यू वेरी मच। और इस तो पहले कि मैं तुहाडे सारे नाज़रीन को इजाजत लवां, मैं एक मरतबा फिर आपको बताना चाहता हूं कि खुदावंद के फजल से हम अगले हफ्ते एक नए प्रोग्राम के साथ आपकी खिदमत में हाजिर होंगे। जब तक हम हाजिर नहीं होते तो आप जरूर दुआओं में याद रखिएगा। इस दौरानिया में बाकी प्रोग्राम्स भी चलते रहेंगे, लेकिन याद रहे हम अगले हफ्ते में एक नए प्रोग्राम के साथ, एक नए एक्सक्लूसिव इंटरव्यू के साथ जब आ रहे हैं, तो वो इंटरव्यू बड़ा खास होगा, बड़ा स्पेशल इंटरव्यू होगा। और उस इंटरव्यू में हम ला रहे हैं इस वक्त अपने बड़े प्यारे भाई, जो बहुत अच्छे तरीके से दुनिया के अंदर जाने माने जाते हैं, और उन्होंने फिल्म के अंदर बड़ा काम किया, एज अ हीरो बड़ा काम किया, ड्रामास के अंदर बड़ा काम किया, और उन्होंने हाल पे कुछ साल पहले, कुछ देर पहले एक फिल्म बनाई थी जिसका नाम मालिक था। मेरी मुराद आशिर अजीम साहब से है, वो हमारे साथ होंगे जल्द, और आपके साथ वो बात करेंगे, और हम फेथ बेस्ड इंटरव्यू उनके साथ करने जा रहे हैं कि कैसे खुदावंद ने उनकी लाइफ के अंदर काम किया और उनका फेथ कैसे इंक्रीज होता है। सो इन सारी बातों को हम जानेंगे, और आइंदा दिनों में और अच्छे अच्छे इंटरव्यूज के साथ आपके साथ हम होंगे। सो वंस अगेन आप सबों का बहुत शुक्रिया। खुदावंद आपको बरकत दे, हमेशा अपने जलाल का सबब बनाए। गॉड ब्लेस यू। खुदावंद आपको बरकत।